ਹੈਲੋ ਸਟੂਡੈਂਟਸ, ਵੈਲਕਮ ਟੂ ਬਾਲਾਜੀ ਐਜੂਕੇਸ਼ਨ ਪੁਆਇੰਟ। ਸਟੂਡੈਂਟਸ, ਅੱਜ ਦੀ ਕਲਾਸ ਦੇ ਵਿੱਚ ਆਪਾਂ ਪੰਜਾਬੀ ਪੈਡਾਗੋਜੀ ਦੀ ਗੱਲ ਕਰਨੀ ਹੈ। ਠੀਕ ਹੈ, ਇਹ ਪੰਜਾਬੀ ਦੀ ਪੈਡਾਗੋਜੀ ਸੀਟੈਟ ਦੇ ਵਿੱਚ ਵੀ ਪੁੱਛੀ ਹੋਈ ਹੈ ਤੇ ਪੀਐਸ ਟੈਟ ਦੇ ਲਈ ਵੈਰੀ ਇੰਪੋਰਟੈਂਟ ਹੈ। ਤੁਸੀਂ ਇਹ ਸਾਰੇ ਕੁਐਸਚਨ ਜੋ ਮੈਂ ਐਮਸੀਕਿਊ ਤੁਹਾਨੂੰ ਡਿਸਕਸ ਕਰਵਾਉਣੇ ਆ ਸਾਰੀ ਧਿਆਨ ਨਾਲ ਸੁਣਨੇ ਆ, ਕਿਉਂਕਿ ਇਸ ਤਰ੍ਹਾਂ ਦੇ ਕੁਐਸਚਨ ਨੇ ਕਿ ਜਦੋਂ ਤੁਸੀਂ ਇਹਨਾਂ ਨੂੰ ਪੜ੍ਹੋਗੇ ਸਮਝੋਗੇ ਤੁਹਾਨੂੰ ਹਰ ਇੱਕ ਚੀਜ਼ ਕਲੀਅਰ ਹੋ ਜੂਗੀ। ਪਹਿਲੀ ਗੱਲ ਤਾਂ ਤੁਸੀਂ ਇਹ ਜਦੋਂ ਵੀ ਤੁਹਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾਊਗਾ ਨਾ, ਜਦੋਂ ਤੁਸੀਂ ਇਸ ਚੀਜ਼ ਨੂੰ ਸਮਝ ਲਿਆ ਤੁਸੀਂ ਆਸਾਨੀ ਨਾਲ ਆਨਸਰ ਲਗਾ ਸਕੋਗੇ। ਤਾਂ ਪਹਿਲੀ ਗੱਲ ਇੱਕ ਇਹ ਆ ਵੀ ਜਦੋਂ ਵੀ ਤੁਸੀਂ ਆਨਸਰ ਚੂਜ਼ ਕਰਨਾ ਪਹਿਲਾਂ ਚਾਰੇ ਆਪਸ਼ਨਾਂ ਨੂੰ ਦੇਖਣਾ। ਠੀਕ ਹੈ ਵੀ, ਉਸ ਤੋਂ ਬਾਅਦ ਦੇਖਣਾ ਵੀ ਸਹੀ ਆਨਸਰ ਕਿਵੇਂ ਨਿਕਲਦਾ। ਮੈਂ ਤੁਹਾਨੂੰ ਸਾਰੀਆਂ ਗੱਲਾਂ ਇਹਦੇ ਵਿੱਚ ਦੱਸੂਗਾ। ਪੰਜਾਬੀ ਪੈਡਾਗੋਜੀ ਇਸ ਤਰ੍ਹਾਂ ਦੀ ਹੁੰਦੀ ਹੈ ਵੀ ਜਦੋਂ ਤੁਸੀਂ ਕੋਈ ਵੀ ਕੁਐਸਚਨ ਆਨਸਰ ਲਗਾਉਣਾ ਨਾ ਕਿਸੇ ਵੀ ਕੁਐਸਚਨ ਦਾ, ਤਾਂ ਉੱਥੇ ਤੁਸੀਂ ਚਾਈਲਡ ਸੈਂਟਰਡ ਬੱਚੇ ਨੂੰ ਕੇਂਦਰਿਤ ਮੰਨ ਕੇ ਚੱਲਣਾ। ਦੂਸਰੀ ਗੱਲ ਉਹਦੇ ਵਿੱਚ ਮੀਨਿੰਗਫੁਲ ਆਨਸਰ ਹੋਣਾ ਚਾਹੀਦਾ ਤੁਹਾਡਾ, ਵੀ ਉਹਦਾ ਕੋਈ ਸਹੀ ਅਰਥ ਨਿਕਲੇ। ਇਹ ਨਹੀਂ ਹੈਗਾ ਵੀ ਤੁਸੀਂ ਮੀਨਿੰਗਲੈਸ ਵੀ ਬਿਨਾਂ ਕੋਈ ਬੇਸ ਤੋਂ ਹਨਾ ਕੋਈ ਆਨਸਰ ਲਗਾਉਣਾ। ਜਿਵੇਂ ਇਹਦੇ ਵਿੱਚ ਫਸਟ ਕੁਐਸਚਨ ਆਪਣਾ, ਠੀਕ ਹੈ, ਪਹਿਲਾਂ ਚੈੱਕ ਕਰਨਾ। ਫਸਟ ਕੁਐਸਚਨ ਹੈ ਜਿਵੇਂ ਹੇਠ ਲਿਖਿਆਂ ਵਿੱਚੋਂ ਕਿਹੜਾ ਰਚਨਾਤਮਕ ਕੌਸ਼ਲ ਵਿੱਚ ਆਉਂਦਾ ਹੈ। ਠੀਕ ਹੈ ਜੀ, ਰਚਨਾਤਮਕ ਕੌਸ਼ਲ ਕਈ ਤਾਂ ਦੇਖੋ ਪੰਜਾਬੀ ਜਿਹਨੂੰ ਕਲੀਅਰ ਕੱਟ ਆਉਂਦੀ ਹੈ ਨਾ ਚੰਗੀ ਤਰ੍ਹਾਂ, ਦੇਸੀ ਭਾਸ਼ਾ ਦੇ ਵਿੱਚ ਆਪਾਂ ਕਹਿ ਸਕਦੇ ਜਿਹਨੂੰ, ਉਹ ਤਾਂ ਚਲੋ ਆਸਾਨੀ ਨਾਲ ਆਨਸਰ ਸਮਝ ਸਕਦਾ ਹੈ। ਬਟ ਜਿਨ੍ਹਾਂ ਨੂੰ ਇੰਗਲਿਸ਼ ਦੇ ਵਿੱਚ ਥੋੜਾ ਜਿਹਾ ਹੁੰਦਾ ਵੀ ਇੰਗਲਿਸ਼ ਦੇ ਵਿੱਚ ਕੁਝ ਪਤਾ ਲੱਗੇ ਤਾਂ ਮੈਂ ਨਾਲ ਦੱਸ ਦੂੰਗਾ, ਬਟ ਤੁਸੀਂ ਪੇਪਰ ਦੇ ਵਿੱਚ ਤੁਹਾਨੂੰ ਇੰਗਲਿਸ਼ ਡਾਇਰੈਕਟ ਨਹੀਂ ਲਿਖੀ ਮਿਲੂਗੀ, ਤੁਹਾਨੂੰ ਆਪਣੇ ਆਪ ਉਹਨਾਂ ਚੀਜ਼ਾਂ ਨੂੰ ਸਮਝਣਾ ਪਊਗਾ। ਜਿਵੇਂ ਇੱਥੇ ਰਚਨਾਤਮਕ ਕੌਸ਼ਲ ਲਿਖਿਆ ਹੋਇਆ, ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਆਪਾਂ ਕ੍ਰੀਏਟਿਵ ਸਕਿੱਲਸ ਕਹਾਂਗੇ, ਹੈ ਨਾ, ਕ੍ਰੀਏਟਿਵ ਸਕਿੱਲਸ। ਠੀਕ ਹੈ ਜੀ, ਕ੍ਰੀਏਟਿਵ ਸਕਿੱਲਸ ਆ। ਹੁਣ ਕ੍ਰੀਏਟਿਵ ਸਕਿੱਲਸ ਕਿਹੜੇ, ਜਿਹੜੇ ਆਪਣੀ ਚੀਜ਼ ਆਪਣੇ ਅੰਦਰ ਕੁਝ ਕ੍ਰੀਏਟ ਕਰਨ, ਕਿਸੇ ਚੀਜ਼ ਦੀ ਸਿਰਜਣਾ ਕਰਨ, ਰਚਨਾ ਕਰਨ ਕਿਸੇ ਚੀਜ਼ ਦੀ, ਹੈ ਨਾ। ਪਹਿਲਾ ਕੁਐਸਚਨ ਹੈ ਵੀ ਜੋ ਕ੍ਰੀਏਟਿਵ ਸਕਿੱਲਸ ਨੇ ਤੁਹਾਡੇ ਵਿੱਚ ਕੁਝ ਕ੍ਰੀਏਟ ਕਰਨ ਸਕਿੱਲਸ। ਹੁਣ ਇੱਥੇ ਆਪਸ਼ਨਾਂ ਨੇਗੀਆਂ ਪੜ੍ਹਨਾ ਤੇ ਲਿਖਣਾ, ਦੂਜੀ ਆਪਸ਼ਨ ਹੈ ਪੜ੍ਹਨਾ ਤੇ ਸੁਣਨਾ, ਤੀਸਰੀ ਆਪਸ਼ਨ ਹੈ ਬੋਲਣਾ ਤੇ ਲਿਖਣਾ, ਚੌਥੀ ਆਪਸ਼ਨ ਹੈ ਬੋਲਣਾ ਤੇ ਸੁਣਨਾ। ਦੇਖੋ ਤੁਸੀਂ ਚੀਜ਼ ਕ੍ਰੀਏਟ ਕਰਨੀ ਆ, ਪੈਦਾ ਕਰਨੀ ਆ, ਤਾਂ ਆਪਾਂ ਪੈਦਾ ਕਿਵੇਂ ਕਰਾਂਗੇ, ਤਾਂ ਆਪਾਂ ਕਰਾਂਗੇ ਰਾਜੇ ਬੋਲ ਕੇ ਤੇ ਲਿਖ ਕੇ। ਠੀਕ ਹੈ ਜੀ, ਬੋਲ ਕੇ ਤੇ ਲਿਖ ਕੇ। ਦੇਖੋ ਆਪਾਂ ਆਪਣੇ ਵਿਚਾਰ ਕਿਸੇ ਸਾਹਮਣੇ ਪੇਸ਼ ਕਰਨੇ ਨੇ, ਠੀਕ ਹੈ, ਜਾਂ ਆਪਣੇ ਵਿਚਾਰ ਉਂਝ ਆਪਾਂ ਪੇਸ਼ ਕਰਦੇ ਹੁੰਦੇ ਹਾਂ ਬੋਲ ਕੇ ਜਾਂ ਫਿਰ ਲਿਖ ਕੇ ਕਰਦੇ ਹੁੰਦੇ ਹਾਂ, ਤਾਂ ਨਵੀਂ ਚੀਜ਼ ਕ੍ਰੀਏਟ ਹੀ ਹੋਈ ਹੈ ਨਾ, ਆਪਾਂ ਲਿਖ ਤੋਂ ਚੀਜ਼ ਕ੍ਰੀਏਟ ਹੋਊਗੀ। ਠੀਕ ਹੈ, ਇਹਦਾ ਰਾਈਟ ਆਨਸਰ ਆਊਗਾ ਰਾਜੇ ਸੀ, ਬੋਲਣਾ ਤੇ ਲਿਖਣਾ। ਹਾਂਜੀ, ਦੂਸਰਾ ਕੁਐਸਚਨ ਹੈਗਾ ਤੀਜੀ ਜਮਾਤ ਦੀ ਅਧਿਆਪਿਕਾ, ਠੀਕ ਹੈ ਜੀ, ਇੱਕ ਟੀਚਰ ਹੈ ਫੀਮੇਲ ਮਤਲਬ ਕਿ ਅਧਿਆਪਕ ਹੈਗੀ ਕਰੁਣਾ, ਇੱਕ ਕਵਿਤਾ ਬਣਾਉਣ ਮਗਰੋਂ ਇੱਕ ਦੇਖੋ ਸੀਟੈਟ ਦੀ ਇੱਕ ਖਾਸੀਅਤ ਹੁੰਦੀ ਆ ਵੀ ਉਹ ਪਤਾ ਕੀ ਆ ਵੱਡੀਆਂ ਆਪਸ਼ਨਾਂ ਲਿਖ ਦਿੰਦੇ ਆ, ਉਹਦੇ ਕਾਰਨ ਬੱਚਿਆਂ ਨੂੰ ਇਹ ਲੱਗਦਾ ਵੀ ਪਤਾ ਨਹੀਂ ਕੀ ਪੁੱਛ ਲਿਆ ਇਹਦੇ ਵਿੱਚ। ਪੁੱਛਿਆ ਹਾਰ ਕਿ ਕੋਈ ਐਡੀ ਕੋਈ ਗੱਲ ਨਹੀਂ ਹੁੰਦੀ, ਬਿਲਕੁਲ ਸਿੰਪਲ ਹੁੰਦਾ ਹੈ ਜੇ ਤੁਸੀਂ ਚੀਜ਼ ਨੂੰ ਸਮਝਿਆ ਚੰਗੀ ਤਰ੍ਹਾਂ। ਠੀਕ ਹੈ, ਇੱਥੇ ਕਰੁਣਾ ਇੱਕ ਕਵਿਤਾ ਬਣਾਉਣ ਮਗਰੋਂ ਜਮਾਤ ਨੂੰ ਕੁਝ ਅਭਿਆਸ ਦੇਣ ਦਾ ਫੈਸਲਾ ਕਰਦੀ ਆ। ਅਭਿਆਸ ਦੇਣ ਲਈ ਵੀ ਤੁਸੀਂ ਹਾਂ ਅਭਿਆਸ ਕਰਨਾ ਇਸ ਚੀਜ਼ ਦਾ, ਉਹਨੇ ਪੜ੍ਹਾਤੀ ਕਵਿਤਾ। ਉਸ ਤੋਂ ਬਾਅਦ ਹੇਠ ਲਿਖੇ ਵਿੱਚੋਂ ਕਿਹੜਾ ਕਾਰਜ ਚੁਣਨਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਸਰਗਰਮੀ ਨਾਲ ਹਿੱਸਾ ਲੈ ਸਕਣ। ਹੁਣ ਕਈਆਂ ਨੂੰ ਜਿਹਨਾਂ ਨੂੰ ਸਰਗਰਮੀ ਦਾ ਮਤਲਬ ਪਤਾ ਲੱਗ ਗਿਆ ਉਹ ਆਨਸਰ ਚੰਗੀ ਤਰ੍ਹਾਂ ਲਗਾ ਦੇਣਗੇ। ਸਰਗਰਮ ਮਤਲਬ ਹੁੰਦਾ ਵੀ ਵਧੀਆ ਜ਼ੋਰ, ਵਧੀਆ ਆਪਾਂ ਕਹਿ ਸਕਦੇ, ਸਰਗਰਮ ਆਪਾਂ ਕਹਿ ਸਕਦੇ ਵੀ ਗਰਮ ਤਰੀਕੇ ਨਾਲ ਹਿੱਸਾ ਲੈਣਾ ਕਿਸੇ। ਸਰਗਰਮ ਦਾ ਮਤਲਬ ਗਰਮ ਤਰੀਕੇ ਨਾਲ ਹਿੱਸਾ ਲੈ, ਵੀ ਸਾਰਿਆਂ ਦਾ ਵਿੱਚ ਜਿਹੜੀ ਪਾਰਟੀਸਪੇਸ਼ਨ ਆ ਵੀ ਉਹ ਕੀ ਹੋਵੇ, ਐਕਟਿਵ ਹੋਵੇ। ਸਰਗਰਮ ਨੂੰ ਤੁਸੀਂ ਇਹਦੇ ਇੰਗਲਿਸ਼ ਦੇ ਐਕਟਿਵ ਮੰਨ ਸਕਦੇ ਹੋ। ਠੀਕ ਹੈ ਜੀ, ਐਕਟਿਵ ਮੰਨ ਸਕਦੇ ਹੋ ਵੀ ਕੋਈ ਸੁਸਤ ਹੋ ਕੇ ਆਨਸਰ ਨਾ ਦੇਵੇ। ਠੀਕ ਹੈ ਜੀ, ਵੀ ਸਾਰੇ ਚੁਸਤ ਹੋਣ, ਵਧੀਆ ਐਕਟਿਵ ਹੋਣ। ਤਾਂ ਇੱਥੇ ਹੁਣ ਆਪਸ਼ਨ ਨੇਗੇ ਵੀ ਵਿਦਿਆਰਥੀਆਂ ਨੂੰ ਕਵਿਤਾ ਦੇ ਅਖੀਰ ਵਿੱਚ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖਣ ਲਈ ਕਿਹਾ ਜਾਵੇ। ਪਹਿਲਾਂ ਚਾਰੇ ਆਪਸ਼ਨ ਚੈੱਕ ਕਰਨੀਆਂ ਨੇ। ਠੀਕ ਹੈ ਵੀ ਆਪਾਂ ਪੜ੍ਹਾਤੀ ਕਵਿਤਾ, ਉਸ ਤੋਂ ਬਾਅਦ ਉਹਨੂੰ ਕਹਿਤਾ ਵੀ ਹਾਂਜੀ ਇਹਦੇ ਜਿਹੜੇ ਕੁਐਸਚਨ ਇਹਦੇ ਆਨਸਰ ਲੱਭੋ ਕਿ ਉਹਦੇ ਨਾਲ ਬੱਚੇ ਐਕਟਿਵ ਸਰਗਰਮ ਹਿੱਸਾ ਲੈ ਸਕਣਗੇ। ਇਸ ਤੋਂ ਬਾਅਦ ਹੈ ਵੀ ਵਿਦਿਆਰਥੀਆਂ ਨੂੰ ਸਮੂਹਾਂ ਵਿੱਚ ਕਵਿਤਾ ਉੱਪਰ ਆਪਣੀ ਵਿਆਖਿਆ ਕਰਨ ਲਈ ਕਹਿਣਾ। ਠੀਕ ਹੈ ਜੀ, ਤੀਸਰਾ ਹੈਗਾ ਵਿਦਿਆਰਥੀਆਂ ਨੂੰ ਕਹਿਣਾ ਕਿ ਉਹ ਕਵਿਤਾ ਦੀ ਹਰੇਕ ਸਤਰ ਦਾ ਮਤਲਬ ਹੋ ਗਿਆ ਇੱਥੇ ਲਾਈਨ। ਠੀਕ ਹੈ ਜੀ, ਯਾਦ ਕਰਨ ਕਿਉਂ ਜੋ ਇਹ ਪਾਠ ਪੁਸਤਕ ਵਿੱਚ ਹੈ। ਠੀਕ ਹੈ ਜੀ, ਚੌਥੀ ਆਪਸ਼ਨ ਹੈ ਵਿਦਿਆਰਥੀਆਂ ਨੂੰ ਕਵਿਤਾ ਵਿੱਚੋਂ ਨਵੇਂ ਸ਼ਬਦ ਵਰਤ ਕੇ ਬਣਾਉਣ ਲਈ ਕਹੇ। ਹੁਣ ਇੱਥੇ ਚਾਰ ਆਪਸ਼ਨਾਂ ਨੇ। ਠੀਕ ਹੈ, ਸਮਾਂ ਕੀ ਆ ਗਈ ਵੀ ਇੱਥੇ ਕ੍ਰੀਏਟ ਕਰਨਾ ਹੈ। ਠੀਕ ਹੈ, ਉਹਨਾਂ ਨੇ
ਵਿਦਿਆਰਥੀਆਂ ਦੀ ਗੱਲ ਹੋ ਰਹੀ ਹੈ ਇੱਥੇ ਵੀ, ਉਹਨਾਂ ਦੀ ਸਾਰੇ ਸਰਗਰਮ ਹਿੱਸਾ ਲੈਣ। ਤਾਂ ਸਾਰੇ ਸਰਗਰਮ ਹਿੱਸਾ ਕਦੋਂ ਲੈਣਗੇ, ਐਕਟਿਵ ਹੋ ਕੇ ਜਦੋਂ ਉਹ ਕਾਹਦੇ ਵਿੱਚ ਕਰਨਗੇ, ਸਮੂਹਾਂ ਦੇ ਵਿੱਚ ਕੰਮ ਕਰਨਗੇ। ਠੀਕ ਹੈ ਜੀ, ਸਮੂਹਾਂ ਦੇ ਵਿੱਚ ਕੰਮ ਕਰਨਗੇ, ਇਕੱਠੇ ਹੋ ਕੇ ਕੰਮ ਕਰਨਗੇ ਬੱਚੇ। ਤਾਂ ਜਿਹੜੇ ਬੱਚੇ ਨੂੰ ਨਹੀਂ ਵੀ ਸਮਝ, ਆਪਸੀ ਡਿਸਕਸ਼ਨ ਹੋਊਗੀ, ਇੱਕ ਦੂਜੇ ਨਾਲ ਜਦੋਂ ਗੱਲਬਾਤ ਕਰਨਗੇ ਤਾਂ ਉਹਨਾਂ ਦੀ ਐਕਟਿਵ ਪਾਰਟਿਸਿਪੇਸ਼ਨ ਹੋਏਗੀ। ਠੀਕ ਹੈ, ਤਾਂ ਰਾਈਟ ਆਨਸਰ ਹੋਊਗਾ ਜੀ ਬੀ, ਵਿਦਿਆਰਥੀਆਂ ਨੂੰ ਸਮੂਹਾਂ ਵਿੱਚ ਕਵਿਤਾ ਉੱਪਰ ਆਪਣੀ ਵਿਆਖਿਆ ਕਰਨ ਲਈ ਕਹਿਣਾ। ਇਹਦਾ ਹੀ ਰਾਈਟ ਆਨਸਰ ਹੋਊਗਾ। ਇਸ ਤੋਂ ਬਾਅਦ ਹੈ ਤੀਸਰਾ ਪ੍ਰਸ਼ਨ, ਭਾਸ਼ਾ ਗ੍ਰਹਿਣ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਠੀਕ ਹੈ। ਠੀਕ ਹੈ, ਭਾਸ਼ਾ ਗ੍ਰਹਿਣ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਠੀਕ ਹੈ। ਵੀ ਜਦੋਂ ਆਪਾਂ ਭਾਸ਼ਾ ਨੂੰ ਅਚੀਵ ਕਰਨਾ ਹੈ, ਠੀਕ ਹੈ, ਲੈਂਗੁਏਜ ਅਚੀਵਮੈਂਟ ਦੀ ਗੱਲ ਹੋ ਰਹੀ ਆ ਗ੍ਰਹਿਣ ਦੀ। ਬੱਚਿਆਂ ਕੋਲ ਭਾਸ਼ਾ ਗ੍ਰਹਿਣ ਕਰਨ ਲਈ ਅੰਦਰੂਨੀ ਸਮਰੱਥਾ ਨਹੀਂ ਹੁੰਦੀ। ਠੀਕ ਹੈ ਜੀ, ਇਹ ਕਹਿੰਦੀ ਬੱਚਿਆਂ ਕੋਲ ਵੀ ਭਾਸ਼ਾ ਗ੍ਰਹਿਣ ਕਰਨ ਦੀ ਅੰਦਰੂਨੀ ਸਮਰੱਥਾ ਨਹੀਂ ਹੁੰਦੀ। ਇਹ ਪਹਿਲਾ ਆਪਸ਼ਨ ਹੈ। ਦੂਜਾ ਆਪਸ਼ਨ ਹੈ, ਬੱਚੇ ਉਸ ਸਮੇਂ ਭਾਸ਼ਾ ਸਿੱਖਦੇ ਹਨ ਜਦੋਂ ਸਕੂਲ ਵਿੱਚ ਆਉਂਦੇ ਹਨ। ਹਰੇਕ ਬੱਚੇ ਅੰਦਰ ਭਾਸ਼ਾ ਗ੍ਰਹਿਣ ਕਰਨ ਦੀ ਸਮਰੱਥਾ ਹੁੰਦੀ ਹੈ। ਤੇ ਡੀ ਆਪਸ਼ਨ ਹੈ, ਬੱਚੇ ਵੱਖੋ ਵੱਖਰੇ ਸਾਧਨਾਂ ਰਾਹੀਂ ਭਾਸ਼ਾ ਸਿੱਖਦੇ ਹਨ। ਠੀਕ ਹੈ ਜੀ, ਇੱਥੇ ਆਪਾਂ ਤੀਸਰਾ ਕੁਐਸਚਨ ਕਰ ਰਹੇ ਹਾਂ। ਦੇਖੋ, ਇਹ ਪਹਿਲਾ ਕੁਐਸਚਨ ਤਾਂ ਬਿਲਕੁਲ ਨਹੀਂ, ਵੀ ਇਹ ਥੋੜ੍ਹਾ ਹੋ ਸਕਦਾ ਵੀ ਬੱਚੇ ਅੰਦਰ ਭਾਸ਼ਾ ਗ੍ਰਹਿਣ ਕਰਨ ਦੀ ਵੀ ਸਮਰੱਥਾ ਹੁੰਦੀ ਨਹੀਂ। ਇਹ ਤਾਂ ਬਿਲਕੁਲ ਗਲਤ ਹੈ। ਤਾਂ ਪਹਿਲੀ ਗੱਲ ਇਹਦੇ ਵਿੱਚ ਬੀ ਆਪਸ਼ਨ, ਠੀਕ ਹੈ ਜੀ, ਬੱਚੇ ਉਸ ਸਮੇਂ ਭਾਸ਼ਾ ਸਿੱਖਦੇ ਨੇ ਕਹਿੰਦੇ ਜਦੋਂ ਸਕੂਲ ਵਿੱਚ ਆਉਂਦੇ ਨੇ। ਇਹਦਾ ਮਤਲਬ ਤਾਂ ਇਹ ਹੋਊਗਾ ਵੀ ਬੱਚੇ ਪਰਿਵਾਰ ਤੋਂ ਫਿਰ ਕੁਛ ਸਿੱਖਦੇ ਨਹੀਂ ਹੈਗੇ। ਦੇਖੋ, ਐਗਜ਼ਾਮ ਦੇ ਵਿੱਚ ਇਹ ਹੁੰਦਾ, ਆਪਸ਼ਨਾਂ ਦੇ ਵਿੱਚ ਦੋ ਆਪਸ਼ਨ ਤਾਂ ਬਿਲਕੁਲ ਕਲੀਅਰ ਕੱਟ ਹੋ ਜਾਂਦੇ ਨੇ। ਆਪਸ਼ਨਾਂ ਹਮੇਸ਼ਾ ਦੋ ਰਹਿ ਜਾਂਦੀਆਂ ਨੇ। ਕਈ ਵਾਰੀ ਕੀ ਹੁੰਦਾ, ਇੱਕ ਐਗਜ਼ਾਮੀਨਰ ਇੰਨੇ ਸੌਖੇ ਆਪਸ਼ਨ ਪਾ ਦਿੰਦਾ ਵੀ ਆਪਾਂ ਨੂੰ ਕਲੀਅਰ ਕੱਟ ਆਨਸਰ ਮਿਲ ਹੀ ਜਾਂਦਾ। ਹੁਣ ਦੇਖੋ, ਇਹਦੇ ਵਿੱਚ ਸਿੰਪਲ ਹੀ ਆਊਗਾ, ਤਾਂ ਸੀ ਆਨਸਰ ਆਊਗਾ ਰਾਜੇ, ਵੀ ਹਰੇਕ ਬੱਚੇ ਅੰਦਰ ਭਾਸ਼ਾ ਗ੍ਰਹਿਣ ਕਰਨ ਦੀ ਸਮਰੱਥਾ ਹੁੰਦੀ ਹੈ। ਠੀਕ ਹੈ ਜੀ, ਇਹ ਗੱਲ ਕਰਦਾ ਸੀ ਚਮਸਕੀ। ਠੀਕ ਹੈ, ਜਿਹਨੇ ਚਮਸਕੀ ਨੂੰ ਚੰਗੀ ਤਰ੍ਹਾਂ ਪੜ੍ਹਿਆ ਉਹ ਇਹਦਾ ਆਨਸਰ ਲਗਾ ਸਕਦਾ, ਕਿਉਂਕਿ ਚਮਸਕੀ ਨੇ ਸਾਰਾ ਜ਼ੋਰ ਲੈਂਗੁਏਜ ਦੇ ਉੱਪਰ ਦਿੱਤਾ। ਉਹ ਹਮੇਸ਼ਾ ਇਹ ਕਹਿੰਦਾ ਸੀ ਵੀ ਹਰੇਕ ਬੱਚੇ ਦੇ ਅੰਦਰ ਭਾਸ਼ਾ ਸਿੱਖਣ ਦੀ ਸਮਰੱਥਾ ਹੁੰਦੀ ਹੈ। ਠੀਕ ਹੈ ਜੀ, ਅਗਲਾ ਗਾ ਹੇਠ ਲਿਖਿਆਂ ਵਿੱਚੋਂ ਚੌਥਾ ਕੁਐਸਚਨ ਆਪਣਾ, ਕਿਹੜਾ ਭਾਸ਼ਾ ਦੀ ਸਿਖਲਾਈ ਲਈ ਬਹੁਤ ਮਹੱਤਵਪੂਰਨ ਹੈ। ਠੀਕ ਹੈ ਜੀ, ਭਾਸ਼ਾ ਸਿੱਖਣੀ ਹੈ ਤੁਸੀਂ, ਉਹਦੇ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਇੰਪੋਰਟੈਂਸ, ਠੀਕ ਹੈ, ਇੰਪੋਰਟੈਂਟ ਆਪਾਂ ਕਹਿ ਸਕਦੇ ਵੀ ਕਿਹੜੀ ਇੰਪੋਰਟੈਂਸ ਆਪਾਂ ਕਿਸ ਚੀਜ਼ ਨੂੰ ਦੇਵਾਂਗੇ, ਕਿਹੜੀ ਚੀਜ਼ ਇੰਪੋਰਟੈਂਟ ਆਪਣੇ ਵਾਸਤੇ। ਪਹਿਲਾ ਗਾ ਅਧਿਐਨ ਅਧਿਆਪਨ ਸਮੱਗਰੀ, TLM ਦੀ ਵਰਤੋਂ ਕਰਨੀ, ਮਤਲਬ ਕਿ ਟੀਚਰ ਲਰਨਿੰਗ ਮਟੀਰੀਅਲ ਆਪਾਂ ਇਹਨੂੰ ਕਹਿ ਸਕਦੇ ਹਾਂ। ਠੀਕ ਹੈ ਜੀ, ਇਹ ਕਹਿ ਸਕਦੇ ਹਾਂ। ਇਸ ਤੋਂ ਬਾਅਦ ਸਮਾਜਿਕ ਆਦਾਨ ਪ੍ਰਦਾਨ ਕਰਨਾ, ਤੇ ਤੀਸਰਾ ਗਾ ਕਿਤਾਬਾਂ ਪੜ੍ਹਨਾ, ਚੌਥਾ ਫਿਲਮਾਂ ਤੇ ਨਾਟਕ ਵੇਖਣੇ। ਚੌਥਾ ਕੁਐਸਚਨ ਆਪਣਾ, ਹਾਂਜੀ, ਤਾਂ ਰਾਈਟ ਆਨਸਰ ਆਪਾਂ ਕੀ ਲਗਾਵਾਂਗੇ, ਜਦੋਂ ਆਪਾਂ ਭਾਸ਼ਾ ਦੀ ਸਿਖਲਾਈ ਦੇਣੀ ਹੈ। ਠੀਕ ਹੈ ਜੀ, ਭਾਸ਼ਾ ਦੀ ਸਿਖਲਾਈ ਦੇਣੀ ਹੈ, ਤਾਂ ਇਹਦਾ ਰਾਈਟ ਆਨਸਰ ਹੋਊਗਾ ਰਾਜੇ ਬੀ, ਸਮਾਜਿਕ ਆਦਾਨ ਪ੍ਰਦਾਨ। ਸਮਾਜਿਕ ਆਦਾਨ ਪ੍ਰਦਾਨ ਦਾ ਮਤਲਬ ਹੈ ਜਦੋਂ ਆਪਾਂ ਕਿਸੇ ਨਾਲ ਆਪਣੀ ਵਿਚਾਰ ਵਟਾਂਦਰਾ ਕਰਦੇ ਹਾਂ, ਹੈ ਨਾ, ਜਦੋਂ ਆਪਾਂ ਆਪਣੇ ਵਿਚਾਰ ਕਿਸੇ ਨੂੰ ਦੱਸਦੇ ਹਾਂ, ਕੋਈ ਹੋਰ ਵਿਅਕਤੀ ਆਪਾਂ ਨੂੰ ਆਪਣੇ ਵਿਚਾਰ ਦੱਸਦਾ, ਤਾਂ ਉਹਦੇ ਨਾਲ ਕੀ ਹੁੰਦਾ, ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੋ ਰਿਹਾ। ਸਮਾਜਿਕ ਆਦਾਨ ਪ੍ਰਦਾਨ ਉਹੀ ਹੋ ਗਿਆ ਨਾ। ਠੀਕ ਹੈ, ਉਹਦੇ ਨਾਲ ਆਪਾਂ ਜ਼ਿਆਦਾ ਭਾਸ਼ਾ ਸਿੱਖਦੇ ਹਾਂ। ਜਦੋਂ ਹੁਣ ਵਿਅਕਤੀ ਇੱਕ ਦੂਜੇ ਨਾਲ ਗੱਲਬਾਤ ਕਰਨਗੇ, ਠੀਕ ਹੈ, ਲੈਂਗੁਏਜ ਆਪਸ ਦੇ ਵਿੱਚ ਸੁਧਰੇਗੀ ਹੀ ਉਹਨਾਂ ਦੀ। ਠੀਕ ਹੈ ਜੀ, ਤਾਂ ਹੀ ਆਪਾਂ ਨੂੰ ਸਿਖਲਾਈ ਮਿਲੇਗੀ। ਤਾਂ ਸਭ ਤੋਂ ਬਿਹਤਰ ਇਹ ਆ ਸਮਾਜਿਕ ਆਦਾਨ ਪ੍ਰਦਾਨ। ਠੀਕ ਹੈ ਜੀ, ਇਸ ਤੋਂ ਬਾਅਦ ਇੱਕ ਅਧਿਆਏ ਵਿੱਚ ਤਸਵੀਰ ਜਾਂ ਚਿੱਤਰ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ, ਠੀਕ ਹੈ ਜੀ, ਆਪਾਂ ਜਦੋਂ ਕੋਈ ਵੀ ਲੈਸਨ ਪੜ੍ਹਾ ਰਹੇ ਹੁੰਦੇ ਆ ਤਾਂ ਉਹਦੇ ਵਿੱਚ ਇੱਕ ਚਿੱਤਰ ਛਪਿਆ ਹੁੰਦਾ ਜਾਂ ਕੋਈ ਆਪਾਂ ਕਹਿ ਸਕਦੇ ਤਸਵੀਰ ਛਪੀ ਹੁੰਦੀ ਆ, ਉਹਦਾ ਰੀਜ਼ਨ ਕੀ ਹੁੰਦਾ, ਇਹ ਕੁਐਸਚਨ ਹੈ ਇਹਦੇ ਵਿੱਚ ਪਹਿਲਾਂ ਵੀ ਪਾਠ ਪੁਸਤਕ ਤੇ ਅਧਿਆਪਕ ਅਧਿਆਏ ਵਿੱਚ ਚਿੱਤਰ ਦੇਣੇ ਇੱਕ ਪ੍ਰਵਿਰਤੀ ਆ। ਇਹ ਕਹਿੰਦੇ ਇਹਦੀ ਵਿਸ਼ੇਸ਼ਤਾ ਹੁੰਦੀ ਆ ਪਾਠ ਪੁਸਤਕ ਵਿੱਚ ਇਹ ਆਪਾਂ ਨੂੰ ਚਿੱਤਰ ਦੇਣੇ, ਪਹਿਲਾ ਆਪਸ਼ਨ ਹੈ ਇਹ। ਇਸ ਤੋਂ ਬਾਅਦ ਹੈ ਕਹਿੰਦੀ ਇਸ ਨਾਲ ਪਾਠ ਪੁਸਤਕ ਆਕਰਸ਼ਕ ਲੱਗਦੀ ਹੈ, ਵੀ ਸੋਹਣੀ ਲੱਗ ਰਹੀ ਹੈ, ਵੀ ਇਹਦੇ ਤਸਵੀਰ ਲੱਗੀ ਹੋਈ ਹੈ। ਤੀਸਰੀ ਆਪਸ਼ਨ ਹੈ ਇਸ ਨਾਲ ਕਲਪਿਤ ਸੰਕਲਪਾਂ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ। ਕਲਪਿਤ ਇੱਥੇ ਕਲਪਿਤ ਤੁਹਾਨੂੰ ਪਤਾ ਹੈ, ਇਮੈਜੀਨੇਸ਼ਨ ਕਰਨੀ ਹੈ ਨਾ ਕਿਸੇ ਚੀਜ਼ ਦੀ, ਕਾਲਪਨਿਕ ਗੱਲਾਂ। ਅਧਿਆਏ ਲਿਖਣਾ ਮੁਸ਼ਕਿਲ ਹੈ ਜਦ ਕਿ ਚਿੱਤਰ ਬਣਾਉਣੇ ਆਸਾਨ ਹੁੰਦੇ ਨੇ। ਹਾਂਜੀ, ਇਹਦੇ ਵਿੱਚ ਆਪਾਂ ਆਪਸ਼ਨ ਚੁਣਨੇ ਆ, ਤਾਂ ਇਹਦੇ ਵਿੱਚ ਆਪਾਂ ਰਾਈਟ ਆਨਸਰ ਲਗਾਵਾਂਗੇ ਰਾਜੇ ਸੀ। ਠੀਕ ਹੈ ਜੀ, ਇਸ ਨਾਲ ਕਲਪਿਤ ਸੰਕਲਪਾਂ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ। ਇੱਕ ਅਧਿਆਏ ਵਿੱਚ ਤਸਵੀਰ ਜਾਂ ਚਿੱਤਰ, ਜਦੋਂ ਕਿਸੇ ਉਹਦੇ ਵਿੱਚ ਤਸਵੀਰ ਛਪਦੀ ਹੈ ਨਾ, ਤਾਂ ਆਪਾਂ ਉਹਦੇ ਵਿੱਚ ਕੀ ਆਪਾਂ ਇਮੈਜਨ ਕਰਦੇ ਹਾਂ ਵੀ ਹਾਂ ਇਹ ਚੀਜ਼ ਐਵੇਂ ਹੋਊਗੀ, ਕਿਉਂਕਿ ਰਿਐਲਿਟੀ ਦੇ ਵਿੱਚ ਤਾਂ ਕੋਈ ਚੀਜ਼ ਆਪਾਂ ਨੂੰ ਰਿਐਲਿਟੀ ਹੁਣ ਇਹ ਲਗਾ ਲਓ ਵੀ ਕੋਈ ਪੁਰਾਣੀਆਂ ਚੀਜ਼ਾਂ ਸੀਗੀਆਂ, ਆਪਾਂ ਹਰ ਇੱਕ ਪੁਰਾਣੀ ਚੀਜ਼ ਨੂੰ ਦੇਖਿਆ ਤਾਂ ਨਹੀਂ ਹੈਗਾ ਜਾ ਕੇ, ਉਹ ਉੱਤੇ ਤਸਵੀਰ ਲਗਾ ਦਿੰਦੇ ਨੇ, ਆਪਾਂ ਫਿਰ ਇਮੈਜਨ ਕਰਦੇ ਵੀ ਹਾਂ ਐਵੇਂ ਦੀ ਹੋਊਗਾ। ਠੀਕ ਹੈ, ਜਿਵੇਂ ਆਪਾਂ ਕਿਸੇ ਬੱਚੇ ਨੂੰ ਆਦਿ ਮਾਨਵ ਬਾਰੇ ਪੜ੍ਹਾ ਰਹੇ ਹਾਂ,
ठीक है जी, आदि मानव बारे पढ़ा रहा राजे। ਤਾਂ ਆਦਿ ਮਾਨਵ ਇਹ ਤਾਂ ਹੈ ਨਹੀਂ ਗਾ ਆਪਣੇ ਸਾਹਮਣੇ ਹੈਗਾ ਪ੍ਰਗਟ ਹੋਇਆ ਜਾਂ ਕਿਵੇਂ, ਉਹ 'ਚ ਤਸਵੀਰ ਲੱਗੀ ਹੁੰਦੀ ਵੀ ਆਦਿ ਮਾਨਵ ਐਵੇਂ ਦੇ ਹੁੰਦੇ ਸੀ, ਐਵੇਂ ਉਹ ਹਥਿਆਰ ਬਣਾਉਂਦੇ ਸੀ, ਹੈ ਨਾ, ਇਹ ਚੀਜ਼ ਹੈ। ਇਸ ਤੋਂ ਬਾਅਦ ਆਪਸ਼ਨ ਇਹ ਸੀ ਦਾ ਆਨਸਰ ਸਹੀ ਹੋਊਗਾ ਪੰਜਵੇਂ ਦਾ। ਇਸ ਤੋਂ ਬਾਅਦ ਕੁਐਸਚਨ ਆਪਣਾ 6ਵਾਂ, ਵਿਦਿਆਰਥੀਆਂ ਨੂੰ ਚੰਗਾ ਲੇਖਕ ਬਣਾਉਣ ਲਈ ਅਧਿਆਪਕ ਨੂੰ ਲਿਖਤ ਦੇ ਕਿਹੜੇ ਵਧੇਰੇ ਮਹੱਤਵਪੂਰਨ ਪੱਖ ਉੱਪਰ ਧਿਆਨ ਦੇਣਾ ਚਾਹੁੰਦਾ। ਠੀਕ ਹੈ ਜੀ, ਇੱਕ ਚੰਗਾ ਲੇਖਕ ਬਣਾਉਣਾ ਇੱਕ ਅਧਿਆਪਕ ਨੇ ਇੱਕ ਬੱਚੇ ਨੂੰ, ਤਾਂ ਉਹ ਕਿਹੜੀ ਚੀਜ਼ ਦੇ ਉੱਪਰ ਜ਼ਿਆਦਾ ਜ਼ੋਰ ਦੇਊਗਾ। ਠੀਕ ਹੈ ਜੀ, ਲਿਖਤ ਜਦੋਂ ਬੱਚਾ ਲਿਖ ਰਿਹਾ, ਇਹਦੇ ਵਿੱਚ ਆਪਸ਼ਨ ਨੇ ਲਿਖਾਵਟ ਉੱਪਰ, ਵਿਆਕਰਨ ਉੱਪਰ, ਅਭਿਵਿਅਕਤੀ ਉੱਪਰ ਜਾਂ ਸ਼ਬਦਾਂ ਦੀ ਸੀਮਾ ਦੇ ਉੱਪਰ। ਸੀਮਾ ਮਤਲਬ ਹੋਗਾ ਵੀ ਲਿਮਿਟ ਦੇ ਵਿੱਚ ਕੁਝ ਵੀ ਲਿਖੇ ਹੋ, ਤਾਂ ਇਹਦਾ ਰਾਈਟ ਆਨਸਰ ਹੋਊਗਾ ਸੀ, ਅਭਿਵਿਅਕਤੀ। ਅਭਿਵਿਅਕਤੀ ਮੈਂ ਤੁਹਾਨੂੰ ਲਿਖਿਆ ਸੀ, ਅਭਿਵਿਅਕਤੀ ਦਾ ਮਤਲਬ ਹੁੰਦਾ ਪੇਸ਼ ਕਰਨਾ, ਪੇਸ਼ ਕਰਨਾ। ਜਦੋਂ ਉਸਨੂੰ ਸ਼ਬਦਾਂ ਨੂੰ ਪੇਸ਼ ਕਰਨਾ ਆ ਗਿਆ ਵੀ ਮੈਂ ਕਿਹੜੀ ਚੀਜ਼ ਕਿਸ ਤਰੀਕੇ ਨਾਲ ਲੋਕਾਂ ਸਾਹਮਣੇ ਪੇਸ਼ ਕਰਨੀ ਆ, ਤਾਂ ਇੱਕ ਚੰਗਾ ਰਾਈਟਰ ਬਣ ਜਾਂਦਾ। ਠੀਕ ਹੈ ਜੀ, ਚਲੋ ਬਾਕੀ ਆਪਾਂ ਲਿਖਾਵਟ, ਠੀਕ ਹੈ, ਲਿਖਾਵਟ ਤਾਂ ਚਲੋ ਅੱਜ ਕੱਲ੍ਹ ਪ੍ਰਿੰਟਿੰਗ ਦਾ ਜ਼ਮਾਨਾ, ਠੀਕ ਹੈ, ਇਹ ਜ਼ਰੂਰੀ ਨਹੀਂ ਵੀ ਲਿਖਾਈ ਨਾਲ ਹੀ ਬੱਚੇ ਦਾ ਟੈਲੈਂਟ ਆਪਾਂ ਪਹਿਚਾਣ ਸਕਦੇ ਹਾਂ। ਵਿਆਕਰਨ ਵੀ ਨਹੀਂ ਜ਼ਰੂਰੀ ਹੈ, ਠੀਕ ਹੈ, ਵਿਆਕਰਨ ਦੀਆਂ ਗਲਤੀਆਂ ਚਲੋ ਆਪਾਂ ਮੰਨਦੇ ਵਿਆਕਰਨ ਜ਼ਰੂਰੀ ਹੈ, ਪਰ ਸਭ ਤੋਂ ਜ਼ਿਆਦਾ ਜ਼ਰੂਰੀ ਮੇਨ ਗੱਲ ਹੈ ਜਿਹੜੀ ਉਹ ਪੇਸ਼ ਕਰਨ ਦਾ ਤਰੀਕਾ ਹੋਣਾ ਚਾਹੀਦਾ, ਵੀ ਅਭਿਵਿਅਕਤ ਕਿਸ ਤਰ੍ਹਾਂ ਕਰ ਰਿਹਾ ਆਪਣੇ ਵਿਚਾਰ ਉਹ। ਠੀਕ ਹੈ ਜੀ, ਵਿਆਕਰਨ ਦਾ ਦੇਖੋ ਜੀ, ਇੱਕ ਲੇਖਕ ਆ ਉਹ ਪੜ੍ਹ ਰਿਹਾ ਸਕੂਲ ਦੇ ਵਿੱਚ ਵਿਆਕਰਨ ਦੀ, ਤਾਂ ਉਸਨੂੰ ਨੌਲੇਜ ਹੋ ਹੀ ਜਾਣੀ ਹੈ। ਠੀਕ ਹੈ ਜੀ, ਇਹ ਚੀਜ਼ ਹੈ। ਲੇਖਕ ਬਣਾਉਣ ਲਈ ਤਾਂ ਉੱਥੇ ਇੱਕ ਤੁਸੀਂ ਉਹ ਸਮਝਣਾ ਹੈ, ਇੱਥੇ ਆਪਾਂ ਚਲੋ ਆਪਾਂ ਜੇ ਇਕੱਲਾ ਉਹਨੇ ਲਿਖਿਆ ਹੁੰਦਾ ਵੀ ਲਿਖਤ ਵਿੱਚ ਸੁਧਾਰ ਕਰਨਾ ਤਾਂ ਤੁਸੀਂ ਵਿਆਕਰਨ ਚੁਣ ਸਕਦੇ ਸੀ, ਬਟ ਉਹਨੇ ਇੱਥੇ ਕਿਹਾ ਲੇਖਕ ਬਣਾਉਣ ਦੀ। ਤਾਂ ਲੇਖਕ ਹਮੇਸ਼ਾ ਚੀਜ਼ਾਂ ਨੂੰ ਵਿਅਕਤ ਕਰਦਾ, ਪੇਸ਼ ਕਰਦਾ ਗਾ ਲੋਕਾਂ ਸਾਹਮਣੇ ਵੀ ਇਹਨੂੰ ਸਮਝਣ। ਹਾਂਜੀ, ਵੈਰੀ ਇੰਪੋਰਟੈਂਟ ਕੁਐਸਚਨ ਅੱਗੇ, ਡਿਸਲੈਕਸੀਆ ਕਿਸ ਨਾਲ ਸੰਬੰਧਿਤ ਆ। ਚੰਗੀ ਤਰ੍ਹਾਂ ਤੁਹਾਨੂੰ ਇਹ ਸਮਝਾਏ ਹੋਇਆ, ਚੰਗੀ ਤਰ੍ਹਾਂ ਕਰਵਾਏ ਹੋਇਆ ਸਟੂਡੈਂਟ। ਡਿਸਲੈਕਸੀਆ ਕਿਸ ਚੀਜ਼ ਨਾਲ ਸੰਬੰਧਿਤ ਹੁੰਦਾ, ਦੇਖੋ ਇੱਥੇ ਆਪਸ਼ਨ ਨੇ ਮੈਂਟਲ ਡਿਸਆਰਡਰ ਹੈ ਇਹ, ਠੀਕ ਹੈ, ਪਹਿਲੀ ਆਪਸ਼ਨ। ਦੂਸਰਾ ਹੈਗਾ ਬਿਹੇਵੀਅਰ ਡਿਸਆਰਡਰ ਹੈ, ਠੀਕ ਹੈ ਜੀ, ਬਿਹੇਵੀਅਰ ਨਾਲ ਸੰਬੰਧਿਤ ਤੁਹਾਡੇ ਸੁਭਾਅ ਨਾਲ। ਮੈਥੇਮੈਟੀਕਲ ਡਿਸਆਰਡਰ ਹੈ, ਰੀਡਿੰਗ ਡਿਸਆਰਡਰ ਹੈ। ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖੋ ਇੱਥੇ ਇੰਗਲਿਸ਼ ਦੇ ਵਿੱਚ ਡਿਸਆਰਡਰ ਲਿਖੇ ਪਏ ਨੇ ਹੈ ਨਾ ਜੀ, ਕਈ ਵਾਰੀ ਤੱਕ ਲਿਖੇ ਹੁੰਦਾ ਜਿਵੇਂ ਇੱਥੇ ਡਿਸਲੈਕਸੀਆ, ਇੱਥੇ ਜਿਵੇਂ ਪੰਜਾਬੀ ਦੇ ਵਿੱਚ ਪੜ੍ਹਨ ਸੰਬੰਧੀ, ਸੁਣਨ ਸੰਬੰਧੀ ਐਂ ਲਿਖ ਸਕਦਾ ਸੀ, ਪਰ ਤੁਹਾਨੂੰ ਐਗਜ਼ਾਮ ਦੇ ਵਿੱਚ ਇਸ ਤਰ੍ਹਾਂ ਹੀ ਪੁੱਛਿਆ ਕਿਉਂਕਿ ਇਹ ਸੀਟੈਟ ਦੇ ਵਿੱਚ ਚੱਕੇ ਹੋਏ ਕੁਐਸਚਨ ਨੇ, ਸੀਟੈਟ ਦੇ ਵਿੱਚ ਆਏ ਹੋਏ ਕੁਐਸਚਨ ਇਹ। ਠੀਕ ਹੈ, ਪੀਐਸ ਟੈਟ ਦੇ ਵਿੱਚ ਵੀ ਹੋ ਸਕਦਾ ਇਸ ਤਰੀ ਪਾ ਦੇ ਦੇਣ, ਹੁਣ ਪੀਐਸ ਟੈਟ ਦੇ ਵਿੱਚ ਵੀ ਕੁਝ ਕੁਐਸਚਨ ਹੈਗੇ ਨੇ, ਬਟ ਇਹ ਜ਼ਿਆਦਾਤਰ ਸੀਟੈਟ ਦੇ ਵਿੱਚ ਲੈਣ ਵੀ ਤੁਸੀਂ ਸਮਝ ਸਕੋ ਵੀ ਸੀਟੈਟ ਦੇ ਵਿੱਚ ਕੁਐਸਚਨ ਕਿਵੇਂ ਪੁੱਛੇ ਜਾਂਦੇ ਆ। ਬਿਲਕੁਲ ਸਿੰਪਲ ਹੁੰਦੇ ਆ, ਬਸ ਉਹਨਾਂ ਦੀ ਭਾਸ਼ਾ ਨੂੰ ਪਕੜਨਾ ਹੁੰਦਾ ਵੀ ਪੁੱਛਣਾ ਕੀ ਚਾਹੁੰਦੇ ਆ ਮੇਨ। ਤਾਂ ਮੈਂ ਤੁਹਾਨੂੰ ਚੰਗੀ ਤਰ੍ਹਾਂ ਕਰਾਇਆ ਸੀ, ਰੀਡਿੰਗ ਡਿਸਆਰਡਰ ਹੈ ਇਹ, ਕਿਉਂਕਿ ਆਰ ਨਾਲ ਰੀਡਿੰਗ ਹੁੰਦਾ ਤੇ ਆਰ ਨਾਲ ਇਹ ਤੁਹਾਨੂੰ ਰਿਲੈਕਸ ਲਿਖਿਆ ਸੀ ਸ਼ਬਦ ਮੈਨੇ, ਰਿਲੈਕਸ। ਠੀਕ ਹੈ ਜੀ, ਰਿਲੈਕਸ, ਡਿਸਲੈਕਸੀਆ, ਰਿਲੈਕਸ ਇਸ ਤਰ੍ਹਾਂ ਜੋੜਿਆ ਸੀਗਾ, ਜੇ ਬੱਚਿਆਂ ਦੀ ਯਾਦ ਹੋਵੇ ਤਾਂ ਇਹਦਾ ਰਾਈਟ ਆਨਸਰ ਰੀਡਿੰਗ ਡਿਸਆਰਡਰ, ਡਿਸਲੈਕਸੀਆ। ਠੀਕ ਹੈ ਜੀ, 8ਵਾਂ ਕੁਐਸਚਨ ਹੈ, ਹੇਠ ਲਿਖਿਆ ਵਿੱਚੋਂ ਕਿਹੜਾ ਇੱਕ ਪਾਠ ਪੁਸਤਕ ਪੜ੍ਹਨ ਸਮੇਂ ਵਧੇਰੇ ਮਹੱਤਵਪੂਰਨ ਹੈ। ਜਦੋਂ ਤੁਸੀਂ ਇੱਕ ਪੁਸਤਕ ਪੜ੍ਹ ਰਹੇ ਹੋ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਕੀ ਹੁੰਦੀ ਹੈ। ਇਹਦੇ ਵਿੱਚ ਆਪਸ਼ਨ ਹੈ ਵੀ ਸ਼ੁੱਧ ਉਚਾਰਨ ਨਾਲ ਪੜ੍ਹਨਾ, ਦੂਸਰੀ ਆਪਸ਼ਨ ਆ ਸਾਰੇ ਵਿਸ਼ਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਕਰਨੀ, ਤੇ ਸੀ ਆਪਸ਼ਨ ਆ ਪਾਠ ਪੁਸਤਕ ਦੇ ਅਰਥ ਸਮਝਣਾ, ਤੇ ਡੀ ਹੈ ਤੇਜ਼ ਪੜ੍ਹਨਾ। ਤੇਜ਼ ਪੜ੍ਹਨਾ ਗਲਤ ਹੋ ਗਿਆ, ਸ਼ੁੱਧ ਉਚਾਰਨ ਨਾਲ ਪੜ੍ਹਨਾ। ਠੀਕ ਹੈ ਜੀ, 8ਵਾਂ ਕੁਐਸਚਨ ਹੈ ਇਹ ਵੀ ਨਹੀਂ। ਠੀਕ ਹੈ ਜੀ, ਸਾਰੇ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ, ਇਹ ਤਾਂ ਬਿਲਕੁਲ ਹੀ ਨਹੀਂ ਮੰਨ ਸਕਦੇ ਆਪਾਂ। ਠੀਕ ਹੈ ਜੀ, ਤਾਂ ਪਾਠ ਪੁਸਤਕ ਪੜ੍ਹਨ ਸਮੇਂ ਤਾਂ ਪਾਠ ਪੁਸਤਕ ਦਾ ਆਪਾਂ ਨੂੰ ਹਮੇਸ਼ਾ ਕੀ ਹੈ, ਜਦੋਂ ਪੜ੍ਹ ਰਿਹਾ ਤਾਂ ਆਪਾਂ ਨੂੰ ਉਹਦਾ ਪਾਠ ਦੇ ਅਰਥ ਸਮਝਣੇ ਚਾਹੀਦੇ ਨੇ, ਮੇਨ ਗੱਲ। ਠੀਕ ਹੈ ਜੀ, ਜਦੋਂ ਆਪਾਂ ਕੋਈ ਵੀ ਪਾਠ ਪੁਸਤਕ ਪੜ੍ਹਦੇ ਹਾਂ ਤਾਂ ਉਹਦਾ ਆਪਾਂ ਨੂੰ ਅਰਥ ਗ੍ਰਹਿਣ ਕਰਨੇ ਪੈਂਦਾ ਵੀ ਇਹਦੇ ਅਰਥ ਕੀ ਨੇ, ਕੀ ਉਹਦਾ ਸਮਝਾਉਣਾ ਕੀ ਚਾਹੁੰਦਾ ਹੈ ਨਾ, ਉਹਦੇ ਵਿੱਚ ਉਹ ਚੀਜ਼ ਹੈ। ਇਸ ਤੋਂ ਬਾਅਦ 9ਵਾਂ ਕੁਐਸਚਨ, ਦੂਜੀ ਜਮਾਤ ਦੀ ਅਧਿਆਪਿਕਾ ਭਾਸ਼ਾ ਵਿਦਿਆਰਥੀਆਂ ਦੀ ਸ਼ਬਦਾਵਲੀ ਦੇ ਵਿਕਾਸ ਲਈ ਬਿਹਤਰੀਨ ਯੋਜਨਾ ਹੈ। ਠੀਕ ਹੈ ਜੀ, ਦੂਜੀ ਜਮਾਤ ਦੀ ਅਧਿਆਪਕ ਭਾਸ਼ਾ ਵਿਦਿਆਰਥੀਆਂ ਦੀ ਸ਼ਬਦਾਵਲੀ ਦੇ ਵਿਕਾਸ ਲਈ ਬਿਹਤਰੀਨ ਯੋਜਨਾ ਹੈ। ਜਦੋਂ ਤੁਸੀਂ ਦੂਸਰੀ ਜਮਾਤ ਵਾਸਤੇ ਨਾ ਭਾਸ਼ਾ ਵਾਸਤੇ ਕੁਝ ਕਰ ਰਹੇ ਹੋ, ਠੀਕ ਹੈ, ਭਾਸ਼ਾ ਦੀ ਸਿਖਲਾਈ ਵਾਸਤੇ ਕੁਝ ਕਰ ਰਹੇ ਹੋ, ਤਾਂ ਸਭ ਤੋਂ ਵਧੀਆ ਤਰੀਕਾ ਕੀ ਹੋਊਗਾ। ਠੀਕ ਹੈ, ਸਿੰਪਲ ਭਾਸ਼ਾ ਦੇ ਵਿੱਚ ਸਮਝਾਉਂਦੇ ਹਾਂ, ਵੈਸੇ ਥੋੜ੍ਹਾ ਜਿਹਾ ਸਮਝਣ ਦੇ ਵਿੱਚੋਂ ਦਿੱਕਤ ਆਊਗੀ ਤੁਹਾਨੂੰ, ਕੁਐਸਚਨ ਵੀ ਕਿਵੇਂ ਜਿਹਾ ਵੀ ਦੂਜੀ ਜਮਾਤ ਦੀ, ਠੀਕ ਹੈ, ਅਧਿਆਪਿਕਾ ਭਾਸ਼ਾ ਵਿਦਿਆਰਥੀ ਸ਼ਬਦਾਵਲੀ ਦੀ, ਉਹਨਾਂ ਦੇ ਵਿਕਾਸ ਸ਼ਬਦਾਵਲੀ ਨੂੰ ਸੁਧਾਰਨ ਵਾਸਤੇ, ਠੀਕ ਹੈ ਜੀ, ਕੀ ਕਰੂਗੀ ਇੱਕ ਦੂਜੀ ਜਮਾਤ ਦੀ ਅਧਿਆਪਿਕਾ। ਤਾਂ 9ਵਾਂ ਕੁਐਸਚਨ ਹੈ ਆਪਣਾ,
ਇਹਦੇ ਵਿੱਚ ਦਿੱਤੇ ਆਪਸ਼ਨ ਨੇ, ਇੱਕ ਨਵੇਂ ਅਧਿਆਏ ਪੜ੍ਹਨ ਤੋਂ ਪਹਿਲਾਂ ਵਿਦਿਆਰਥੀ ਸਾਰੇ ਨਵੇਂ ਸ਼ਬਦ ਯਾਦ ਕਰਨ, ਉਹ ਇਹ ਕਹੂਗੀ ਉਹਨਾਂ ਨੂੰ। ਦਿੱਤੇ ਗਏ ਸੰਦਰਭ ਵਿੱਚ ਵਿਦਿਆਰਥੀਆਂ ਦੇ ਨਵੇਂ ਸ਼ਬਦਾਂ ਦੇ ਅਰਥਾਂ ਦਾ ਅਨੁਮਾਨ ਲਾਉਣ, ਤੇ ਵਿਦਿਆਰਥੀਆਂ ਹਰ ਨਵੇਂ ਤੇ ਮੁਸ਼ਕਿਲ ਸ਼ਬਦ ਲਈ ਸ਼ਬਦਕੋਸ਼ ਵੇਖਣ। ਵਿਦਿਆਰਥੀ ਅਧਿਆਏ ਵਿਚਲੇ ਨਵੇਂ ਤੇ ਮੁਸ਼ਕਿਲ ਸ਼ਬਦਾਂ ਨੂੰ ਰੇਖਾਂਕਿਤ ਕਰਕੇ ਉਹਨਾਂ ਦੇ ਅਰਥ ਯਾਦ ਕਰਨ। ਠੀਕ ਹੈ ਜੀ, ਇਹ ਤਾਂ ਦੇਖੋ ਹੋ ਗਿਆ ਖਤਮ ਵੀ ਹਰ ਇੱਕ ਔਖੀ ਚੀਜ਼ ਆਉਂਦੀ ਹੈ। ਠੀਕ ਹੈ, ਤੇ ਉਹਦੇ ਵਾਸਤੇ ਡਿਕਸ਼ਨਰੀ ਖੋਲ੍ਹ ਲੈਣ ਹਰ ਵਾਰੀ, ਹੈ ਨਾ। ਇਹ ਵੀ ਨਹੀਂ ਹੁੰਦਾ ਵੀ ਵਿਦਿਆਰਥੀ ਜੇ ਉਹਦੇ ਵਿੱਚ ਨਵੇਂ ਸ਼ਬਦ ਆਏ ਨੇ ਉਹਨੂੰ ਫਿਰ ਉਹਦੇ ਨੀਚੇ ਲਾਈਨ ਲਗਾ ਕੇ ਫਿਰ ਉਹਦੇ ਅਰਥ ਯਾਦ ਕਰਨ, ਇਹ ਵੀ ਬੱਚਾ ਲਈ ਔਖਾ ਗਾ। ਠੀਕ ਹੈ, ਸੈਕੰਡ ਕਲਾਸ ਦੀ ਗੱਲ ਹੋਈ, ਇੱਕ ਨਵੇਂ ਅਧਿਆਏ ਪੜ੍ਹਨ ਤੋਂ ਪਹਿਲਾਂ ਵਿਦਿਆਰਥੀ ਸਾਰੇ ਨਵੇਂ ਸ਼ਬਦ ਯਾਦ ਕਰਨ, ਇਹ ਵੀ ਨਹੀਂ ਠੀਕ ਹੈਗਾ ਵੀ ਸਾਰੇ ਸ਼ਬਦ ਉਹ ਯਾਦ ਕਰਨ, ਕਿਉਂਕਿ ਜੋ ਪਹਿਲੀ ਸ਼ਬਦ ਯਾਦ ਕਰਨ ਲੱਗ ਗਏ ਫਿਰ ਉਸ ਤੋਂ ਬਾਅਦ ਬੱਚੇ ਕਿਵੇਂ ਸਮਝਣਗੇ। ਤਾਂ ਇਹਦਾ ਰਾਈਟ ਆਨਸਰ ਹੋਊਗਾ ਬੀ, ਵੀ ਦਿੱਤੇ ਗਏ ਸੰਦਰਭ ਵਿੱਚ ਵਿਦਿਆਰਥੀ ਨਵੇਂ ਸ਼ਬਦਾਂ ਦੇ ਅਰਥ ਦਾ ਅਨੁਮਾਨ ਲਾਉਣ। ਠੀਕ ਹੈ, ਤੁਸੀਂ ਆਜ਼ਾਦੀ ਦਿਓ ਬੱਚੇ ਨੂੰ ਵੀ ਆਪਾਂ ਕਹਿ ਨਹੀਂ ਦਿੰਦੇ, ਬੱਚੇ ਤੂੰ ਦੱਸਣ ਦੀ ਕੋਸ਼ਿਸ਼ ਕਰ ਵੀ ਇਹਦਾ ਆਨਸਰ ਤੂੰ ਕੀ ਲਗਾਏਗਾ। ਠੀਕ ਹੈ, ਵੀ ਤਾਂ ਤੂੰ ਦੱਸ ਵੀ ਕੀ ਸਮਝਿਆ, ਵੀ ਤੂੰ ਕਿਤੇ ਸ਼ਬਦ ਸੁਣਿਆ ਹੋ ਸਕਦਾ, ਸਮਝਿਆ ਹੋ ਸਕਦਾ, ਤਾਂ ਆਨਸਰ ਦੱਸ। ਵੀ ਅਨੁਮਾਨ ਲਗਾਉਣ ਲਈ ਆਪਾਂ ਨੂੰ ਬੱਚਿਆਂ ਨੂੰ ਕਹਿ ਸਕਦਾ ਵੀ ਇਹਦਾ ਆਨਸਰ ਤੂੰ ਦੱਸ ਸਕਦਾ। ਅਗਲਾ ਜੀ, ਦੂਜੀ ਜਮਾਤ ਦਾ ਅਧਿਆਪਕ ਜਮਾਤ ਨੂੰ ਸੰਕੇਤਾਂ ਦੇ ਹਾਵਾਂ ਭਾਵਾਂ ਨਾਲ ਇੱਕ ਰੌਚਕ ਕਹਾਣੀ ਸੁਣਾ ਰਿਹਾ ਗਾ। ਠੀਕ ਹੈ ਜੀ, ਹਾਵਾਂ ਭਾਵਾਂ ਮਤਲਬ ਕਿ ਜਿਵੇਂ ਹੱਥ ਪੈਰ ਹਿਲਾ ਕੇ ਪੜ੍ਹਾਉਣਾ ਹੁੰਦਾ ਹੈ ਨਾ, ਉਹ ਹੁੰਦੇ ਹਾਵ ਭਾਵ। ਇਸ ਨੂੰ ਖਤਮ ਕਰਨ ਮਗਰੋਂ ਉਹ ਕੁਝ ਵਿਦਿਆਰਥੀਆਂ ਨੂੰ ਆਪਣੇ ਸ਼ਬਦਾਂ ਵਿੱਚ ਉਹੀ ਕਹਾਣੀ ਸੁਣਾਉਣ ਲਈ ਕਹਿੰਦਾ ਹੈ, ਤੇ ਉਹ ਉਹਨਾਂ ਦਾ ਕਿਹੜਾ ਮੁਲਾਂਕਣ ਚਾਹੁੰਦਾ। ਠੀਕ ਹੈ ਜੀ, ਪਹਿਲਾਂ ਹਾਵਾਂ ਭਾਵਾਂ ਨਾਲ ਉਹਨੂੰ ਵਧੀਆ ਰੌਚਕ ਕਹਾਣੀ ਸੁਣਾਤੀ, ਫਿਰ ਇਸ ਨੂੰ ਖਤਮ ਕਰਨ ਤੋਂ ਬਾਅਦ ਉਹ ਵਿਦਿਆਰਥੀਆਂ ਨੂੰ ਆਪਣੇ ਸ਼ਬਦਾਂ ਵਿੱਚ ਉਹੀ ਕਹਾਣੀ ਕਹਿੰਦਾ ਵੀ ਤੁਸੀਂ ਦੱਸੋ ਵੀ ਕੀ ਚੀਜ਼ ਹੈ ਨਾ, ਵੀ ਸੁਣਾਓ ਤੁਸੀਂ, ਤੇ ਉਹ ਕਿਹੜਾ ਮੁਲਾਂਕਣ ਫਿਰ ਯੂਜ਼ ਕਰ ਰਿਹਾ ਇਹ ਦੇਖਣਾ ਆਪਾਂ ਨੇ। ਪਹਿਲਾ ਹੈਗਾ ਵੀ ਉਹਦੇ ਸੁਣਨ ਦੀ ਸੂਝ-ਬੂਝ ਦਾ। ਠੀਕ ਹੈ, ਵੀ ਇਸ ਤੋਂ ਬਾਅਦ ਬੋਲਣ ਦੀ ਸੂਝ-ਬੂਝ ਦਾ, ਪੜ੍ਹਨ ਦੀ ਸੂਝ-ਬੂਝ ਦਾ, ਲਿਖਣ ਦੀ ਸੂਝ-ਬੂਝ ਦਾ। ਠੀਕ ਹੈ, ਤਾਂ ਇਹਦਾ ਰਾਈਟ ਆਨਸਰ ਆਪਾਂ ਕੀ ਲਗਾਵਾਂਗੇ, ਸੁਣਨ ਦੀ ਸੂਝ-ਬੂਝ ਦਾ। ਜੇ ਉਹਨਾਂ ਨੇ ਚੰਗੀ ਤਰ੍ਹਾਂ ਹੁਣ ਸੁਣੀ ਹੋਊਗੀ ਫਿਰ ਹੀ ਉਹ ਕਹਾਣੀ ਸੁਣਾਉਣਗੇ ਵਿਦਿਆਰਥੀ, ਤਾਂ ਉਹਨੇ ਆਪਾਂ ਹਮੇਸ਼ਾ ਹੀ ਕਹਿਣਾ ਵੀ ਤੁਸੀਂ ਵੀ ਜਦੋਂ ਕੁਝ ਲੈਸਨ ਪੜ੍ਹਾ ਕੇ ਹਟਦੇ ਹੋ, ਤੁਸੀਂ ਬੱਚੇ ਨੂੰ ਕੁਐਸਚਨ ਦਿੱਤਾ, ਤੁਸੀਂ ਵੀ ਇਹਨਾਂ ਨੇ ਮੇਰੀ ਜੋ ਗੱਲ ਹੈ ਉਹ ਸੁਣੀ ਹੈ, ਤਾਂ ਇੱਥੇ ਮੇਰਾ ਰਾਈਟ ਆਨਸਰ ਵੀ ਸੁਣਨ ਦੀ ਸੂਝ-ਬੂਝ ਦਾ, ਹੈ ਨਾ ਜੀ। ਤੇ ਇਸ ਤੋਂ ਬਾਅਦ 11ਵਾਂ ਕੁਐਸਚਨ ਆਪਣਾ, ਜਮਾਤ ਵਿੱਚ ਪ੍ਰਕਾਸ਼ਨ ਦੀ ਬਹੁਤਾਤ ਜਾਂ ਅਮੀਰੀ ਤੋਂ ਭਾਵ ਹੈ। ਪ੍ਰਕਾਸ਼ਨ ਰਿਫਲੈਕਸ਼ਨ ਆਪਾਂ ਕਹਿ ਸਕਦੇ ਹਾਂ। ਠੀਕ ਹੈ ਜੀ, ਪ੍ਰਕਾਸ਼ਨ ਦੀ ਬਹੁਤਾਤ ਜਾਂ ਅਮੀਰੀ ਤੋਂ ਕੀ ਭਾਵ ਹੈ। ਜਮਾਤ ਦੇ ਕਮਰੇ ਦੀਆਂ ਕੰਧਾਂ ਦਾ ਰੰਗੀਨ ਹੋਣਾ। ਠੀਕ ਹੈ ਜੀ, ਪ੍ਰਕਾਸ਼ਨ। ਠੀਕ ਹੈ ਜੀ, ਰਿਫਲੈਕਸ਼ਨ ਆਪਾਂ ਕਹਿ ਸਕਦੇ, ਜਾਂ ਫਿਰ ਨਵੀਂ ਚੀਜ਼ ਮਤਲਬ ਕਿ ਬੱਚਿਆਂ ਦੇ ਉੱਪਰ ਕਿਸ ਤਰ੍ਹਾਂ ਦਾ ਇਫੈਕਟ ਪਿਆ ਉਹਦਾ, ਉਹ ਚੀਜ਼ ਦਾ ਮਤਲਬ ਕੀ ਹੈ। ਠੀਕ ਹੈ ਜੀ, ਇਸ ਤੋਂ ਬਾਅਦ ਹੈ ਵੀ ਪੜ੍ਹਾਉਣ ਨਾਲ ਸੰਬੰਧਿਤ ਸਮੱਗਰੀ ਨੂੰ ਕੰਧਾਂ ਉੱਪਰ ਚਿਪਕਾਉਣਾ। ਤੇ ਪ੍ਰਕਾਸ਼ਨ ਤੁਸੀਂ ਇਹ ਕਹਿ ਸਕਦੇ ਜਾਂ ਤਾਂ ਵੀ ਜਿਵੇਂ ਕਲਾਸ ਦੇ ਵਿੱਚ ਆਪਾਂ ਕੋਈ ਚੀਜ਼ ਉਹ ਕਰੀ ਹੋਈ ਹੈ ਨਾ, ਲਗਾਈ ਹੋਈ ਆ, ਉਹ ਚੀਜ਼ ਆ। ਤੇ ਇਸ ਤੋਂ ਬਾਅਦ ਵੱਡੇ ਅੱਖਰਾਂ ਵਿੱਚ 35 ਦੀ ਮੁਹਾਰਨੀ ਚਿਪਕਾਉਣਾ, ਤਸਵੀਰਾਂ ਸਮੇਤ ਰੰਗੀਨ ਕਵਿਤਾਵਾਂ ਕੰਧਾਂ ਉੱਪਰ ਚਿਪਕਾਉਣੀਆਂ, ਇਹ ਚੀਜ਼ ਹੈ। ਜਮਾਤ ਵਿੱਚ ਪ੍ਰਕਾਸ਼ਨ ਦੀ ਬਹੁਤਾਤ ਜਾਂ ਅਮੀਰੀ ਤੋਂ ਕੀ ਭਾਵ ਹੈ। ਠੀਕ ਹੈ ਜੀ, ਇਹਦਾ ਰਾਈਟ ਆਨਸਰ ਆਪਾਂ ਲਗਾਵਾਂਗੇ ਰਾਜੇ ਇਹ ਵਾਲਾ, ਵੀ ਪੜ੍ਹਾਉਣ ਨਾਲ ਸੰਬੰਧਿਤ ਸਮੱਗਰੀ ਨੂੰ ਹੈ ਕੰਧਾਂ ਉੱਪਰ ਚਿਪਕਾਉਣਾ 11ਵੇਂ ਦਾ। ਕਿਉਂਕਿ ਇਹ ਦੇਖੋ ਵੀ ਜਮਾਤ ਦੀਆਂ ਕਮਰੇ ਦੇ ਕੰਧਾਂ ਦਾ ਰੰਗੀਨ ਹੋਣਾ, ਇਹ ਤਾਂ ਕੋਈ ਹੈ ਨਹੀਂ ਗਾ ਪ੍ਰਕਾਸ਼ਨ, ਵੀ ਬੱਚਿਆਂ ਨੂੰ ਕੋਈ ਤੁਸੀਂ ਚੀਜ਼ ਮਤਲਬ ਪ੍ਰਕਾਸ਼ਨ ਹੈ ਵੀ ਤੁਸੀਂ ਚੀਜ਼ ਬੱਚਾ ਸਾਹਮਣੇ ਐਜ਼ ਇਟ ਜਿਵੇਂ ਯਾਦ ਰਹਿ ਜਾ ਕਰੇ, ਵੀ ਉਹਦੇ ਸਿੱਧੀ ਦਿਮਾਗ ਵਿੱਚ ਪੈ ਜਾ ਕਰੇ ਦੇਖ ਕੇ ਉਸ ਚੀਜ਼ ਨੂੰ ਪ੍ਰਕਾਸ਼ਨ ਕਰਨਾ। ਵੱਡੇ ਅੱਖਰਾਂ ਵਿੱਚ 35 ਅੱਖਰ ਦੀ ਮੁਹਾਰਨੀ ਚੁਕਾਉਣਾ, ਇਹ ਵੀ ਨਹੀਂ ਕੋਈ ਹੋਏਗਾ, ਹੈ ਨਾ। ਤੇ ਤਸਵੀਰਾਂ ਸਮੇਤ ਰੰਗੀਨ ਕਵਿਤਾਵਾਂ ਕੰਧਾਂ ਉੱਪਰ ਚੁਕਾਉਣੀਆਂ, ਇਹ ਵੀ ਸਹੀ ਨਹੀਂ ਹੈ, ਤਾਂ ਰਾਈਟ ਆਨਸਰ ਹੋਊਗਾ ਬੀ। ਠੀਕ ਹੈ ਜੀ, ਪ੍ਰਕਾਸ਼ਨ ਦਾ। ਇਸ ਤੋਂ ਬਾਅਦ ਕਵਿਤਾ ਪੜ੍ਹਾਉਣ ਸਮੇਂ ਹੇਠ ਲਿਖਿਆ ਵਿੱਚੋਂ ਕਿਹੜਾ ਸਭ ਤੋਂ ਵੱਧ ਮਹੱਤਵਪੂਰਨ ਹੈ। ਤੁਸੀਂ ਇੱਕ ਕਵਿਤਾ ਪੜ੍ਹਾ ਰਹੇ ਹੋ, ਠੀਕ ਹੈ ਜੀ, ਕੋਈ ਪੋਇਮ ਤੁਸੀਂ ਬੱਚਿਆਂ ਨੂੰ ਪੜ੍ਹਾ ਰਹੇ ਹੋ, ਤਾਂ ਤੁਸੀਂ ਕਿਸ ਚੀਜ਼ ਦੇ ਉੱਪਰ ਜ਼ਿਆਦਾ ਜ਼ੋਰ ਦਿਓਗੇ, ਕਿਸ ਚੀਜ਼ ਨੂੰ ਜ਼ਿਆਦਾ ਇੰਪੋਰਟੈਂਸ ਦਿਓਗੇ। ਇਹਦੇ ਵਿੱਚ ਪਹਿਲੀ ਆਪਸ਼ਨ ਆ ਹਰ ਕਵਿਤਾ ਦਾ ਇੱਕ ਨਿਸ਼ਚਿਤ ਅਰਥ ਹੁੰਦਾ ਜੀ। ਦੂਸਰਾ ਗਾ ਕਵਿਤਾ ਦੇ ਇੱਕ ਤੋਂ ਵੱਧ ਅਰਥ ਹੁੰਦੇ ਨੇ। ਕਵਿਤਾ ਸਮਾਜਿਕ ਮਸਲਿਆਂ ਨੂੰ ਪ੍ਰਤੀਬੰਧਿਤ ਨਹੀਂ ਕਰਦੀ, ਤੇ ਕਵਿਤਾ ਕਿਸੇ ਵੀ ਭਾਵੁਕ ਪੱਖ ਨੂੰ ਪ੍ਰਤੀਬੰਧਿਤ ਨਹੀਂ ਕਰਦੀ। ਇਹ ਤਾਂ ਦੇਖੋ ਆਪਸ਼ਨ ਅਕਾਰਡਿੰਗ ਹੈ, ਕਿਉਂਕਿ ਸਮਾਜਿਕ ਮਸਲਿਆਂ ਨੂੰ ਬਿਲਕੁਲ ਕਵਿਤਾਵਾਂ ਲਿਖੀਆਂ ਜਾਂਦੀਆਂ ਨੇ ਸਮਾਜਿਕ ਮਸਲਿਆਂ ਦੇ ਉੱਪਰ, ਤੇ ਭਾਵਿਕ ਪੱਖਾਂ ਨੂੰ ਵੀ, ਠੀਕ ਹੈ, ਭਾਵੁਕ ਵੀ ਆਪਾਂ ਹੁੰਦੇ ਹਾਂ, ਇਹ ਵੀ ਹੈ। ਇਹ ਤਾਂ ਦੋਨੇ ਆਪਸ਼ਨ ਹੋ ਗਿਆ ਖਤਮ। ਠੀਕ ਹੈ, ਆਪਾਂ ਉੱਪਰਲੇ ਹੁਣ ਦੋ ਆਪਸ਼ਨਾਂ ਚੈੱਕ ਕਰਨੀਆਂ ਨੇ। ਠੀਕ ਹੈ, ਹਰ ਕਵਿਤਾ ਦਾ ਇੱਕ ਨਿਸ਼ਚਿਤ ਅਰਥ ਹੁੰਦਾ, ਇਹ ਤਾਂ ਹੈ ਨਹੀਂ ਵੀ ਹਰੇਕ ਕਵਿਤਾ ਦਾ ਇੱਕ ਹੀ ਅਰਥ ਹੁੰਦਾ, ਹਮੇਸ਼ਾ ਕਵਿਤਾ ਦੇ ਇੱਕ ਤੋਂ ਜ਼ਿਆਦਾ ਅਰਥ ਹੁੰਦੇ ਨੇ, ਕਵਿਤਾ ਦੇ ਇੱਕ ਤੋਂ ਵੱਧ ਅਰਥ ਹੁੰਦੇ ਨੇ। ਇਹਦਾ ਰਾਈਟ ਆਨਸਰ ਆਊਗਾ, ਠੀਕ ਹੈ, 12ਵੇਂ ਦਾ ਬੀ ਆਨਸਰ ਆਊਗਾ।
ਵੀ ਹਰੇਕ ਕਵਿਤਾ ਦੇ ਮਤਲਬ ਇੱਕ ਤੋਂ ਜ਼ਿਆਦਾ ਅਰਥ ਹੁੰਦੇ ਨੇ, ਇਹ ਨਹੀਂ ਹੈਗਾ ਵੀ ਸਿਰਫ ਇੱਕ ਨਿਸ਼ਚਿਤ ਅਰਥ ਹੋਊਗਾ ਉਹਦਾ, ਠੀਕ ਹੈ। ਇੱਕ ਪੈਰੇ ਦੇ ਵਿੱਚ ਅਲੱਗ ਅਰਥ ਦੇ ਸਕਦਾ, ਦੂਜੀ ਦੇ ਵਿੱਚ ਅਲੱਗ, ਵੀ ਹਲੇ ਮਤਲਬ ਕਿ ਹੋ ਸਕਦਾ ਵੀ ਉਹ ਕਈ ਚੀਜ਼ਾਂ ਨੂੰ ਲੈ ਕੇ ਚੱਲ ਰਿਹਾ ਹੋਵੇ ਇੱਕ ਕਵਿਤਾ ਦੇ ਵਿੱਚ, ਇੱਕ ਤੋਂ ਜ਼ਿਆਦਾ ਅਰਥ ਹੁੰਦੇ ਆ। ਇੱਕ ਅਧਿਆਪਕ ਇੱਕ ਅਧਿਆਪਕ ਰਿਪੋਰਟ ਲਿਖਣ ਪੜ੍ਹਾਉਣ ਸਮੇਂ ਅਖਬਾਰ ਵਿੱਚ ਛਪੀਆਂ ਖਬਰਾਂ ਦੀਆਂ ਕੁਝ ਕਤਾਰਾਂ ਨੇ ਜਿਹੜੀਆਂ, ਠੀਕ ਹੈ ਜੀ, ਵਿਦਿਆਰਥੀ ਨੂੰ ਵੰਡ ਦਿੰਦਾ। ਉਹ ਉਹਨਾਂ ਨੂੰ ਖਬਰ ਪੜ੍ਹ ਕੇ ਉਹਨਾਂ ਬਾਰੇ ਆਪਣੇ ਵਿਚਾਰ ਲਿਖਣ ਲਈ ਕਹਿੰਦਾ, ਤੇ ਅਧਿਆਪਕ ਵੱਲੋਂ ਜਮਾਤ ਵਿੱਚ ਅਖਬਾਰ ਦੀ ਕਾਤਰ ਦੀ, ਠੀਕ ਹੈ, ਕਾਤਰ ਦੀ ਵਰਤੋਂ ਹੈ, ਠੀਕ ਹੈ। ਉਹਨੇ ਮਤਲਬ ਕੀ ਕੀਤਾ, ਇੱਕ ਟੀਚਰ ਨੇ ਰਿਪੋਰਟ ਲਿਖਣ ਪੜ੍ਹਾਉਣ ਸਮੇਂ ਉਹਦੇ ਵਿੱਚ ਕੁਝ ਖਬਰਾਂ ਜਿਹੜੀਆਂ ਕੱਟ ਲਈਆਂ, ਠੀਕ ਹੈ, ਕਾਤਰ ਕੀਤੀਆਂ ਤੇ ਵਿਦਿਆਰਥੀਆਂ ਨੂੰ ਉਹਨਾਂ ਨੇ ਵੰਡਤੀਆਂ, ਠੀਕ ਹੈ। ਉਹਨਾਂ ਖਬਰਾਂ ਨੂੰ ਪੜ੍ਹ ਕੇ ਵਿਦਿਆਰਥੀ ਆਪਣੇ ਵਿਚਾਰ ਲਿਖਣ ਲਈ ਕਹਿੰਦਾ ਉਹਨਾਂ ਨੂੰ ਵੀ ਤੁਸੀਂ ਇਹਨਾਂ ਬਾਰੇ ਵਿਚਾਰ ਲਿਖੋ ਜਿਹੜੇ ਕਾਤਰ ਨੇ, ਠੀਕ ਹੈ। ਤਾਂ ਜਮਾਤ ਵਿੱਚ ਅਖਬਾਰ ਦੀ ਕਾਤਰ ਦੀ ਕਿਹੜੀ ਵਰਤੋਂ ਕਰ ਰਿਹਾ, ਟੀਚਿੰਗ ਐਡ ਦੀ, ਲਰਨਿੰਗ ਐਡ ਦੀ, ਤੇ ਅਧਿਆਪਨ ਸਮੱਗਰੀ, ਅਧਿਆਪਨ ਵਿਧੀ ਅਤੇ ਯੋਜਨਾ। ਇਹ 13ਵਾਂ ਕੁਐਸਚਨ ਆ। 13ਵੀਂ ਦੇ ਵਿੱਚ ਦੇਖੋ ਕੀ ਕਰ ਰਿਹਾ ਹੈਗਾ, ਅਧਿਆਪਨ ਸਮੱਗਰੀ, ਠੀਕ ਹੈ ਜੀ। ਅਧਿਐਨ ਆਪਾਂ ਕਹਿ ਸਕਦੇ ਵੀ ਜਦੋਂ ਅਧਿਆਪਕ ਪ੍ਰੋਸੈਸ ਚੱਲ ਰਿਹਾ ਆਪਣਾ, ਠੀਕ ਹੈ ਜੀ, ਇਹਦਾ ਹੋਊਗਾ ਟੀਚਿੰਗ ਲਰਨਿੰਗ ਮਟੀਰੀਅਲ, ਇਹ ਆਊਗਾ ਜੀ, ਟੀਚਿੰਗ ਲਰਨਿੰਗ ਮਟੀਰੀਅਲ ਵੀ ਇਹਦੀ ਚੀਜ਼ ਦੀ ਯੂਜ਼ ਕਰ ਰਹੇ ਹੋ, ਠੀਕ ਹੈ। ਆਪਾਂ ਕੋਈ ਵੀ ਜਦੋਂ ਅਧਿਆਪਕ ਪੜ੍ਹਾਉਂਦਾ ਉਹ ਟੀਚਿੰਗ ਲਰਨਿੰਗ ਮਟੀਰੀਅਲ ਦਾ ਯੂਜ਼ ਕਰਦਾ, ਕਿ ਉਹ ਕਿਸੇ ਵੀ ਚਾਰਟ ਰਾਹੀਂ ਹੋ ਸਕਦਾ, ਕੋਈ ਅਖਬਾਰ ਰਾਹੀਂ ਪੜ੍ਹਾਉਣਾ ਹੋ ਵੀ ਉਹਦੇ ਵਿੱਚੋਂ ਕੱਟ ਕੇ ਵੀ ਹਾਂ ਤੁਸੀਂ ਇਹਦੇ ਉੱਪਰ ਉਹ ਕਰੋ, ਹੈ ਨਾ। ਤਾਂ ਇਹਦਾ ਬੈਸਟ ਆਊਗਾ ਇਹ ਟੀਚਿੰਗ ਲਰਨਿੰਗ ਮਟੀਰੀਅਲ ਦਾ ਇਹ ਯੂਜ਼ ਕਰ ਰਿਹਾ ਹੈਗਾ, ਵੀ ਜਦੋਂ ਉਹਨਾਂ ਨੂੰ ਉਹ ਕਰਾ ਰਿਹਾ ਹੋ, ਅਖਬਾਰ ਦੇ ਵਿੱਚੋਂ ਚੀਜ਼ਾਂ ਕੱਟ ਕੇ ਦੇ ਰਿਹਾ, ਹੈ ਨਾ, ਇਹ ਚੀਜ਼ ਆ। ਇੱਕ ਇਸ ਤੋਂ ਬਾਅਦ 14ਵਾਂ ਕੁਐਸਚਨ ਆ, ਇੱਕ ਅਧਿਆਪਕ ਸਿੱਖਿਆਰਥੀਆਂ ਦੀ ਮਾੜੀ ਕਾਰਗੁਜ਼ਾਰੀ ਦੇ ਕਾਰਨ ਦਾ ਪਤਾ ਲਗਾਉਣ ਲਈ ਕਿਹੜਾ ਟੈਸਟ ਤਿਆਰ ਕਰਦਾ, ਠੀਕ ਹੈ। ਵੀ ਬੱਚੇ ਨੇ ਜਿਹੜੇ ਕਾਰਗੁਜ਼ਾਰੀ, ਇੱਥੇ ਆਪਾਂ ਕਹਿ ਸਕਦੇ ਬੱਚੇ ਦੀ ਪਰਫਾਰਮੈਂਸ, ਹੈ ਨਾ, ਬੱਚਿਆਂ ਦੀ ਪਰਫਾਰਮੈਂਸ ਇੱਥੇ ਚੈੱਕ ਕਰ ਰਿਹਾ। ਤਾਂ ਉਹ ਚੈੱਕ ਕਰਨ ਸਮੇਂ ਉਹਨਾਂ ਦੀ ਮਾੜੀ ਕਾਰਗੁਜ਼ਾਰੀ, ਉਹਨਾਂ ਦੀਆਂ ਕਮੀਆਂ ਦੇਖਣੀਆਂ ਨੇ ਉਹਨੇ, ਠੀਕ ਹੈ। ਹੁਣ ਜਿਹਨੂੰ ਇਹਦਾ ਮੀਨਿੰਗ ਪਤਾ ਲੱਗ ਗਿਆ ਉਹ ਤਾਂ ਆਨਸਰ ਲਾ ਹੀ ਲਊਗਾ ਵੀ ਇਹਦਾ ਕੀ ਹੋਊਗਾ। ਤਾਂ ਉਹ ਪਰਫਾਰਮੈਂਸ ਆ ਜਿਹੜੀ, ਉਹਦੇ ਲਈ ਕਿਹੜਾ ਟੈਸਟ ਤਿਆਰ ਕਰੂਗਾ, ਮੈਂ ਤੁਹਾਨੂੰ ਕਰਵਾਇਆ ਹੋਇਆ ਪ੍ਰੋਫੀਸ਼ੀਐਂਸੀ ਟੈਸਟ, ਡਾਇਗਨੋਸਟਿਕ ਟੈਸਟ, ਅਚੀਵਮੈਂਟ ਟੈਸਟ, ਸਮੇਟਿਵ ਟੈਸਟ। ਤਾਂ ਇਹਦਾ ਰਾਈਟ ਆਨਸਰ ਹੋਊਗਾ ਡਾਇਗਨੋਸਟਿਕ ਟੈਸਟ, ਕਿਉਂਕਿ ਡਾਇਗਨੋਸਟਿਕ ਦੇ ਵਿੱਚ ਆਪਾਂ ਬੱਚੇ ਦੇ ਕਮੀਆਂ, ਠੀਕ ਹੈ, ਮਾੜੀ ਕਾਰਗੁਜ਼ਾਰੀ ਕਿਉਂ ਕਰ ਰਿਹਾ ਬੱਚਾ, ਕਿਉਂ ਪਰਫਾਰਮੈਂਸ ਉਸਦੀ ਡਾਊਨ ਹੈ, ਉਹਦਾ ਆਪਾਂ ਪਤਾ ਲਗਾਉਣਾ ਹੈ, ਠੀਕ ਹੈ ਜੀ। ਇਹਦਾ ਰਾਈਟ ਆਨਸਰ ਹੋਊਗਾ ਬੀ ਡਾਇਗਨੋਸਟਿਕ ਟੈਸਟ। ਇਸ ਤੋਂ ਬਾਅਦ 15ਵਾਂ ਕੁਐਸਚਨ ਵੀ 6ਵੀਂ ਜਮਾਤ ਦੇ ਭਾਸ਼ਾ ਦੇ ਇੱਕ ਅਧਿਆਪਕ ਨੂੰ, 6th ਕਲਾਸ ਦਾ ਇੱਕ ਅਧਿਆਪਕ ਆ, ਅਧਿਆਪਕ ਨੂੰ ਭਾਸ਼ਾ ਦੇ ਟੈਸਟ ਪੇਪਰਾਂ ਦੀ ਜਾਂਚ ਕਰਨ ਮਗਰੋਂ ਪਤਾ ਲੱਗਦਾ ਹੈ ਕਿ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਚੰਗੀ ਨਹੀਂ, ਫਿਰ ਉਹ ਇੱਕ ਹੋਰ ਟੈਸਟ ਦਾ ਪ੍ਰਬੋਧ ਕਰਦਾ ਹੈ, ਠੀਕ ਹੈ ਜੀ। ਤੇ ਇਸ ਟੈਸਟ ਨੂੰ ਕੀ ਆਖਿਆ ਜਾਊਗਾ, ਇਹਦੇ ਵਿੱਚ ਵੀ ਕਾਹਦੀ ਗੱਲ ਹੋ ਰਹੀ ਹੈ, ਬੱਚਿਆਂ ਦੀ ਮਾੜੀ ਕਾਰਗੁਜ਼ਾਰੀ ਦੀ ਗੱਲ, ਵੀ ਚੰਗੀ ਨਹੀਂ ਹੋ ਰਹੀ ਉਹਨਾਂ ਦੀ ਕਾਰਗੁਜ਼ਾਰੀ, ਤਾਂ ਵੀ ਫਾਰਮੇਟਿਵ, ਸਮੇਟਿਵ, ਡਾਇਗਨੋਸਟਿਕ ਟੈਸਟ ਤੇ ਕਮਿਊਲੇਟਿਵ ਟੈਸਟ। ਤਾਂ ਇਹਦੇ ਵਿੱਚ ਦੇਖੋ ਤੁਸੀਂ ਇਹ ਨਾ ਸੋਚੋ ਵੀ ਹਾਂ ਉੱਪਰ ਆ ਗਿਆ ਡਾਇਗਨੋਸਟਿਕ ਟੈਸਟ। ਤਾਂ ਜਦੋਂ ਵੀ ਕਿਤੇ ਮਾੜੀ ਕਾਰਗੁਜ਼ਾਰੀ ਸ਼ਬਦ ਆਉਂਦਾ ਜਾਂ ਫਿਰ ਗਲਤੀਆਂ ਕਰਨ ਦੀ ਗੱਲ ਆਉਂਦੀ ਹੈ, ਕਮੀਆਂ ਦੀ ਗੱਲ ਆਉਂਦੀ ਹੈ, ਤਾਂ ਉੱਥੇ ਹਮੇਸ਼ਾ ਤੁਸੀਂ ਕਿਹੜਾ ਆਨਸਰ ਲਗਾਉਣਾ, ਡਾਇਗਨੋਸਟਿਕ ਟੈਸਟ ਹੀ ਲਗਾਉਣਾ, ਠੀਕ ਹੈ ਜੀ। ਇਹ ਆਊਗਾ ਇਹਦਾ ਰਾਈਟ ਆਨਸਰ ਸੀ 15ਵੇਂ ਦਾ। ਇਸ ਤੋਂ ਬਾਅਦ 16ਵਾਂ ਕੁਐਸਚਨ ਹੈ ਤੁਹਾਡਾ ਵੀ ਭਾਸ਼ਾ ਦਾ ਇੱਕ ਅਧਿਆਪਕ ਜਮਾਤ ਨੂੰ ਪੜ੍ਹਾਉਣ ਮਗਰੋਂ ਆਪਣੀ ਡਾਇਰੀ ਵਿੱਚ ਲਿਖਦਾ ਹੈ, ਵਿਦਿਆਰਥੀਆਂ ਨੂੰ ਭਾਸ਼ਾ ਦੀ ਖੇਡ ਬਹੁਤ ਦਿਲਚਸਪ ਲੱਗਦੀ ਹੈ, ਠੀਕ ਹੈ, ਤੇ ਉਹਨਾਂ ਨੇ ਸਰਗਰਮੀ ਨਾਲ ਹਿੱਸਾ ਲਿਆ, ਪਰ ਗਰੁੱਪ 3 ਨੇ ਲੋੜੀਂਦੇ ਨਤੀਜੇ ਉੱਪਰ ਪਹੁੰਚਣ ਲਈ ਸੰਘਰਸ਼ ਕੀਤਾ। ਇਹ ਉਸ ਦੀ ਡੈਸ਼ ਉਦਾਹਰਨ ਹੈ, ਠੀਕ ਹੈ ਜੀ। ਇਹ ਚੀਜ਼ ਚੈੱਕ ਕਰਨੀ ਹੈ ਵੀ ਦੇਖੋ ਉਸਨੇ ਸਾਰਿਆਂ ਨੇ ਉਸ ਤੋਂ ਬਾਅਦ ਕੋਈ ਉਹਨੇ ਕੰਮ ਕਰਵਾਇਆ ਅਧਿਆਪਕ ਨੇ, ਠੀਕ ਹੈ, ਪੜ੍ਹਾਉਣ ਤੋਂ ਬਾਅਦ ਮਤਲਬ ਕਿ ਸਾਰਾ ਉਹਨੇ ਮਤਲਬ ਕਿ ਜਦੋਂ ਜਿੰਨਾ ਵੀ ਪੜ੍ਹਾਇਆ ਕੰਮ ਕੰਪਲੀਟ ਕਰਨ ਤੋਂ ਬਾਅਦ ਡਾਇਰੀ ਦੇ ਉੱਪਰ ਲਿਖਿਆ ਵੀ ਹਾਂ ਕਿਹੜੇ ਵਿਦਿਆਰਥੀਆਂ ਨੇ ਕਿਵੇਂ, ਹੈ ਨਾ। ਉਹਨੇ ਕਿਹਾ ਵੀ ਬਹੁਤ ਇੰਟਰਸਟਿੰਗ ਤਰੀਕੇ ਨਾਲ ਬੱਚਿਆਂ ਨੇ ਪਾਰਟੀਸਪੇਸ਼ਨ ਕੀਤਾ ਸਾਰੀ ਕਲਾਸ ਦੇ ਵਿੱਚ, ਬਟ 3 ਜਿਹੜੇ ਗਰੁੱਪ ਸੀਗੇ ਉਹਨਾਂ ਨੇ ਸਹੀ ਨਤੀਜੇ ਮਤਲਬ ਜੋ ਮੈਂ ਚਾਹੁੰਦਾ ਸੀ ਉਵੇਂ ਦਾ ਉਹਨਾਂ ਨੇ ਰਿਜ਼ਲਟ ਨਹੀਂ ਦਿੱਤਾ ਮੈਨੂੰ, ਹੈ ਨਾ। ਤਾਂ ਉਹ ਫਿਰ ਕਿਸ ਚੀਜ਼ ਦੀ ਉਦਾਹਰਨ ਦੇ ਰਿਹਾ, ਠੀਕ ਹੈ। ਤਾਂ ਇੱਥੇ ਹੈਗਾ ਮੁਲਾਂਕਣ ਕਰਨ ਦੀ, ਕਥਾਵਾਂ ਇਕੱਤਰ ਕਰਨ ਦੀ, ਪ੍ਰਤੀਕਿਰਿਆਤਮਕ ਚਿੰਤਨ ਕਰਨ ਦੀ ਤੇ ਨਿਰੀਖਣ ਕਰਨ ਦੀ। ਕੋਈ ਵੀ ਅਧਿਆਪਕ ਬਾਅਦ ਵਿੱਚ ਬੱਚਿਆਂ ਨੂੰ ਚਿੰਤਨ ਕਰਨ ਲਈ ਹੀ ਕਹਿੰਦਾ, ਤਾਂ ਇੱਥੇ ਹੈਗਾ ਪ੍ਰਤੀਕਿਰਿਆਤਮਕ ਚਿੰਤਨ, ਇਹਦਾ ਰਾਈਟ ਆਨਸਰ ਆਊਗਾ ਜਿਹਨੂੰ ਆਪਾਂ ਕ੍ਰਿਟੀਕਲ ਥਿੰਕਿੰਗ ਕਹਾਂਗੇ, ਠੀਕ ਹੈ ਜੀ। ਕ੍ਰਿਟੀਕਲ ਥਿੰਕਿੰਗ ਕਹਾਂਗੇ, ਕ੍ਰਿਟੀਕਲ ਥਿੰਕਿੰਗ ਇੰਗਲਿਸ਼ ਦੇ ਵਿੱਚ ਦੇਖੋ ਪ੍ਰਤੀਕਿਰਿਆ ਕੀ ਹੁੰਦੀ ਆ, ਇੱਕੋ ਚੀਜ਼ ਦਾ ਆਪੋਜ਼ਿਟ, ਵੀ ਹਾਂ ਇਸ ਚੀਜ਼ ਦੇ ਵਿੱਚ ਕਮੀਆਂ ਵੀ ਨੇ, ਠੀਕ ਹੈ। ਉਹਨੇ ਦੇਖਿਆ ਵੀ ਹਾਂ ਕੁਛ ਕੁ ਬੱਚਿਆਂ ਨੂੰ ਨਹੀਂ ਪਤਾ ਲੱਗਿਆ, ਜੋ ਮੈਂ ਚਾਹੁੰਦਾ ਸੀ ਉਵੇਂ ਦਾ ਰਿਜ਼ਲਟ ਨਹੀਂ ਲਿਖਿਆ, ਠੀਕ ਹੈ। ਆਲੋਚਨਾਤਮਕ ਚਿੰਤਨ ਵੀ ਕਹਿ ਸਕਦੇ ਇਸ ਨੂੰ ਪੰਜਾਬੀ ਵਿੱਚ, ਆਲੋਚਨਾਤਮਕ ਚਿੰਤਨ,
ਇਹੀ ਚੀਜ਼ ਆ, ਬਸ ਕੁਛ ਫਰਕ ਜ਼ਿਆਦਾ ਨਹੀਂ ਹੁੰਦਾ, ਬਸ ਉਹ ਸ਼ਬਦਾਂ ਨੂੰ ਦੀ ਫੇਰ ਬਦਲ ਕਰ ਦਿੰਦਾ ਉਹ। ਜਿਵੇਂ ਇੱਥੇ ਪ੍ਰਤੀਕਿਰਿਆਤਮਕ ਲਿਖਤਾ, ਠੀਕ ਹੈ, ਆਲੋਚਨਾਤਮਕ ਲਿਖ ਸਕਦੇ, ਸ਼ਾਇਦ ਤੁਸੀਂ ਚੰਗੇ ਤਰੀਕੇ ਨਾਲ ਜਲਦੀ ਸਮਝ ਵੀ ਹਾਂ ਉਸ ਨੂੰ ਠੀਕ ਨਹੀਂ ਲੱਗਿਆ ਇਹ ਚੀਜ਼, ਹੈ ਨਾ। ਇਸ ਤੋਂ ਬਾਅਦ ਅਗਲਾ ਕੁਐਸਚਨ ਹੈ, ਭਾਸ਼ਾ ਦੀ ਇੱਕ ਨਿਪੁੰਨ ਅਧਿਆਪਕ, ਠੀਕ ਹੈ ਜੀ, ਭਾਸ਼ਾ ਦੀ ਇੱਕ ਨਿਪੁੰਨ ਅਧਿਆਪਕ, ਠੀਕ ਹੈ, ਜਾਂ ਫਿਰ ਭਾਸ਼ਾ ਦਾ ਇੱਕ ਨਿਪੁੰਨ ਅਧਿਆਪਕ, ਠੀਕ ਹੈ, ਤੇ ਵੈਸੇ ਫੀਮੇਲ ਦੇ ਲਈ ਯੂਜ਼ ਕੀਤਾ ਜਾ ਰਿਹਾ, ਤਾਂ ਮਤਲਬ ਤੁਸੀਂ ਇੱਕ ਅਧਿਆਪਕ ਹੋ, ਠੀਕ ਹੈ, ਤਾਂ ਇੱਕ ਜਦੋਂ ਨਿਪੁੰਨ ਅਧਿਆਪਕ ਹੋਊਗਾ ਭਾਸ਼ਾ ਦਾ, ਉਹਦੇ ਵਿੱਚ ਕਿਹੜੇ ਗੁਣ ਹੋਣਗੇ? ਤੇ ਇਹਦੇ ਵਿੱਚ ਪਹਿਲਾ ਗਾ ਵੀ ਬੱਚਿਆਂ ਨੂੰ ਪਾਠ ਪੁਸਤਕ ਵਿੱਚ ਦਿੱਤੇ ਗਏ ਸਾਰੇ ਪ੍ਰਸ਼ਨਾਂ ਉੱਪਰ ਉੱਤਰ ਯਾਦ ਕਰਵਾਏਗਾ, ਠੀਕ ਹੈ ਵੀ, ਜਿੰਨੇ ਵੀ ਉਹਦੇ ਵਿੱਚ ਕੁਐਸਚਨ ਦਿੱਤੇ ਹੋਏ ਨੇ ਪਾਠ ਪੁਸਤਕ ਵਿੱਚ ਸਾਰੇ ਯਾਦ ਕਰਾਊਗਾ, ਪਾਠ ਪੁਸਤਕ ਦੀ ਵਰਤੋਂ ਕਰੇਗਾ, ਤੇ ਇਸ ਤੋਂ ਇਲਾਵਾ ਵੀ ਪੜ੍ਹਾਏਗਾ, ਸਿਰਫ ਪਾਠ ਪੁਸਤਕ ਉੱਪਰ ਆਧਾਰਿਤ ਪ੍ਰਸ਼ਨ ਪੱਤਰ ਤਿਆਰ ਕਰੂਗਾ, ਨਿਰਧਾਰਿਤ ਪਾਠ ਪੁਸਤਕ ਤੋਂ ਬਾਹਰ ਨਹੀਂ ਜਾਵੇਗਾ, ਠੀਕ ਹੈ ਜੀ। ਹੁਣ ਤੁਸੀਂ ਇੱਕ ਟੀਚਰ ਹੋ, ਚਾਹੇ ਹਿੰਦੀ ਦੇ ਹੋ, ਚਾਹੇ ਪੰਜਾਬੀ ਦੇ ਹੋ, ਚਾਹੇ ਇੰਗਲਿਸ਼ ਦੇ ਹੋ, ਕਿਸੇ ਵੀ ਲੈਂਗੁਏਜ ਦੇ ਟੀਚਰ ਹੋ, ਤਾਂ ਤੁਸੀਂ ਕੀ ਕਰੋਗੇ? ਠੀਕ ਹੈ, ਸਿਰਫ ਇਹੀ ਆ ਵੀ ਬੱਚਿਆਂ ਨੂੰ ਕਹਿ ਦੋਗੇ ਵੀ ਹਾਂ ਬੁੱਕ ਦੇ ਕੁਐਸਚਨ, ਤਾਂ ਤੁਸੀਂ ਐਜ਼ ਏ ਅਧਿਆਪਕ ਮੈਨੂੰ ਪਤਾ ਵੀ ਤੁਸੀਂ ਬਾਹਰਲੀ ਦੁਨੀਆ ਨਾਲ ਵੀ ਕਿਸੇ ਚੀਜ਼ ਨੂੰ ਜੋੜਨ ਦੀ ਕੋਸ਼ਿਸ਼ ਕਰੋਗੇ, ਠੀਕ ਹੈ ਜੀ। ਤਾਂ ਇਹਦਾ ਰਾਈਟ ਆਨਸਰ ਹੋਗਾ ਵੀ ਪਾਠ ਪੁਸਤਕ ਦੀ ਵਰਤੋਂ ਕਰੇਗਾ, ਤੇ ਇਸ ਤੋਂ ਇਲਾਵਾ ਵੀ ਪੜ੍ਹਾਏਗਾ, ਠੀਕ ਹੈ ਜੀ। ਪਾਠ ਪੁਸਤਕ ਤਾਂ ਯੂਜ਼ ਕੀਤੀ ਹੈ, ਨਾਲ ਤੁਸੀਂ ਹੋਰ ਚੀਜ਼ ਵੀ ਉਸ ਨੂੰ ਜੋੜ ਕੇ ਦੱਸੋਗੇ ਵੀ ਹਾਂ ਇਹ ਚੀਜ਼ ਐਵੇਂ ਆ, ਠੀਕ ਹੈ, ਤਾਂ ਇਸ ਤੋਂ ਇਲਾਵਾ ਵੀ ਪੜ੍ਹਾਏਗਾ। ਸਿਰਫ ਇਹ ਨਹੀਂਗਾ ਵੀ ਹਾਂ ਪਾਠ ਪੁਸਤਕ ਦੇ ਆਧਾਰਿਤ ਬੁੱਕ ਉਹ ਤਿਆਰ ਕਰਤੇ ਪ੍ਰਸ਼ਨ ਪੱਤਰ ਤੇ ਸਿਰਫ ਆਧਾਰਿਤ ਪਾਠ ਪੁਸਤਕ ਤੋਂ ਬਾਹਰ ਨਹੀਂ ਜਾਏਗਾ, ਇਹ ਤਾਂ ਗਲਤ ਗੱਲ ਹੋ ਜਾਏਗੀ ਨਾ। ਬੱਚੇ ਨੂੰ ਬਾਹਰਲੀ ਦੁਨੀਆ ਬਾਰੇ ਵੀ ਆਪਾਂ ਨੂੰ ਦੱਸਣਾ ਪੈਂਦਾ, ਤਾਂ ਇਹਦਾ ਰਾਈਟ ਆਨਸਰ ਇਹ ਵਾਲਾ ਆਏਗਾ, ਸੀ ਵਾਲਾ, ਸੌਰੀ ਹਾਂ ਸੀ, ਇੱਕ ਨਿਪੁੰਨ ਅਧਿਆਪਕ, ਹਾਂ ਇਹੀ ਆਊਗਾ, ਇਹਦਾ ਪਾਠ ਪੁਸਤਕ ਦੀ ਵਰਤੋਂ ਕਰੇਗਾ ਤੇ ਇਸ ਤੋਂ ਇਲਾਵਾ ਵੀ ਪੜ੍ਹਾਏਗਾ। ਇਸ ਤੋਂ ਬਾਅਦ ਵੀ ਭਾਸ਼ਾ ਸਿੱਖਣ ਲਈ ਹੇਠ ਲਿਖਿਆ ਵਿੱਚੋਂ ਕਿਹੜਾ ਸਭ ਤੋਂ ਵੱਧ ਮਹੱਤਵਪੂਰਨ ਆ? ਲੈਂਗੁਏਜ ਸਿੱਖਣੀ ਆ ਤੁਸੀਂ ਤਾਂ ਸਭ ਤੋਂ ਜ਼ਿਆਦਾ ਕੀ ਇੰਪੋਰਟੈਂਟ ਹੋਵੇਗਾ, ਠੀਕ ਹੈ ਜੀ, ਸਭ ਤੋਂ ਜ਼ਿਆਦਾ ਇੰਪੋਰਟੈਂਟ ਕੀ ਹੋਊਗਾ ਭਾਸ਼ਾ ਸਿੱਖਣ ਦੇ ਲਈ? ਪਾਠ ਪੁਸਤਕ, ਸਪਲੀਮੈਂਟਰੀ ਰੀਡਰ, ਬਾਲ ਸਾਹਿਤ, ਐਕਟੀਵਿਟੀ ਸੀਟ, ਠੀਕ ਹੈ ਜੀ। ਇਹਦਾ ਦੇਖਣਾ ਤੁਸੀਂ ਭਾਸ਼ਾ ਸਿੱਖਣ ਦੇ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ। ਇੱਥੇ ਬੱਚੇ ਕੀ ਸੋਚਣਗੇ ਵੀ ਸਰ ਪਾਠ ਪੁਸਤਕ ਤੋਂ ਅਸੀਂ ਜ਼ਿਆਦਾ ਤਰੀਕੇ ਨਾਲ ਭਾਸ਼ਾ ਸਿੱਖ ਸਕਦੇ ਵਧੀਆ, ਬਟ ਇਹ ਨਹੀਂ ਹੁੰਦਾ। ਹਮੇਸ਼ਾ ਬਾਲ ਸਾਹਿਤ ਦੀ ਵਰਤੋਂ, ਕਿਉਂਕਿ ਮੈਂ ਤੁਹਾਨੂੰ ਹਮੇਸ਼ਾ ਕਿਹਾ ਵੀ ਚਾਈਲਡ ਸੈਂਟਰ ਜਿਹਦਾ ਕਿਤੇ ਵੀ ਬਾਲ ਦੇ ਨਾਲ, ਠੀਕ ਹੈ, ਬਾਲ ਕੇਂਦਰਿਤ ਦੀ ਗੱਲ ਹੁੰਦੀ ਆ, ਤਾਂ ਬਾਲ ਸਾਹਿਤ ਕੀ ਹੁੰਦਾ, ਉਹ ਇੰਟਰਸਟਿੰਗ ਹੁੰਦਾ, ਬੱਚੇ ਉਸ ਚੀਜ਼ ਨੂੰ ਪੜ੍ਹਦੇ ਆ। ਹੁਣ ਇਕੱਲੇ ਪਾਠ ਪੁਸਤਕਾਂ ਇੰਟਰਸਟਿੰਗ ਨਹੀਂ ਹੁੰਦੀਆਂ, ਕਈ ਵਾਰੀ ਬੱਚਿਆਂ ਨੂੰ ਨਹੀਂ ਲੱਗਦੀਆਂ। ਬਾਲ ਸਾਹਿਤ ਬੱਚੇ ਬੜੇ ਇੰਟਰਸਟ ਨਾਲ ਪੜ੍ਹਦੇ ਆ, ਉਹ ਚੀਜ਼ ਨੂੰ ਚੰਗੀ ਤਰ੍ਹਾਂ ਪੜ੍ਹਦੇ ਆ, ਤਾਂ ਉਹਨਾਂ ਦੀ ਲੈਂਗੁਏਜ ਆ ਜਿਹੜੀ ਡਿਵੈਲਪ ਹੋਊਗੀ, ਉਹ ਚੀਜ਼ ਨੂੰ ਪੜ੍ਹਨਗੇ ਉਹ, ਠੀਕ ਹੈ। ਤੇ ਬਾਲ ਸਾਹਿਤ ਦਾ ਰਾਈਟ ਆਨਸਰ ਆਊਗਾ। ਇਸ ਤੋਂ ਬਾਅਦ 19ਵਾਂ ਕੁਐਸਚਨ ਆ ਵੀ ਹੇਠ ਲਿਖਿਆ ਵਿੱਚੋਂ ਕਿਹੜਾ ਸਿੱਖਿਆਰਥੀਆਂ ਵਿੱਚ ਸਿਰਜਣਾਤਮਕਤਾ ਨੂੰ ਵਿਕਸਿਤ ਕਰੇਗਾ? ਕ੍ਰੀਏਟੀਵਿਟੀ ਨੂੰ ਵਧਾਉਣਾ ਤੁਸੀਂ ਬੱਚਿਆਂ ਅੰਦਰ, ਤਾਂ ਤੁਸੀਂ ਕਿਹੜੀ ਚੀਜ਼ ਰਾਜੇ ਯੂਜ਼ ਕਰੋਗੇ? ਇਮਤਿਹਾਨ ਵਿੱਚ ਚੰਗੇ ਨੰਬਰ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਕੋਚਿੰਗ ਦੇਵੋਗੇ, ਠੀਕ ਹੈ, ਤੇ ਉਹਨਾਂ ਦੇ ਅਨੁਭਵ ਅਨੁਸਾਰ ਲਿਖਣ ਲਈ ਖੁੱਲ੍ਹ ਦਾ ਮੌਕਾ ਦੇਵੋਗੇ। ਵਿਦਿਆਰਥੀਆਂ ਨੂੰ ਨੈਤਿਕ ਆਧਾਰ ਵਾਲੀਆਂ ਕਹਾਣੀਆਂ ਲਿਖਣ ਤੇ ਪੜ੍ਹਨ ਲਈ ਕਹੋਗੇ ਉਹਨਾਂ ਨੂੰ। ਵਿਦਿਆਰਥੀਆਂ ਨੂੰ ਸਿੱਖਣ ਵਿੱਚ ਰੁਚੀ ਪੈਦਾ ਕਰਨ ਲਈ ਕਹਿਣਾ। ਦੇਖੋ, ਜਦੋਂ ਤੁਸੀਂ ਬੱਚਿਆਂ ਅੰਦਰ ਕ੍ਰੀਏਟੀਵਿਟੀ ਪੈਦਾ ਕਰਨੀ ਹੈ, ਤਾਂ ਕ੍ਰੀਏਟੀਵਿਟੀ ਤਾਂ ਹੀ ਪੈਦਾ ਹੋਊਗੀ ਜੇ ਬੱਚਿਆਂ ਨੂੰ ਤੁਸੀਂ ਥੋੜ੍ਹੀ ਮੋਟੀ ਖੁੱਲ੍ਹ ਦੇਵੋਗੇ, ਠੀਕ ਹੈ, ਵੀ ਹਾਂ ਇਹ ਚੀਜ਼ ਤੂੰ ਕਰ ਰਿਹਾ, ਤੁਸੀਂ ਕਰਕੇ ਲੈ ਕੇ ਆਓ। ਜੇ ਉਹਨਾਂ ਉੱਪਰ ਤੁਸੀਂ ਪ੍ਰੈਸ਼ਰ ਬਣਾ ਕੇ ਰੱਖੋਗੇ, ਆਪਣੇ ਅਕੋਰਡਿੰਗ ਉਹਨਾਂ ਨੂੰ ਚਲਾਓਗੇ, ਫਿਰ ਅੰਦਰ ਬੱਚਿਆਂ ਅੰਦਰ ਕ੍ਰੀਏਟੀਵਿਟੀ ਪੈਦਾ ਨਹੀਂ ਹੋਵੇਗੀ। ਤਾਂ ਇਹਦਾ ਰਾਈਟ ਆਨਸਰ ਆਊਗਾ ਵੀ ਉਹਨਾਂ ਦੇ ਅਨੁਭਵ ਅਨੁਸਾਰ ਲਿਖਣ ਦੀ ਖੁੱਲ੍ਹ ਦਾ ਮੌਕਾ ਦੇਵੋਗੇ। ਜਦੋਂ ਬੱਚੇ ਆਪਣੇ ਆਪ ਆਪਦੇ ਐਕਸਪੀਰੀਅੰਸ ਦੇ ਅਕੋਰਡਿੰਗ ਕੋਈ ਚੀਜ਼ ਲਿਖਣਗੇ, ਤਾਂ ਉਹਨਾਂ ਨੂੰ ਜਦੋਂ ਮੌਕਾ ਮਿਲੂਗਾ ਤਾਂ ਉਹਨਾਂ 'ਚ ਅੰਦਰ ਕੀ ਆਊਗੀ? ਸਿਰਜਣਾਤਮਕਤਾ, ਯਾਨੀ ਕਿ ਕ੍ਰੀਏਟੀਵਿਟੀ ਆਊਗੀ ਰਾਜੀ, ਠੀਕ ਹੈ ਜੀ। ਇਹ ਸੀ 19ਵੇਂ ਦੇ ਕੁਐਸਚਨ ਬੀ। ਇਸ ਤੋਂ ਬਾਅਦ 20ਵਾਂ ਕੁਐਸਚਨ ਆ, ਦੇਖੋ ਵੀ ਭਾਸ਼ਾ ਵਿੱਚ ਮਾਈਂਡ ਮੈਪਿੰਗ ਤੋਂ ਕੀ ਭਾਵ ਹੈ? ਠੀਕ ਹੈ, ਮਾਈਂਡ ਮੈਪਿੰਗ ਤੋਂ ਕੀ ਭਾਵ ਹੈ ਵੀ ਤੁਸੀਂ ਬੱਚੇ ਦਾ ਮਾਈਂਡ, ਠੀਕ ਹੈ, ਉਹਨੂੰ ਇੱਕ ਮੈਪ ਬਣਾਉਣਾ, ਠੀਕ ਹੈ ਜੀ। ਮਾਈਂਡ ਮੈਪਿੰਗ ਇਹ ਨਾ ਸਮਝ ਲਓ ਪਤਾ ਨਹੀਂ ਕਿਸ ਤਰ੍ਹਾਂ ਦੀ ਕੋਈ ਚੀਜ਼ ਹੈ, ਵੀ ਉਹਨਾਂ ਦੀ ਇੱਕ ਸ਼ੇਪ ਦੇਣੀ ਆ ਮਾਈਂਡ ਨੂੰ, ਠੀਕ ਹੈ, ਮਾਈਂਡ ਸ਼ੇਪਿੰਗ ਬਣਾਉਣੀ ਆ। ਤਾਂ ਉਹ ਕਿਵੇਂ ਹੋਊਗੀ? ਭਾਸ਼ਾ ਦੇ ਵਿੱਚ, ਖਾਸ ਤੌਰ 'ਤੇ ਭਾਸ਼ਾ ਦੀ ਗੱਲ ਹੋ ਰਹੀ ਹੈ ਇੱਥੇ। ਮਨ ਦਾ ਚਿੱਤਰ ਬਣਾਉਣਾ, ਕਹਾਣੀ ਜਾਂ ਕਵਿਤਾ ਵਿੱਚ ਦੱਸੇ ਗਏ ਇਲਾਕੇ ਦੇ ਨਕਸ਼ੇ ਦਾ ਚਿੱਤਰ ਬਣਾਉਣਾ, ਠੀਕ ਹੈ ਜੀ। ਵਿਦਿਆਰਥੀਆਂ ਨੂੰ ਇੱਕ ਸਾਹਸੀ ਕਾਰਜ ਯੋਜਨਾ ਬਣਾ ਕੇ ਸੌਂਪ ਦੇਣਾ, ਤੇ ਮਤਲਬ ਵਿਦਿਆਰਥੀਆਂ ਨੂੰ ਇੱਕ ਸਾਹਸੀ ਕਾਰਜ ਯੋਜਨਾ ਬਣਾ ਕੇ ਸੌਂਪਣ ਲਈ ਕਹਿਣਾ ਵੀ ਇੱਕ ਸਾਹਸੀ ਕਾਰਜ ਮਤਲਬ ਕਿ ਜਿਹਦੇ ਵਿੱਚ ਬਹਾਦਰੀ ਨਾਲ ਕੋਈ ਕੰਮ ਕਰੇਗਾ, ਉਹਦੇ ਇੱਕ ਮਤਲਬ ਪਲੈਨਿੰਗ ਤਿਆਰ ਕਰਕੇ ਮੈਨੂੰ ਦੇਵੇ, ਹੈ ਨਾ। ਵਿਦਿਆਰਥੀਆਂ ਨੂੰ ਨਵੇਂ ਵਿਚਾਰਾਂ ਨੂੰ ਇਕੱਤਰ ਕਰਨ ਜਾਂ, ਠੀਕ ਹੈ, ਜਾਂ ਬਣਾਉਣ ਤੇ ਉਹਨਾਂ ਦੇ ਸੰਬੰਧਿਤ ਸਥਾਪਿਤ ਕਰਨ ਲਈ ਕਹਿਣਾ, ਠੀਕ ਹੈ। ਵਿਦਿਆਰਥੀਆਂ ਨੂੰ ਨਵੇਂ ਵਿਚਾਰਾਂ ਨੂੰ ਇਕੱਤਰ ਕਰਨ ਜਾਂ ਬਣਾਉਣ ਤੇ ਉਹਨਾਂ ਦੇ ਸੰਬੰਧਿਤ
ਉਹਨਾਂ ਦੇ ਸੰਬੰਧ ਸਥਾਪਿਤ ਕਰਨ ਲਈ ਕਹਿਣਾ। ਤਾਂ ਇਹਦਾ ਰਾਈਟ ਆਨਸਰ ਇਹੀ ਆਊਗਾ ਡੀ ਵਾਲਾ ਬੀਮਾ। ਵੀ ਦੇਖੋ ਵਿਦਿਆਰਥੀ ਨੂੰ ਅਸੀਂ ਨਵੇਂ ਵਿਚਾਰ ਇਕੱਤਰ ਕਰਨ ਲਈ ਕਹਾਂਗੇ ਵੀ ਤੂੰ ਆਪਦੇ ਅਕੋਰਡਿੰਗ ਨਵੇਂ ਵਿਚਾਰ ਲੈ ਕੇ ਆ ਤੇ ਉਹਨਾਂ ਨਾਲ ਸੰਬੰਧ ਸਥਾਪਿਤ ਕਰ, ਠੀਕ ਹੈ, ਜਿਹੜੇ ਵਿਚਾਰ ਨੇ, ਕਿਉਂਕਿ ਨਵੇਂ ਵਿਚਾਰ ਜੇ ਉਹਦੇ ਅੰਦਰ ਦਿਮਾਗ 'ਚ ਆਉਣਗੇ ਤੇ ਉਹਨਾਂ ਨਾਲ ਸੰਬੰਧ ਬਣਾਊਗਾ, ਰਿਲੇਸ਼ਨ ਬਣਾਊਗਾ, ਫਿਰ ਹੀ ਲਾਈਫ ਦੇ ਵਿੱਚ ਉਹਨਾਂ ਨੂੰ ਇੰਪਲੀਮੈਂਟ ਕਰ ਸਕੂਗਾ, ਉਹਨੂੰ ਲਾਗੂ ਕਰ ਸਕੂਗਾ ਨਵੇਂ ਵਿਚਾਰਾਂ ਨੂੰ, ਠੀਕ ਹੈ ਜੀ। ਤਾਂ ਇਹਦਾ ਇਹ ਹੋਊਗਾ ਆਪਾਂ ਮਾਈਂਡ ਮੈਪ ਬਣਾਉਣਾ ਬੱਚੇ ਦਾ, ਪਰ ਨਵੇਂ ਵਿਚਾਰਾਂ ਨੂੰ ਉਹਦੇ ਨੂੰ ਪਹਿਲ ਦੇਣੀ ਪਊਗੀ, ਇਹ ਆ। ਤਾਂ ਇਸ ਤੋਂ ਬਾਅਦ 21ਵਾਂ ਕੁਐਸਚਨ ਆ ਵੀ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਪੜ੍ਹੀ ਹੋਈ ਕਹਾਣੀ ਨੂੰ ਦੁਬਾਰਾ ਸੁਣਾਉਣ ਲਈ ਕਹਿਣ ਨਾਲ ਅਧਿਆਪਕ ਦੀ ਕਿਹੜੇ ਮੁਲਾਂਕਣ ਵਿੱਚ ਮਦਦ ਹੋਵੇਗੀ, ਠੀਕ ਹੈ। ਵਿਦਿਆਰਥੀਆਂ ਨੂੰ ਪਹਿਲਾਂ ਤੋਂ ਪੜ੍ਹੀ ਹੋਈ ਕਹਾਣੀ ਨੂੰ ਦੁਬਾਰਾ ਸੁਣਾਉਣ ਲਈ, ਹੁਣ ਬੱਚਿਆਂ ਨੇ ਮਤਲਬ ਕਿ ਪਹਿਲਾਂ ਕਹਾਣੀ ਪੜ੍ਹੀ ਹੋਈ ਆ, ਠੀਕ ਹੈ, ਵਿਦਿਆਰਥੀ ਨੂੰ ਪਹਿਲਾਂ ਕੋਈ ਪੜ੍ਹੀ ਹੋਈ ਕਹਾਣੀ ਨੂੰ ਦੁਬਾਰਾ ਸੁਣਾਉਣ ਲਈ ਕਹੂੰਗੇ ਤਾਂ ਅਧਿਆਪਕ ਕੀ ਯੂਜ਼ ਕਰ ਰਿਹਾ, ਉਹਨਾਂ ਦੀ ਯਾਦ ਸ਼ਕਤੀ ਮਤਲਬ ਕਿ ਚੈੱਕ ਕਰ ਰਿਹਾ, ਜਾਂ ਫਿਰ ਉਹਨਾਂ ਦੀ ਗ੍ਰਹਿਣ ਸ਼ਕਤੀ, ਜਾਂ ਫਿਰ ਉਚਾਰਨ, ਜਾਂ ਫਿਰ ਸ਼ਬਦ ਜੋੜ, ਠੀਕ ਹੈ। ਜਦੋਂ ਤੁਸੀਂ ਬੱਚਿਆਂ ਨੂੰ ਵੀ ਹਾਂ ਮੈਂ ਤੁਹਾਨੂੰ ਕਹਾਣੀ ਸੁਣਾਈ ਹੈ ਜਾਂ ਕੋਈ ਲੈਸਨ ਸੁਣਾਇਆ, ਉਸ ਤੋਂ ਬਾਅਦ ਮੈਂ ਤੁਹਾਨੂੰ ਕਹਾਂ ਵੀ ਦੁਬਾਰਾ ਚੀਜ਼ ਸੁਣਾਓ, ਤਾਂ ਇਹਦਾ ਰਾਈਟ ਆਨਸਰ ਹੋਊਗਾ ਰਾਜੇ ਬੀ ਗ੍ਰਹਿਣ ਸ਼ਕਤੀ। ਗ੍ਰਹਿਣ ਸ਼ਕਤੀ ਮਤਲਬ ਕਿ ਅਡਾਪਟ ਪਾਵਰ ਆਪਾਂ ਕਹਾਂਗੇ, ਅਡਾਪਟ ਫੋਰਸ ਕਹਾਂਗੇ, ਵੀ ਉਹਨਾਂ ਨੇ ਅਚੀਵਮੈਂਟ ਆਪਾਂ ਕਹਿ ਸਕਦੇ ਅਚੀਵ ਪਾਵਰ, ਠੀਕ ਹੈ, ਵੀ ਉਹਨਾਂ ਨੇ ਇਸ ਚੀਜ਼ ਨੂੰ ਕਿਵੇਂ ਅਚੀਵ ਕੀਤਾ ਸੀ, ਜਿਹੜਾ ਤੁਸੀਂ ਕਰਾਇਆ ਵੀ ਉਸ ਚੀਜ਼ ਨੂੰ ਉਹਨਾਂ ਨੇ ਗ੍ਰਹਿਣ ਕੀਤਾ, ਗ੍ਰਹਿਣ ਉਹਨਾਂ ਦੀ ਸ਼ਕਤੀ ਕਿਵੇਂ ਸੀ। ਗ੍ਰਹਿਣ ਦਾ ਮਤਲਬ ਹੁੰਦਾ ਪ੍ਰਾਪਤ ਕਰਨਾ, ਹੈ ਨਾ, ਗ੍ਰਹਿਣ ਹੁੰਦਾ ਪ੍ਰਾਪਤ ਕਰਨਾ, ਵੀ ਜਿਹੜੀ ਚੀਜ਼ ਪੜ੍ਹਾਈ ਆ ਉਹਨਾਂ ਨੇ ਆਪਣੇ ਅੰਦਰ ਕਿੰਨੀ ਕੁ ਗ੍ਰਹਿਣ ਕੀਤੀ ਆ, ਠੀਕ ਹੈ, ਕਿਤੇ ਉਹ ਭੁੱਲ ਗਏ ਹੁਣ, ਹਮੇਸ਼ਾ ਆਪਾਂ ਇਹੀ ਚੀਜ਼ ਚੈੱਕ ਕਰਦੇ ਵੀ ਕਿੰਨੀ ਚੀਜ਼ ਨੇ ਗ੍ਰਹਿਣ ਕੀਤੀ ਹੈ, ਜਾਣੀ ਕਿ ਅੰਦਰ ਆਪਣੇ ਅੰਦਰ ਸਮਾਈ ਆ, ਪ੍ਰਾਪਤ ਕਰੀ ਆ ਜਿਹੜੀ ਚੀਜ਼। ਇੱਕ ਲਿਖਿਤ ਡਿਸਆਰਡਰ ਹੈ, ਲਿਖਿਤ ਡਿਸਆਰਡਰ ਹੈ, ਲਿਖਿਤ ਮਤਲਬ ਕਿ ਰੀਡਿੰਗ ਡਿਸਆਰਡਰ, ਰੀਡਿੰਗ ਡਿਸਆਰਡਰ ਵੀ ਲਿਖਣ ਨਾਲ ਸੰਬੰਧਿਤ ਕਿਹੜੀ ਚੀਜ਼ ਸੰਬੰਧਿਤ ਹੈ, ਡਿਸਲੈਕਸੀਆ, ਡਿਸਗ੍ਰਾਫੀਆ, ਡਿਸਕੈਲਕੂਲੀਆ, ਡਿਸਫੋਰੀਆ, ਲਿਖਣ ਨਾਲ ਸੰਬੰਧਿਤ ਹੈ ਰੀਡਿੰਗ ਡਿਸਆਰਡਰ। ਮੈਂ ਤੁਹਾਨੂੰ ਇਹ ਚੰਗੀ ਤਰ੍ਹਾਂ ਪਹਿਲਾਂ ਵੀ ਸਮਝਾ ਚੁੱਕਿਆ, ਤਾਂ ਇਹਦਾ ਡਿਸਗ੍ਰਾਫੀਆ ਹੋਊਗਾ। ਦੇਖੋ ਆਪਾਂ ਲਿਖਣ ਦੇ ਲਈ ਪੈਨ ਪੈਨਸਿਲ ਦਾ ਯੂਜ਼ ਕਰਦੇ, ਮੈਂ ਤੁਹਾਨੂੰ ਦੱਸਿਆ ਸੀ, ਪੈਨ ਜਾਂ ਪੈਨਸਿਲ ਲਗਾ ਲਓ, ਹੈ ਨਾ, ਆਪਾਂ ਯੂਜ਼ ਕਰਦੇ ਹਾਂ, ਤੇ ਪੇਜ ਦਾ ਯੂਜ਼ ਕਰਦੇ ਜਿਹਦੇ ਉੱਪਰ ਗ੍ਰਾਫ ਬਣਿਆ ਹੋਊਗਾ। ਤਾਂ ਜਦੋਂ ਆਪਾਂ ਇਹਨਾਂ ਦੋਨਾਂ ਦਾ ਆਪਾਂ ਪੈਨ ਪੈਨਸਿਲ ਨਾਲ ਹੀ ਆਪਾਂ ਕੀ ਕਰਦੇ ਹਾਂ, ਲਿਖਦੇ ਹਾਂ ਚੀਜ਼ ਨੂੰ, ਗ੍ਰਾਫ ਦੇ ਲਈ ਆਪਾਂ ਲਿਖਣ ਦਾ ਯੂਜ਼ ਕਰਦੇ ਹਾਂ ਕਿਸੇ ਵੀ ਪੇਜ ਦਾ। ਤਾਂ ਇਸ ਤਰ੍ਹਾਂ ਸਮਝਾਇਆ ਸੀ ਇਹ। ਇਸ ਤੋਂ ਬਾਅਦ ਅਗਲਾ ਕੁਐਸਚਨ ਆ, ਪੜ੍ਹਨਾ ਸਿਰਫ ਲਿਖਤੀ ਪਾਠ ਦਾ ਉਚਾਰਨ ਹੀ ਨਹੀਂ ਬਲਕਿ ਇਹਦਾ ਹੋਰ ਵੀ ਮਹੱਤਵ ਹੈ। ਪੜ੍ਹਨਾ ਸਿਰਫ ਲਿਖਤੀ ਪਾਠ ਦਾ ਉਚਾਰਨ ਹੀ ਨਹੀਂ ਬਲਕਿ ਇਸ ਤੋਂ ਇਲਾਵਾ ਹੋਰ ਵੀ ਹੈ, ਵੀ ਇਹ ਨਹੀਂ ਹੈਗਾ ਵੀ ਰੀਡਿੰਗ ਦਾ ਮਤਲਬ ਇਹ ਹੈ ਵੀ ਜੇ ਬੁੱਕ ਦੇ ਵਿੱਚ ਕੋਈ ਚੀਜ਼ ਛਪੀ ਹੋਈ ਹੈ ਸਿਰਫ ਆਪਾਂ ਉਹਨੂੰ ਪੜ੍ਹ ਲਈਏ, ਇਹਦਾ ਮਤਲਬ ਇਹ ਨਹੀਂ ਹੈਗਾ। ਇਹਦਾ ਮਤਲਬ ਕੀ ਆਪਸ਼ਨ ਇੱਥੇ ਮਾਹਿਰ ਵਕਤਾ ਬਣਨ ਲਈ, ਠੀਕ ਹੈ, ਬਣਨ ਲਈ ਆਊਗਾ ਇੱਥੇ, ਵੈਸੇ ਮਾਹਿਰ ਵਕਤਾ ਬਣਨ ਲਈ, ਤੇ ਪਾਠ ਦੇ ਅਰਥਾਂ ਦੀ ਸੂਝ-ਬੂਝ ਲਈ, ਨਵੀਂ ਸ਼ਬਦਾਵਲੀ ਅਤੇ ਵਾਕ ਮੰਤਰ ਸਿੱਖਣ ਲਈ, ਨਵੇਂ ਸ਼ਬਦਾਂ ਦੇ ਉਚਾਰਨ ਦੀਆਂ ਮੁਸ਼ਕਲਾਂ ਤੇ ਕਾਬੂ ਪਾਉਣ ਦੇ ਲਈ, ਠੀਕ ਹੈ ਜੀ। 23ਵਾਂ ਕੁਐਸਚਨ ਆਪਣਾ ਇਹ, ਪੜ੍ਹਨਾ ਸਿਰਫ ਲਿਖਤੀ ਪਾਠ ਦਾ ਉਚਾਰਨ ਹੀ ਨਹੀਂ ਬਲਕਿ ਇਹਦਾ ਹੋਰ ਵੀ ਮਹੱਤਵ ਹੈ, ਠੀਕ ਹੈ। ਜਦੋਂ ਤੁਸੀਂ ਕੋਈ ਚੀਜ਼ ਪੜ੍ਹ ਰਹੇ ਹੋ ਤਾਂ ਇਹ ਮਤਲਬ ਇਹ ਨਹੀਂ ਹੈਗਾ ਤੁਸੀਂ ਰੱਟਾ ਮਾਰ ਰਹੇ ਹੋ ਵੀ ਹਾਂ ਚੀਜ਼ ਲਿਖੀ ਹੋਈ ਹੈ, ਤਾਂ ਉਹਦਾ ਮਤਲਬ ਆਊਗਾ ਵੀ ਪਾਠ ਦੇ ਅਰਥਾਂ ਦੀ ਸੂਝ-ਬੂਝ ਲਈ ਆ, ਵੀ ਹਾਂ ਸਾਨੂੰ ਪਾਠ ਦੇ ਸੂਝ-ਬੂਝ ਆਪਾਂ ਨੂੰ ਆਉਣੀ ਚਾਹੀਦੀ ਆ, ਪਾਠ ਦੇ ਜਿਹੜੇ ਅਰਥ ਦਿੱਤੇ ਹੋਏ ਨੇ, ਠੀਕ ਹੈ ਜੀ। ਜਦੋਂ ਤੁਸੀਂ ਉਹ ਚੀਜ਼ ਨੂੰ ਸਮਝ ਗਏ, ਪਾਠ ਦੇ ਅਰਥ ਨੂੰ ਸਮਝ ਗਏ ਸੂਝ-ਬੂਝ ਨਾਲ, ਤਾਂ ਹੀ ਤੁਸੀਂ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਸੋਲਵ ਕਰ ਪਾਓਗੇ, ਠੀਕ ਹੈ ਜੀ। ਪਾਠ ਦੇ ਅਰਥਾਂ ਦੀ ਸੂਝ-ਬੂਝ ਇਹਦਾ ਰਾਈਟ ਆਨਸਰ ਆਊਗਾ। ਇਸ ਤੋਂ ਬਾਅਦ ਅਗਲਾ ਕੁਐਸਚਨ ਹੈ, ਪਹਿਲੀ ਜਮਾਤ ਦੀ ਭਾਸ਼ਾ ਦੀ ਇੱਕ ਪਾਠ ਪੁਸਤਕ 35 2 ਅੱਖਰਾਂ ਵਾਲੇ ਸ਼ਬਦਾਂ ਅਤੇ 3 ਅੱਖਰਾਂ ਵਾਲੇ ਸ਼ਬਦਾਂ ਵਿੱਚੋਂ ਹੁੰਦੀ ਹੋਈ ਕਹਾਣੀਆਂ ਤੇ ਕਵਿਤਾਵਾਂ ਤੱਕ ਪਹੁੰਚਦੀ ਹੈ। ਪਾਠ ਪੁਸਤਕ ਵਿੱਚ ਕਿਹੜੀ ਪਹੁੰਚ ਬਣਾਈ ਗਈ ਹੈ। ਬਹੁਤ ਸੋਹਣਾ ਕੁਐਸਚਨ ਹੈ ਜੇ ਦੇਖਿਆ ਜਾਵੇ। ਇਹ ਜੇ ਗੱਲ ਕਰਾਇਆ ਲੱਗ ਵੀ ਲੰਬਾ ਸਾਰਾ ਲਿਖਿਆ ਪਿਆ, ਐਡੀ ਵੱਡੀ ਲਾਈਨ। ਪਹਿਲਾਂ ਕੀ ਹੁੰਦਾ, ਪਹਿਲਾਂ 35 ਅੱਖਰ ਆਏ, ਠੀਕ ਹੈ ਜੀ। ਪਹਿਲਾਂ ਆਪਣਾ ਊੜਾ ਆਇਆ, ਫਿਰ ਉਹਦੇ ਬਾਅਦ 2 ਅੱਖਰ ਆਏ, ਜਿਵੇਂ ਆਪਾਂ ਕਹਿੰਦੇ ਵੀ ਘੱਗਾ ਰਾਰਾ ਘਰ ਆਇਆ। ਪਹਿਲਾਂ ਦੇਖੋ ਊੜਾ ਆਇਆ ਸਾਰਾ, ਹੈ ਨਾ, ਫਿਰ ਘੱਗਾ ਰਾਰਾ 2 ਅੱਖਰ ਵਾਲੇ ਸ਼ਬਦ ਆਏ, ਫਿਰ 3 ਅੱਖਰਾਂ ਵਾਲੇ, ਜਿਵੇਂ ਆਪਾਂ ਕਮਲ ਲਿਖਦੀ ਜਾਂ ਕਲਮ ਲਿਖਦੀ ਹੈ ਨਾ, 3 ਅੱਖਰਾਂ ਵਾਲੇ ਸ਼ਬਦ ਹੈ। ਫਿਰ ਉਸ ਤੋਂ ਬਾਅਦ ਉਹ ਕਹਾਣੀਆਂ 'ਤੇ ਪਹੁੰਚੀ, ਫਿਰ ਕਵਿਤਾਵਾਂ 'ਤੇ, ਮਤਲਬ ਕਿ ਇਹਦਾ ਉਹਦੇ ਵਿੱਚ ਆ ਗਈ, ਵਾਕਾਂ ਦੇ ਵਿੱਚ ਹੋਣ ਲੱਗ ਗਈ, ਪੂਰੇ ਮਤਲਬ ਪੈਰੇ ਬਣ ਗਏ। ਮਤਲਬ ਕਿ ਇੱਕ ਸੀਕੁਐਂਸ ਬਣਦਾ ਜਾ ਰਿਹਾ ਨਾ, ਇਹ ਪੂਰਾ ਇੱਕ ਸੀਕੁਐਂਸ ਬਣਦਾ ਜਾ ਰਿਹਾ। ਤਾਂ ਇਹ ਕਿਹੜੀ ਪਹੁੰਚ ਹੈਗੀ, ਹੇਠਾਂ ਤੋਂ ਉੱਪਰ ਵੱਲ ਵਾਲੀ ਪਹੁੰਚ ਹੈ, ਉੱਪਰ ਤੋਂ ਹੇਠਾਂ ਵੱਲ ਵਾਲੀ ਪਹੁੰਚ ਆ, ਅਨੁਸ਼ਾਸਨੀ ਪਹੁੰਚ ਆ, ਪਾਠਕ੍ਰਮ ਬਣਾਉਣ ਦੀ ਪਹੁੰਚ ਹੈ। ਇਹ ਦੇਖਣਾ ਤੁਸੀਂ। ਤਾਂ 24ਵੇਂ ਦਾ ਰਾਈਟ ਆਨਸਰ ਆਊਗਾ ਹੇਠਾਂ ਤੋਂ ਉੱਪਰ ਵੱਲ, ਠੀਕ ਹੈ ਜੀ। ਬੋਟਮ ਟੂ ਟੌਪ, ਹੁਣ ਪੰਜਾਬੀ ਦੇ ਵਿੱਚ ਆਪਾਂ ਕਹਾਂਗੇ ਬੋਟਮ ਟੂ ਟੌਪ,
ठीक है। ਆਪਾਂ ਪਹਿਲਾਂ ਕੋਈ ਵੀ ਚੀਜ਼ ਇਹ ਤਾਂ ਨਹੀਂ ਹੈਗਾ ਆਪਾਂ ਟੌਪ ਤੋਂ ਮਤਲਬ ਸ਼ੁਰੂ ਕਰਦੇ ਆ ਵੀ ਹਾਂ ਪਹਿਲਾਂ ਆਪਾਂ ਪਹਿਲਾਂ ਬੱਚੇ ਨੂੰ ਕਵਿਤਾਵਾਂ ਫਿਰ ਕਹਾਣੀਆਂ ਫਿਰ ਇਹ ਤਾਂ ਨਹੀਂ ਵੀ ਮੈਂ ਕਲਮ ਪਹਿਲਾਂ ਬੱਚੇ ਫਿਰ ਉਸ ਤੋਂ ਬਾਅਦ ਘਰ ਉਹਨੂੰ ਦੱਸਾਂਗੇ ਫਿਰ ਊੜਾ ਅੜਾ ਸਕੈਮ। ਪਹਿਲਾਂ ਆਪਾਂ ਹਮੇਸ਼ਾ ਛੋਟੇ ਤੋਂ ਮਤਲਬ ਕਿ ਆਪਾਂ ਨੀਚੇ ਤੋਂ ਸਟਾਰਟ ਕਰਦੇ ਹੁੰਦੇ ਹਾਂ ਸਟਾਰਟਿੰਗ ਦੇ ਵਿੱਚੋਂ, ਦੈਨ ਆਪਾਂ ਉੱਪਰ ਚੱਲਦੇ ਹਾਂ। ਇਹ ਚੀਜ਼ ਆਊਗਾ ਇਹਦਾ ਉੱਪਰ ਤੋਂ ਹੇਠਾਂ ਤੋਂ ਉੱਪਰ ਵੱਲ ਇਹ ਪਹੁੰਚ ਅਪਣਾਵਾਂਗੇ ਆਪਾਂ। ਇਸ ਤੋਂ ਬਾਅਦ ਵੀ ਪੜ੍ਹਨ ਵਿੱਚ ਵਿਘਨ ਕੀ ਆ, ਠੀਕ ਹੈ ਜੀ। ਪੜ੍ਹਨ ਇਹ ਹੈਗਾ, ਪੜ੍ਹਨ ਦਾ ਤੁਹਾਨੂੰ ਪਤਾ ਹੀ ਲੱਗ ਗਿਆ ਸੀਗਾ ਹੈ ਨਾ। ਪੜ੍ਹਨ ਦਾ ਕੀ ਸੀਗਾ, ਰੀਡਿੰਗ। ਇਹ ਚੀਜ਼ ਆ ਰੀਡਿੰਗ, ਸ਼ਾਇਦ ਮੈਂ ਉੱਪਰ ਲਿਖਣ ਦੇ ਵਿੱਚ ਥੋੜ੍ਹਾ ਜਿਹਾ ਉਹ ਕਰ ਗਿਆ ਸੀਗਾ, ਹਾਂਜੀ ਰੀਡਿੰਗ ਡਿਸਆਰਡਰ ਲਿਖਤਾ ਸੀ। ਅਤੇ ਇਹ ਹੈਗਾ ਰਾਈਟਿੰਗ, ਬਾਈ में ਰਾਈਟਿੰਗ ਡਿਸਆਰਡਰ, ਠੀਕ ਹੈ। ਇਹ ਡਿਸਗ੍ਰਾਫੀਆ ਹੋਊਗਾ, ਉਹ ਰੀਡਿੰਗ ਲਿਖਤਾ ਸੀ। ਹਾਂਜੀ ਅਗਲਾ ਗਾ, ਹਾਂ ਇਹ ਵੀ ਰੀਡਿੰਗ ਡਿਸਆਰਡਰ ਅਲੱਗ ਆ ਇਹ, ਠੀਕ ਹੈ। ਉਹ ਉੱਪਰਲਾ ਸੀਗਾ ਰਾਈਟਿੰਗ ਡਿਸਆਰਡਰ। ਦੇਖੋ 2 ਵਾਰੀ ਕੁਐਸਚਨ ਰਿਪੀਟ ਹੋਇਆ। ਉਹਨੇ ਕੀ ਕਰਿਆ ਹੋਇਆ ਸੀ, ਪਹਿਲਾਂ ਇੰਗਲਿਸ਼ ਦੇ ਵਿੱਚ ਲਿਖਤਾ, ਹੁਣ ਪੰਜਾਬੀ ਦੇ ਵਿੱਚ ਲਿਖਤਾ। ਇੱਥੇ ਪੜ੍ਹਨ ਵਿੱਚ ਵਿਘਨ ਲਿਖਤਾ, ਪਹਿਲਾਂ ਉਹਨੇ ਰੀਡਿੰਗ ਲਿਖਤਾ। ਫਰਕ ਕੀ ਆ ਬਸ ਇੱਥੇ ਪੰਜਾਬੀ ਅਤੇ ਇੰਗਲਿਸ਼ ਦਾ ਹੈਗਾ, ਆਨਸਰ ਸੇਮ ਹੀ ਆ, ਠੀਕ ਹੈ। ਇਹ ਤਾਂ ਮੈਨੂੰ ਦੱਸੀ ਦਿੱਤਾ ਸੀਗਾ ਡਿਸਲੈਕਸੀਆ, ਠੀਕ ਹੈ ਜੀ। ਇਹ ਚੀਜ਼ ਆ। ਇਸ ਤੋਂ ਬਾਅਦ ਇੱਕ ਅਧਿਆਪਕ ਨੂੰ ਭਾਸ਼ਾ ਦੀ ਜਮਾਤ ਵਿੱਚ ਲਿਖਾਈ ਦੀ ਸ਼ੁਰੂਆਤ ਕਰਦਿਆਂ ਚਾਹੀਦਾ ਹੈ ਕਿ ਉਹ ਵੀ ਜਦੋਂ ਇੱਕ ਅਧਿਆਪਕ, ਠੀਕ ਹੈ, ਲਿਖਾਈ ਦੀ ਸ਼ੁਰੂਆਤ ਕਰ ਰਿਹਾ ਕਲਾਸ ਦੇ ਵਿੱਚ, ਤਾਂ ਉਹ ਕੀ ਕਰੂਗਾ, ਪਹਿਲਾਂ ਵਿਦਿਆਰਥੀਆਂ ਨੂੰ ਵਿਸ਼ੇ ਉੱਪਰ ਦਿਮਾਗ ਲਗਾ ਕੇ ਵਿਚਾਰ ਪੈਦਾ ਕਰਨ ਲਈ ਕਹੂਗਾ। ਇਸ ਤੋਂ ਬਾਅਦ ਬੀ ਆਪਸ਼ਨ ਆ ਵੀ ਵਿਦਿਆਰਥੀਆਂ ਨੂੰ ਬਲੈਕ ਬੋਰਡ 'ਤੇ ਇੱਕ ਵਿਸ਼ੇ ਉੱਪਰ ਪੈਰਾ ਦੇਖ ਕੇ ਲਿਖਣ ਲਈ ਕਹੂਗਾ। ਸੀ ਆਪਸ਼ਨ ਹੈ ਵੀ ਵਿਦਿਆਰਥੀਆਂ ਨੂੰ ਸਕੂਲ ਆਉਣ ਤੋਂ ਪਹਿਲਾਂ ਵੱਖੋ ਵੱਖਰੇ ਪੈਰੇ ਪੜ੍ਹਨ ਲਈ ਕਹੂਗਾ। ਵਿਦਿਆਰਥੀਆਂ ਨੂੰ ਸੁੰਦਰ ਲਿਖਾਈ ਲਿਖਣ ਲਈ ਕਹੂਗਾ। 26ਵਾਂ ਕੁਐਸਚਨ, ਤਾਂ ਇਹਦੇ ਵਿੱਚ ਤੁਸੀਂ ਲਿਖਾਈ ਦੀ ਸ਼ੁਰੂਆਤ ਕਰਨੀ ਆ, ਠੀਕ ਹੈ। ਤਾਂ ਇਹਦਾ ਰਾਈਟ ਆਨਸਰ ਆਊਗਾ ਏ, ਵਿਦਿਆਰਥੀਆਂ ਨੂੰ ਵਿਸ਼ੇ ਉੱਪਰ ਦਿਮਾਗ ਲਗਾ ਕੇ ਵਿਚਾਰ ਪੈਦਾ ਕਰਨ ਲਈ ਕਹੂਗਾ। ਜਦੋਂ ਹੁਣ ਤੁਸੀਂ ਲਿਖਣ ਦੀ ਸ਼ੁਰੂਆਤ ਕਰਨੀ ਹੈ ਤਾਂ ਬੱਚੇ ਦੇ ਆਪਾਂ ਵਿਚਾਰ ਵੀ ਤਾਂ ਦੇਖਣੇ, ਵਿਚਾਰ ਪੈਦਾ ਕਰਨੇ ਦੇ ਅੰਦਰ, ਚੰਗੇ ਵਿਚਾਰ ਪੈਦਾ ਕਰਨੇ ਆ। ਤਾਂ ਇਹਦਾ ਰਾਈਟ ਆਨਸਰ ਵਿਦਿਆਰਥੀ ਨੂੰ ਵਿਸ਼ੇ ਉੱਪਰ ਦਿਮਾਗ ਲਗਾ ਕੇ, ਵੀ ਦਿਮਾਗ ਲਗਾਇਓ ਵਿਸ਼ੇ ਦੇ ਉੱਪਰ ਅਤੇ ਆਪਣੇ ਵਿਚਾਰ ਦੱਸੇ, ਫਿਰ ਹੀ ਉਹ ਉਹਦੇ ਉੱਪਰ ਲਿਖੇ। ਉਹਦੇ ਉੱਪਰ ਆਪਾਂ ਕਹਿੰਦੇ ਨੇ ਵੀ ਆਪਣੇ ਖੁੱਲ੍ਹ ਕੇ ਵਿਚਾਰ ਦੱਸੋ ਇਹਦੇ ਬਾਰੇ, ਤਾਂ ਲਿਖੋ। ਲਿਖਣ ਦੀ ਜਦੋਂ ਕਲਾ ਵਿਕਸਿਤ ਕਰਨੀ ਹੈ, ਲਿਖਾਈ ਦੀ ਸ਼ੁਰੂਆਤ ਕਰਨੀ ਹੈ, ਤਾਂ ਓਬਵੀਅਸਲੀ ਉਸਨੂੰ ਪਹਿਲਾਂ ਆਪਾਂ ਉਹਦੇ ਵਿਚਾਰ ਦੇਖਾਂਗੇ ਵੀ ਹਾਂ ਕਿਵੇਂ ਲਿਖ ਰਿਹਾ। ਉਹ ਲਿਖੂਗਾ ਆਪਦੀ ਆਜ਼ਾਦੀ ਨਾਲ, ਉਹਦੇ ਨਾਲ ਆਪਾਂ ਉਹਦੀ ਲਿਖਤ ਦਾ ਪਤਾ ਲੱਗੂਗਾ, ਹੈ ਨਾ। ਇਹ ਚੀਜ਼ ਆ। ਇੱਕ ਬੱਚਾ ਮੁੱਢਲੇ ਰੂਪ ਵਿੱਚ ਮਾਂ ਬੋਲੀ ਗ੍ਰਹਿਣ ਕਰਦਾ, ਸਭ ਤੋਂ ਪਹਿਲਾਂ ਵੀ ਸਟਾਰਟਿੰਗ ਕਿੱਥੋਂ ਹੁੰਦੀ ਹੈ ਇਹਦੀ ਮਾਂ ਬੋਲੀ, ਪਹਿਲਾਂ ਵੀ ਸੁਣ ਕੇ, ਬੋਲ ਕੇ, ਲਿਖ ਕੇ, ਇੱਕ ਰਸਮੀ ਸਿਖਲਾਈ ਦੇ ਰੂਪ ਵਿੱਚ, ਠੀਕ ਹੈ। ਤਾਂ ਕਈ ਸੋਚਣਗੇ ਵੀ ਹਾਂ ਜੀ ਰਸਮੀ ਸਿਖਲਾਈ ਦੇ ਰੂਪ ਵਿੱਚ ਗ੍ਰਹਿਣ ਕਰੂਗਾ। ਕਦੇ ਵੀ ਨਹੀਂ, ਬੱਚਾ ਹਮੇਸ਼ਾ ਮੁੱਢਲੀ ਜਿਹੜੀ ਭਾਸ਼ਾ, ਠੀਕ ਹੈ, ਮਦਰ ਟੰਗ ਆਪਣੀ ਮਾਂ ਬੋਲੀ ਉਹ ਗ੍ਰਹਿਣ ਕਰਦਾ ਗਾ ਸੁਣ ਕੇ, ਠੀਕ ਹੈ। ਜੋ ਪਰਿਵਾਰ ਦੇ ਵਿੱਚ ਭਾਸ਼ਾ ਸੁਣਦਾ ਦੈਨ ਉਸਨੂੰ ਗ੍ਰਹਿਣ ਕਰਦਾ। ਇਹ ਕੁਐਸਚਨ ਆ ਜਿਵੇਂ ਭਾਰਤ ਵਿੱਚ ਕਿੰਨੇ ਭਾਸ਼ਾ ਪਰਿਵਾਰ ਨੇ, ਇਹ ਕੁਐਸਚਨ ਕਈ ਵਾਰ ਰਿਪੀਟ ਹੋਇਆ ਵੈਸੇ ਵੀ ਕਿੰਨੇ ਭਾਸ਼ਾ ਪਰਿਵਾਰ ਨੇ, ਹੈ ਨਾ। ਤਾਂ ਕਈਆਂ ਨੂੰ ਤਾਂ ਚਲੋ ਇਸ ਚੀਜ਼ ਦੇ ਵਿੱਚ ਦਿੱਕਤ ਆਉਂਦੀ ਵੀ ਸਮਝ ਨਹੀਂ ਆਉਂਦੀ ਵੀ ਪਤਾ ਨਹੀਂ ਕੀ ਕਿਹੋ ਜਿਹਾ ਕੁਐਸਚਨ ਆ ਇਹ, ਬਟ ਮੈਂ ਤੁਹਾਨੂੰ ਲਿਖਵਾ ਦਿੰਦਾ ਵੀ ਕਿਹੜੇ ਕਿਹੜੇ ਨੇ, ਠੀਕ ਹੈ ਜੀ। ਉਹ ਇੰਡੋ ਯੂਰਪੀਅਨ ਨੇ, ਇੱਕ ਤਾਂ ਇੰਡੋ ਯੂਰਪੀਅਨ, ਹੈ ਨਾ, ਇਹ ਆ ਗਏ 4 ਨੇ ਵੈਸੇ ਤਾਂ ਰਾਈਟ ਆਨਸਰ 4 ਆਊਗਾ, ਠੀਕ ਹੈ। ਇਹ ਕੁਐਸਚਨ ਨਵਾਂ ਜਿਹਾ ਨਿਕਲ ਕੇ ਆਊ ਬੱਚਿਆਂ ਵਾਸਤੇ। ਇੰਡੋ ਯੂਰਪੀਅਨ ਹੁੰਦੇ ਆ ਰਾਜੇ, ਇੱਕ ਤਾਂ ਇਹ ਲਿਖ ਲੈਣਾ। ਇੱਕ ਦਰਾਵਿੜੀਅਨ ਹੁੰਦੇ ਆ, ਦਰਾਵਿੜੀਅਨ ਹੁੰਦੇ ਆ। ਇੰਡੋ ਯੂਰਪੀਅਨ ਹੋ ਗਏ, ਦਰਾਵਿੜੀਅਨ ਹੋ ਗਏ, ਅਤੇ ਇੱਕ ਹੁੰਦੇ ਹੈਗਾ ਤਿੱਬਤੀਅਨ, ਤਿੱਬਤੀਅਨ। ਇਹ ਨਾ ਲਿਖਿਓ, ਤਿੱਬਤੀਅਨ ਲਿਖ ਲਿਓ, ਠੀਕ ਹੈ। ਤਿੱਬਤੀਅਨ। ਅਤੇ ਚੌਥਾ ਆਪਾਂ ਇਹਦੇ ਵਿੱਚ ਲਿਖ ਸਕਦੇ ਹਾਂ ਇੱਕ ਹੋਰ ਹੁੰਦਾ ਗਾ, ਉਹ ਵੀ ਮੌਨ ਖੈਮਰ। ਇਹ 4 ਨੇ, ਠੀਕ ਹੈ ਜੀ। ਬਸ ਵੈਸੇ ਜ਼ਿਆਦਾ ਹੀ ਪੁੱਛ ਜਾਂਦੇ ਵੀ ਕਿੰਨੇ ਨੇ, ਕਿਉਂਕਿ ਔਖੇ ਜਿਹੇ ਨਾਮ ਨੇ। ਇੰਡੋ ਯੂਰਪੀਅਨ, ਦਰਾਵਿੜ, ਤਿੱਬਤੀਅਨ ਅਤੇ ਮੌਨ ਖੈਮਰ, ਇਹ ਚੀਜ਼ ਨੇ, ਠੀਕ ਹੈ ਜੀ। ਮੌਨ ਖੈਮਰ, ਇਹ 4 ਭਾਸ਼ਾ ਪਰਿਵਾਰ ਨੇ ਭਾਰਤ ਵਿੱਚ। ਹਾਂਜੀ, ਭਾਸ਼ਾ ਦੀ ਜਮਾਤ ਵਿੱਚ ਭਾਸ਼ਾ ਅਧਿਆਪਨ ਦੀ ਕਿਹੜੀ ਵਿਧੀ ਮਾਂ ਬੋਲੀ ਦੀ ਵਰਤੋਂ ਨੂੰ ਖਾਰਿਜ ਕਰਦੀ ਹੈ, ਠੀਕ ਹੈ ਜੀ। ਕਿਹੜੀ ਵਿਧੀ ਹੈ ਜਿਹੜੀ ਭਾਸ਼ਾ ਅਧਿਆਪਨ ਦੀ, ਜਿਹੜੀ ਮਾਂ ਬੋਲੀ ਨੂੰ ਵੀ ਮਦਰ ਟੰਗ ਨੂੰ ਜਿਹੜੀ ਉਹ ਖਾਰਿਜ ਕਰਦੀ ਹੈ, ਮਤਲਬ ਕਿ ਉਹਨੂੰ ਐਕਸੈਪਟ ਨਹੀਂ ਕਰਦੀ ਵੀ ਇਹਦੀ ਲੋੜ ਨਹੀਂ ਪੈਂਦੀ। ਤਾਂ ਇਹਦੀ ਡਾਇਰੈਕਟ ਮੈਥਡ, ਆਡੀਓ ਲਿੰਗੁਅਲ ਮੈਥਡ ਅਤੇ ਇਮਸਰਨ ਮੈਥਡ,
ਨੈਚੁਰਲ ਮੈਥਡ। ਤਾਂ ਇਹਦੇ ਵਿੱਚ ਰਾਈਟ ਆਨਸਰ ਆਏਗਾ ਇਹਦਾ ਰਾਜਾ ਏ, ਡਾਇਰੈਕਟਰ ਮੈਥਡ। ਠੀਕ ਹੈ ਜੀ, ਡਾਇਰੈਕਟ ਮੈਥਡ ਦੇ ਵਿੱਚ ਆਪਾਂ ਨੂੰ ਜਿਹੜਾ ਮਾਂ ਬੋਲੀ ਦੀ ਲੋੜ ਨਹੀਂ ਪੈਂਦੀ ਜਦੋਂ ਆਪਾਂ ਡਾਇਰੈਕਟ ਮੈਥਡ ਯੂਜ਼ ਕਰਦੇ ਹਾਂ। ਠੀਕ ਹੈ, ਇਹ ਤੁਹਾਨੂੰ ਐਜ਼ ਇਟ ਨਵੇਂ ਜੋ ਕੁਐਸਚਨ ਦੇਖਣ ਨੂੰ ਮਿਲਣਗੇ, ਕਿਉਂਕਿ ਇਹਦੇ ਵਿੱਚ ਕੀ ਆ, ਤੁਹਾਨੂੰ ਕੁਝ ਕੁਐਸਚਨ ਇਸ ਤਰ੍ਹਾਂ ਹੀ ਯਾਦ ਰੱਖਣੇ ਪੈਣਗੇ। ਇਹਨਾਂ ਦਾ ਕੋਈ ਸ਼ਾਰਟ ਫਾਰਮ ਨਹੀਂ ਹੈਗਾ, ਇਹਨੂੰ ਐਵੇਂ ਨਹੀਂ ਹੈਗਾ, ਕਿਉਂਕਿ ਤੁਹਾਨੂੰ ਇਹ ਪਤਾ ਹੈਗਾ ਵੀ ਜੇ ਪੰਜਾਬੀ ਪੈਡਾਗੋਜੀ ਦੇ 15 ਕੁਐਸਚਨ ਆਉਂਦੇ ਆ ਤਾਂ ਉਹਦੇ ਵਿੱਚ 2-3 ਤਾਂ ਇਹੋ ਜਿਹੇ ਕੁਐਸਚਨ ਪਾਉਂਦੇ ਆ ਉਹ ਵੀ ਬੱਚੇ ਨੂੰ ਥੋੜ੍ਹਾ ਜਿਹਾ ਦਿੱਕਤ ਆਉਂਦੀ ਆ ਸਮਝਣ ਦੇ ਵਿੱਚ। ਬਟ ਉਹਨਾਂ ਨੂੰ ਜੇ ਸਹੀ ਤਰੀਕੇ ਨਾਲ ਦੇਖੋ, ਡਾਇਰੈਕਟ ਤਰੀਕੇ ਦੇ ਵਿੱਚ ਆਪਾਂ ਕਦੇ ਵੀ ਆਪਾਂ ਨੂੰ ਲੋੜ ਨਹੀਂ ਪੈਂਦੀ। ਹੁਣ ਮੈਂ ਤੁਹਾਡੇ ਨਾਲ ਸਿੱਧੀ ਮਤਲਬ ਕਿ ਕੋਈ ਗੱਲਬਾਤ ਕਰਨੀ ਆ, ਠੀਕ ਹੈ, ਕੋਈ ਵੀ ਉਹ ਕਰਨਾ, ਠੀਕ ਹੈ, ਤਾਂ ਡਾਇਰੈਕਟਰ ਮੈਥਡ ਇੱਕ ਡਾਇਰੈਕਟ ਮੈਥਡ ਆ ਜਿਹੜਾ, ਉਹ ਇਹ ਨਹੀਂ ਕਹਿੰਦਾ ਵੀ ਹਾਂ ਉਹ ਤੁਸੀਂ ਕਿਸੇ ਨੇ ਯੂਜ਼ ਕਰਨਾ ਤਾਂ ਉਹਦੇ ਲਈ ਮਦਰ ਟੰਗ ਹੀ ਯੂਜ਼ ਕਰੋ। ਉਹ ਆਪਾਂ ਕੋਈ ਵੀ ਉਹ ਹੁੰਦਾ ਉਹਨਾਂ ਦਾ, ਠੀਕ ਹੈ, ਵੀ ਕਿਸੇ ਹੋਰ ਤਰੀਕੇ ਨਾਲ ਵੀ ਪੜ੍ਹਾ ਸਕਦੇ ਆ ਉਹ ਚੀਜ਼ ਆ। ਜਿਵੇਂ ਡਾਇਰੈਕਟ ਮੈਥਡ ਆਏਗਾ ਉਹਦੇ ਲਈ। ਭਾਸ਼ਾ ਨੂੰ ਪੜ੍ਹਾਉਂਦੇ ਆ ਇੱਕ ਅਧਿਆਪਕ, ਠੀਕ ਹੈ, ਭਾਸ਼ਾ ਨੂੰ ਪੜ੍ਹਾਉਂਦੇ ਆ ਇੱਕ ਅਧਿਆਪਕ ਵਿਗਿਆਨ ਅਤੇ ਸਮਾਜਿਕ ਵਿਗਿਆਨ ਵਿੱਚੋਂ ਉਦਾਹਰਨਾਂ, ਠੀਕ ਹੈ, ਤੇ ਵਿਗਿਆਨ ਆਏਗਾ, ਵਿਗਿਆਨ ਅਤੇ ਸਮਾਜਿਕ ਵਿਗਿਆਨ ਵਿੱਚੋਂ ਉਦਾਹਰਨਾਂ ਦਿੰਦਾ ਹੈ। ਇਸ ਤਰ੍ਹਾਂ ਦੀ ਪਹੁੰਚ ਨੂੰ ਕੀ ਕਿਹਾ ਜਾਂਦਾ? ਇਹ ਜਦੋਂ ਦੋਨੇ ਸਬਜੈਕਟਾਂ 'ਚੋਂ ਐਗਜ਼ਾਮਪਲਾਂ ਲੈਂਦਾ, ਚਾਹੇ ਉਹ ਸਾਇੰਸ ਆ ਚਾਹੇ ਉਹ ਸੋਸ਼ਲ ਸਾਇੰਸ ਆ, ਤਾਂ ਉਸ ਪਹੁੰਚ ਨੂੰ ਕੀ ਕਿਹਾ ਜਾਂਦਾ ਹੈ? ਵਿਗਿਆਨ ਅਤੇ ਭਾਸ਼ਾ ਅਧਿਆਪਨ, ਪਾਠਕ੍ਰਮ ਤੋਂ ਪਾਰ ਭਾਸ਼ਾ, TPR ਪਹੁੰਚ, CLT ਪਹੁੰਚ। ਠੀਕ ਹੈ ਜੀ, ਇਹਦੇ ਵਿੱਚ ਆਪਾਂ ਨੇ ਆਪਸ਼ਨ ਚੈੱਕ ਕਰਨੀ ਹੈ ਤਾਂ ਇਹਦਾ ਰਾਈਟ ਆਨਸਰ ਹੋਊਗਾ ਪਾਠਕ੍ਰਮ ਤੋਂ ਪਾਰ ਭਾਸ਼ਾ। ਠੀਕ ਹੈ ਜੀ, ਇੱਕ ਅਧਿਆਪਕ ਵਿਗਿਆਨ ਅਤੇ ਸਮਾਜਿਕ ਵਿਗਿਆਨ ਵਿੱਚ ਉਦਾਹਰਨ ਦਿੰਦਾ ਹੈ। ਦੇਖੋ ਇੱਕ ਅਧਿਆਪਕ ਆ ਜਿਹੜਾ ਲੈਂਗੁਏਜ ਪੜ੍ਹਾ ਰਿਹਾ, ਤਾਂ ਉਹ ਸਿਰਫ ਆਪਾਂ ਇਹ ਸੋਚਦੇ ਵੀ ਹਾਂ ਇਹ ਜਿਹੜੀ ਲੈਂਗੁਏਜ ਆ, ਠੀਕ ਹੈ, ਜਾਂ ਭਾਸ਼ਾ ਦੀ ਕੋਈ ਪਾਠ ਪੁਸਤਕ ਸਿਰਫ ਉਹਦੇ ਵਿੱਚ ਐਗਜ਼ਾਮਪਲ ਲਵੇ, ਬਟ ਉਹ ਕਾਹਦੇ ਵਿੱਚੋਂ ਲੈ ਰਿਹਾਗਾ? ਸਾਇੰਸ ਵਿੱਚੋਂ ਵੀ ਲੈ ਰਿਹਾ ਅਤੇ ਸੋਸ਼ਲ ਸਾਇੰਸ ਵਿੱਚੋਂ ਵੀ। ਤਾਂ ਓਬਵੀਅਸਲੀ ਉਹ ਪਾਠਕ੍ਰਮ ਤੋਂ ਬਾਹਰ ਜਾ ਰਿਹਾ, ਤਾਂ ਪਾਠਕ੍ਰਮ ਤੋਂ ਪਾਰ ਭਾਸ਼ਾ ਗਈ ਉਹ, ਨਾ ਕਿ ਪਾਠਕ੍ਰਮ ਦੀ। ਤਾਂ ਇਹ ਇਹਦਾ ਰਾਈਟ ਆਨਸਰ ਹੋ। ਵੈਸੇ ਬੱਚੇ ਆਪਸ਼ਨਾਂ ਦੇਖ ਕੇ ਪਤਾ ਨਹੀਂ ਕੀ ਆਪਸ਼ਨਾਂ ਨੇ, ਬਸ ਤੁਸੀਂ ਕੁਐਸਚਨ ਦੀ ਕੀ ਆ ਚੀਜ਼ ਨੂੰ ਪਕੜਨਾ ਹੈ। ਠੀਕ ਹੈ ਵੀ ਇੱਥੇ ਦੇਖੋ ਪਾਠਕ੍ਰਮ ਤਾਂ ਹੈਗਾ ਪੰਜਾਬੀ ਦਾ, ਬਟ ਉਹ ਤੋਂ ਪਾਰ ਜਾ ਰਿਹਾ, ਉਹ ਕਾਹਦੀ ਭਾਸ਼ਾ ਯੂਜ਼ ਕਰ ਰਿਹਾ? ਉਹ ਸਾਇੰਸ ਦੀ ਅਤੇ ਸੋਸ਼ਲ ਸਾਇੰਸ ਦੀ, ਹੈ ਨਾ, ਉਹਨਾਂ ਤੋਂ ਪਾਰ ਜਾ ਰਿਹਾ ਉਹ, ਉਹਦੇ ਵਿੱਚ ਚੀਜ਼ਾਂ ਲੈ ਰਿਹਾ। ਇਸ ਤੋਂ ਇਲਾਵਾ ਅਗਲਾ ਕੁਐਸਚਨ ਆ ਵੀ ਭਾਸ਼ਾ ਦੀ ਸਿਖਲਾਈ ਉੱਪਰ ਬੌਧਿਕ ਪੱਖ ਜ਼ੋਰ ਦਿੰਦਾ ਹੈ। ਭਾਸ਼ਾ ਦੀ ਸਿਖਲਾਈ ਉੱਪਰ ਬੌਧਿਕ ਪੱਖ ਜ਼ੋਰ ਦਿੰਦਾ ਹੈ ਕਿ ਵੀ ਜਦੋਂ ਆਪਾਂ ਲੈਂਗੁਏਜ ਕਰਵਾ ਰਹੇ ਹਾਂ ਤਾਂ ਬੱਚੇ ਦੀ ਕੋਗਨੀਟਿਵ ਡਿਵੈਲਪਮੈਂਟ ਵਾਸਤੇ ਕੀ ਆਪਾਂ ਮਤਲਬ ਕਿ ਉਹ ਕਰਾਂਗੇ? ਗਲਤੀਆਂ ਭਾਸ਼ਾ ਦੀ ਸਿਖਲਾਈ ਪ੍ਰਕਿਰਿਆ ਦਾ ਇੱਕ ਹਿੱਸਾ ਹਨ। ਆਦਤ ਪਾਉਣ ਦੀ ਪ੍ਰਕਿਰਿਆ ਭਾਸ਼ਾ ਸਿੱਖਣ ਵਿੱਚ ਸਹਾਇਤਾ ਕਰਦੀ ਹੈ। ਅਧਿਆਪਕ ਨੂੰ ਯਾਦ ਕਰਾਉਣ ਅਤੇ ਸੰਵਾਦਾਂ ਨੂੰ ਦੁਹਰਾਉਣ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਗਲਤੀਆਂ ਜਿੰਨਾ ਛੇਤੀ ਹੋ ਸਕੇ ਦਰੁਸਤ ਕਰ ਲੈਣੀਆਂ ਚਾਹੀਦੀਆਂ ਹਨ, ਨਹੀਂ ਤਾਂ ਉਹ ਬੱਚੇ ਦੇ ਮਨ ਅੰਦਰ ਘਰ ਕਰ ਲੈਣੀਆਂ। ਠੀਕ ਹੈ ਜੀ, ਇਹ ਆਪਣਾ 31ਵਾਂ ਕੁਐਸਚਨ। ਤਾਂ ਇਹਦਾ ਰਾਈਟ ਆਨਸਰ ਆਊਗਾ ਭਾਸ਼ਾ ਦੀ ਸਿਖਲਾਈ ਉੱਪਰ ਬੌਧਿਕ ਪੱਖ ਕਿਸ ਚੀਜ਼ ਉੱਪਰ ਜ਼ੋਰ ਦਿੰਦੇ? ਦੇਖੋ ਗਲਤੀਆਂ ਨੇ ਜਿਹੜੀਆਂ ਭਾਸ਼ਾ ਦੀ ਸਿਖਲਾਈ ਪ੍ਰਕਿਰਿਆ ਦਾ ਇੱਕ ਹਿੱਸਾ ਨੇ। ਠੀਕ ਹੈ ਜੀ, ਇਹ ਨਹੀਂ ਹੈਗਾ ਵੀ ਕੋਈ ਵੀ ਵਿਅਕਤੀ ਆ ਦੁਨੀਆ ਦੇ ਵਿੱਚ ਉਹ ਕੋਈ ਵੀ ਸਬਜੈਕਟ ਪੜ੍ਹਦਾ, ਠੀਕ ਹੈ, ਚਲੋ ਇਹ ਤਾਂ ਲੈਂਗੁਏਜ ਦੀ ਗੱਲ ਹੋਊਗੀ, ਤਾਂ ਉਹ ਗਲਤੀ ਕਰੂਗਾ ਹੀ ਕਰੂਗਾ, ਚਾਹੇ ਕਿੰਨਾ ਵੀ ਐਕਸਪਰਟ ਆ, ਉਹ ਤੋਂ ਗਲਤੀ ਇਹ ਨਹੀਂ ਹੈਗਾ ਵੀ ਕੋਈ ਗਲਤੀ ਨਹੀਂ ਕਰ ਸਕਦਾ। ਮੈਂ ਵੀ ਤੁਹਾਡੇ ਸਾਹਮਣੇ ਮੇਰੇ ਤੋਂ ਵੀ ਗਲਤੀ ਹੋ ਸਕਦੀ ਹੈ, ਕੋਈ ਕੁਐਸਚਨ ਜਿਵੇਂ ਤੁਹਾਨੂੰ ਸਮਝਾਉਣ ਦੇ ਵਿੱਚ ਤੁਸੀਂ ਬਾਅਦ ਦੇ ਵਿੱਚ ਕਈ ਬੱਚੇ ਕਹਿ ਦਿੰਦੇ ਵੀ ਸਰ ਇਹ ਐਵੇਂ, ਬਟ ਹੋ ਸਕਦੀ ਹੈ ਗਲਤੀ। ਠੀਕ ਹੈ, ਇਹਨੂੰ ਐਕਸੈਪਟ ਕਰਦੇ ਹਾਂ ਆਪਾਂ, ਹੋ ਸਕਦਾ, ਠੀਕ ਹੈ, ਬਟ ਇਹ ਨਹੀਂ ਹੈਗਾ ਵੀ ਕੋਈ ਵੀ ਇਨਸਾਨ ਬਿਨਾਂ ਗਲਤੀ ਤੋਂ ਹੈ। ਤਾਂ ਇਹ ਵੀ ਗਲਤੀਆਂ ਭਾਸ਼ਾ ਦੀ ਸਿਖਲਾਈ ਪ੍ਰਕਿਰਿਆ ਦਾ ਇੱਕ ਹਿੱਸਾ ਨਹੀਂ, ਮਤਲਬ ਕਿ ਨੈਚੁਰਲ ਆ ਗਲਤੀ ਹੋਣੀ। ਤਾਂ ਇਹ ਮਤਲਬ ਬੌਧਿਕ ਪੱਖ ਇਸ ਚੀਜ਼ ਦੇ ਉੱਪਰ ਜ਼ੋਰ ਦਿੰਦਾ ਵੀ ਜੇ ਤੁਸੀਂ ਕੋਈ ਗਲਤੀ ਕਰਦਾ ਬੱਚਾ, ਇਹ ਨਹੀਂ ਹੈਗਾ ਤੁਸੀਂ ਉਸਨੂੰ ਮਤਲਬ ਕਿ ਸਜ਼ਾ ਦੇਣ ਬੈਠਣੀ, ਕਿਉਂਕਿ ਇਹ ਨੈਚੁਰਲ ਹੈ। ਇਸ ਤੋਂ ਇਲਾਵਾ ਅਗਲਾ ਕੁਐਸਚਨ ਹੈ ਵੀ ਲਿਖਣ ਕੌਸ਼ਲ ਵਿਕਸਿਤ ਕਰਨ ਲਈ ਕਿਹੜਾ ਬਹੁਤ ਮਹੱਤਵਪੂਰਨ ਹੈ? ਤੁਸੀਂ ਬੱਚੇ ਦੇ ਅੰਦਰ ਰਾਈਟਿੰਗ ਸਕਿੱਲ ਪੈਦਾ ਕਰਨੀ ਹੈ, ਰਾਈਟਿੰਗ ਸਕਿੱਲ, ਤਾਂ ਕਿਹੜੀ ਚੀਜ਼ ਨੂੰ ਤੁਸੀਂ ਜ਼ਿਆਦਾ ਇੰਪੋਰਟੈਂਸ ਦੇਵੋਗੇ? ਹੈ ਨਾ, ਰਾਈਟਿੰਗ ਸਕਿੱਲ ਦੇ ਵਿੱਚ ਕਿਸ ਚੀਜ਼ ਨੂੰ ਇੰਪੋਰਟੈਂਸ ਦੇਵੋਗੇ? ਸੁੰਦਰ ਲਿਖਾਈ ਵਿੱਚ ਲਿਖਣਾ ਵੀ ਇਹ ਉਹਦੇ ਨਾਲ ਉਹਦੀ ਸਕਿੱਲ ਹੈ ਜਿਹੜੀ ਰਾਈਟਿੰਗ ਦੀ ਸਕਿੱਲ ਡਿਵੈਲਪ ਹੋਊਗੀ। ਠੀਕ ਸ਼ਬਦ ਜੋੜਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਦਿੱਤੇ ਗਏ ਸਮੇਂ ਨਿਰਦੇਸ਼ਾਂ ਨੂੰ ਮੰਨਦੇ ਲਿਖਣਾ ਚਾਹੀਦਾ ਹੈ। ਆਪਣੇ ਵਿਚਾਰਾਂ ਅਤੇ ਅਨੁਭਵਾਂ ਨੂੰ ਲਿਖਤ ਰਾਹੀਂ ਪ੍ਰਗਟ ਕਰਨਾ ਚਾਹੀਦਾ ਹੈ। ਤਾਂ ਇਹਦਾ ਰਾਈਟ ਆਨਸਰ ਹੋਊਗਾ ਡੀ। ਕਈਆਂ ਦਾ ਦੇਖੋ ਆਨਸਰ ਆਪਾਂ ਨੂੰ ਉਂਝ ਹੀ ਪਤਾ ਲੱਗਦੇ ਰਹਿੰਦੇ ਹੈ ਨਾ ਜਦੋਂ ਆਪਾਂ ਪੜ੍ਹਦੇ ਹਾਂ, ਕਿਉਂਕਿ ਇਹਦੇ ਵਿੱਚ ਕੀ ਆ, ਦੇਖੋ ਹੁਣ ਬੱਚਾ ਜਦੋਂ ਆਪਣੇ ਵਿਚਾਰਾਂ ਅਤੇ ਆਪਣੇ ਐਕਸਪੀਰੀਅੰਸ ਦੇ ਥਰੂ ਆਪਣੇ ਵਿਚਾਰ ਪੇਸ਼ ਕਰੂਗਾ ਲਿਖ ਕੇ, ਤਾਂ ਉਹਦੇ ਨਾਲ ਕੀ ਆ, ਉਹਦੀ ਜਿਹੜੀ ਰਾਈਟਿੰਗ ਸਕਿੱਲ ਆ ਉਹ ਡਿਵੈਲਪ ਹੋਊਗੀ। ਠੀਕ ਹੈ, ਆਪਦੇ ਕਿਉਂਕਿ ਖੁੱਲ੍ਹ ਕੇ ਲਿਖੂਗਾ, ਵਧੀਆ ਹੀ ਲਿਖੂਗਾ। ਜੇ ਹੁਣ ਉਹ ਔਖੀ ਚੀਜ਼ ਲਿਖੂਗਾ, ਠੀਕ ਹੈ, ਤਾਂ ਸ਼ੁੱਧ ਆਪਾਂ ਉਹਨੂੰ ਲਿਖਣ ਨੂੰ ਕਹਿਤਾ, ਤਾਂ ਮਤਲਬ ਉਸਨੂੰ ਕੀ ਆ, ਬਹੁਤ ਜ਼ਿਆਦਾ ਦਿੱਕਤ ਆਊਗੀ ਵੀ ਹਾਂ ਮੇਰੇ ਤੋਂ ਗਲਤੀ ਨਾ ਹੋਵੇ, ਡਰੂਗਾ, ਤਾਂ ਉਹਦੇ ਨਾਲ ਸਕਿੱਲ ਉਹਦੀ ਡਿਵੈਲਪ ਨਹੀਂ ਹੋਊਗੀ। ਉਹ ਗਲਤੀਆਂ ਹੌਲੀ ਹੌਲੀ ਸੁਧਰਦੀਆਂ ਜਾਣਗੀਆਂ, ਕਿਉਂਕਿ ਆਪਾਂ ਬੱਚੇ ਨੂੰ ਮੌਕੇ ਦੇਵਾਂਗੇ,
ठीक है। तो बच्चे ਨੂੰ ਕਹਾਂਗੇ ਵੀ ਤੂੰ ਲਿਖ ਆਪਣੇ ਵਿਚਾਰ, ਤਾਂ ਹੌਲੀ ਹੌਲੀ ਉਹ ਗਲਤੀਆਂ ਸੁਧਰਦੀਆਂ ਜਾਣਗੀਆਂ। ਆਪਾਂ ਬੱਚੇ ਨੂੰ ਦੱਸ ਸਕਦੇ ਵੀ ਇਹ ਗਲਤ ਹੈ, ਤਾਂ ਬੱਚਾ ਹੌਲੀ ਹੌਲੀ ਆਪਣੇ ਵਿਚਾਰ ਲਿਖਦਾ ਜਾਊਗਾ, ਸਹੀ ਕਰਦਾ ਜਾਊ। ਇੱਕ ਪੜ੍ਹਤ ਜਿਸ ਵਿੱਚ ਮਨੋਰੰਜਨ ਲਈ ਸਿੱਖਿਆਰਥੀਆਂ ਦਾ ਪਾਠ ਪੁਸਤਕ ਦੀ ਪੜ੍ਹਤ ਸ਼ਾਮਿਲ ਹੈ ਲਈ ਆਮ ਪੜ੍ਹਤ ਕੌਸ਼ਲ ਨੂੰ ਵਿਕਸਿਤ ਕਰਨਾ। ਇਨੀਸ਼ੀਏਟਿਵ ਰੀਡਿੰਗ ਹੈ, ਐਕਸਟੈਂਸਿਟ ਰੀਡਿੰਗ ਹੈ, ਪ੍ਰੀ ਰੀਡਿੰਗ ਆ ਅਤੇ ਪੋਸਟ ਰੀਡਿੰਗ ਹੈ। ਤਾਂ ਦੇਖੋ ਜਦੋਂ ਮਨੋਰੰਜਨ ਦੇ ਲਈ ਪੜ੍ਹਾਉਣਾ, ਦੇਖੋ ਇਹ ਚੀਜ਼ ਕਾਫੀ ਨਵੇਂ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲੇ ਹੋਣਗੇ ਵੀ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਠੀਕ ਹੈ। ਸੀਟੈਟ ਦੇ ਵਿੱਚ ਆਏ ਹੋਏ ਕੁਐਸਚਨ ਨੇਗੇ, ਠੀਕ ਹੈ। ਤਾਂ ਉਹਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਪਾਉਂਦੇ ਆ, ਤਾਂ ਤੁਸੀਂ ਚੀਜ਼ਾਂ ਤੋਂ ਘਬਰਾਉਣਾ ਨਹੀਂ ਹੈਗਾ ਵੀ ਪਤਾ ਨਹੀਂ ਕਿਸ ਤਰ੍ਹਾਂ ਦਾ। ਮੈਂ ਦੇਖੋ ਇਹ ਕੁਐਸਚਨ ਤਾਂ ਲੈ ਕੇ ਆਇਆ ਸੀ ਵੀ ਤੁਹਾਨੂੰ ਕੋਈ ਕੁਐਸਚਨ ਨਵੇਂ ਜਿਹੜੇ ਦੇਖਣ ਨੂੰ ਮਿਲੇ ਤੁਸੀਂ ਇਹ ਚੀਜ਼ਾਂ ਨੂੰ ਲਿਖ ਕੇ ਰੱਖ ਸਕੋ ਜੇ ਤੁਹਾਨੂੰ ਇਹੋ ਜਿਹੇ ਕੁਐਸਚਨ ਪੁੱਛ ਲਏ ਜਾਂਦੇ ਆ, ਠੀਕ ਹੈ। ਘਬਰਾਉਣਾ ਬਿਲਕੁਲ ਨਹੀਂ ਹੈ। ਦੇਖੋ ਇਹਦਾ ਆਨਸਰ ਆਊਗਾ ਐਕਸਟੈਂਸਿਵ ਰੀਡਿੰਗ, ਐਕਸਟੈਂਸਿਵ ਰੀਡਿੰਗ, ਇਹ ਕਹਿੰਦੇ ਆ ਇਸ ਨੂੰ ਜਦੋਂ ਆਪਾਂ ਮਨੋਰੰਜਨ ਦੇ ਲਈ ਪੜ੍ਹਾਉਣਾ। ਇਹ ਹਮੇਸ਼ਾ ਤੁਸੀਂ ਨੋਟਬੁੱਕ ਪਰ ਇਹ ਲਿਖ ਲਓ ਵੀ ਜਦੋਂ ਆਪਾਂ ਬੱਚਿਆਂ ਨੂੰ ਮਨੋਰੰਜਨ ਦੇ ਲਈ ਕੋਈ ਵੀ ਚੀਜ਼ ਪਾਠ ਪੁਸਤਕ ਦੇ ਵਿੱਚ ਪੜ੍ਹਾਉਣੇ ਆ ਤਾਂ ਉਸ ਨੂੰ ਕਹਿੰਦੇ ਆ ਐਕਸਟੈਂਸਿਵ ਰੀਡਿੰਗ, ਠੀਕ ਹੈ ਜੀ, ਇਹ ਚੀਜ਼। ਇਸ ਤੋਂ ਬਾਅਦ 34ਵਾਂ ਕੁਐਸਚਨ, ਇੱਕ ਅਧਿਆਪਕ ਚੌਥੀ ਜਮਾਤ ਦੇ ਵਿਦਿਆਰਥੀਆਂ ਨੂੰ ਇੱਕ ਵਿਸ਼ੇ ਦੇ ਉੱਪਰ ਖੁੱਲ੍ਹ ਕੇ ਲਿਖਣ ਲਈ ਪ੍ਰੇਰਿਤ ਕਰ ਸਕਦਾ ਹੈ ਜੇਕਰ ਉਹ ਵਿਸ਼ਾ ਡੈਸ਼ ਨਾਲ ਸੰਬੰਧਿਤ ਹੋਵੇ। ਹੁਣ ਇੱਕ ਅਧਿਆਪਕ ਚੌਥੀ ਜਮਾਤ ਦੇ ਵਿਦਿਆਰਥੀਆਂ ਨੂੰ ਕਹਿ ਰਿਹਾ ਵੀ ਤੁਸੀਂ ਖੁੱਲ੍ਹ ਕੇ ਲਿਖਣਾ, ਤਾਂ ਉਹ ਕਿਹੜੇ ਵਿਸ਼ਾ ਹੋ ਸਕਦਾ? ਸਮਾਜਿਕ ਮੁੱਦਾ ਹੋ ਸਕਦਾ ਹੈ, ਰਾਸ਼ਟਰੀ ਏਕਤਾ ਦਾ ਮੁੱਦਾ ਹੋ ਸਕਦਾ ਹੈ ਨਾ, ਇਹ ਚੀਜ਼ ਆ। ਇਸ ਤੋਂ ਇਲਾਵਾ ਨਿੱਜੀ ਜ਼ਿੰਦਗੀ ਨਾਲ ਸੰਬੰਧਿਤ ਹੋ ਸਕਦਾ ਜਾਂ ਵਾਤਾਵਰਨ ਸੰਬੰਧਿਤ ਹੋ ਸਕਦਾ। ਦੇਖੋ ਬੱਚਾ ਉਸ ਚੀਜ਼ ਨੂੰ ਤਾਂ ਹੀ ਬਿਹਤਰ ਲਿਖੂਗਾ ਜੇ ਉਹ ਉਸ ਦੀ ਨਿੱਜੀ ਜ਼ਿੰਦਗੀ ਨਾਲ ਸੰਬੰਧਿਤ ਹੋਊਗਾ, ਉਹਦਾ ਪਰਸਨਲ ਮਾਮਲਾ ਹੋਊਗਾ, ਪਰਸਨਲ ਇਸ਼ੂ ਹੈ ਨਾ, ਪਰਸਨਲ ਇਸ਼ੂ ਆ ਜਿਹੜਾ ਉਸਦੇ ਉੱਪਰ ਉਹ ਜ਼ਿਆਦਾ ਬਿਹਤਰ ਲਿਖੂਗਾ। ਉਹਦਾ ਘਰੇਲੂ ਹੋ ਸਕਦਾ ਵੀ ਹਾਂਜੀ ਆਪਣੀ ਘਰ ਦੀ ਸਥਿਤੀ ਬਾਰੇ ਲਿਖੋ, ਉਹ ਤੁਸੀਂ ਆਪਣੇ ਬਾਰੇ ਕੋਈ ਲੇਖ ਲਿਖੋ ਜਾਂ ਫਿਰ ਤੁਸੀਂ ਆਪਣੇ ਮਾਤਾ ਪਿਤਾ ਬਾਰੇ ਲੇਖ ਲਿਖੋ। ਜਦੋਂ ਬੱਚੇ ਦੀ ਕੋਈ ਰੀਅਲ ਲਾਈਫ ਨਿੱਜੀ ਜ਼ਿੰਦਗੀ ਨਾਲ ਕੋਈ ਚੀਜ਼ ਜੁੜੀ ਹੋਊਗੀ ਨਾ ਤਾਂ ਉਸਦੇ ਉੱਪਰ ਬੱਚਾ ਜਿਹੜਾ ਖੁੱਲ੍ਹ ਕੇ ਲਿਖ ਸਕਦਾ ਗਾ, ਠੀਕ ਹੈ ਜੀ, ਇਹ ਚੀਜ਼ ਆ ਉਹਦੇ ਵਿੱਚ। ਸਮਾਜਿਕ ਮੁੱਦੇ ਆਪਾਂ ਕਹਿ ਸਕਦੇ ਹਾਂ, ਸਮਾਜਿਕ ਮੁੱਦਿਆਂ ਉੱਪਰ ਉਹ ਖੁੱਲ੍ਹ ਕੇ ਨਹੀਂ ਲਿਖੂਗਾ, ਕੋਈ ਕਿੰਨਾ ਕੁ ਲਿਖ ਲੂਗਾ। ਆਪਾਂ ਨੂੰ ਇਨਵਾਇਰਮੈਂਟ ਉੱਪਰ ਕਹਿਤਾ, ਛੋਟੇ ਬੱਚੇ ਨੇ, ਠੀਕ ਹੈ, ਚੌਥੀ ਜਮਾਤ ਦਾ ਬੱਚਾ, ਉਹ ਇਨਵਾਇਰਮੈਂਟ ਉੱਪਰ ਕਿੰਨਾ ਕੁ ਲਿਖ ਲੂਗਾ, ਠੀਕ ਹੈ। ਵਾਤਾਵਰਨ ਬਾਰੇ ਕਿੰਨਾ ਕੁ ਲਿਖ ਲਓ, ਇਨਵਾਇਰਮੈਂਟ ਉਹੀ ਹੋਗਾ ਨਾ। ਅਤੇ ਸਮਾਜਿਕ ਮੁੱਦੇ ਜਿਵੇਂ ਬੇਰੁਜ਼ਗਾਰੀ ਬਾਰੇ ਲਗਾ ਲਓ ਜਾਂ ਫਿਰ ਦਹੇਜ ਪ੍ਰਥਾ ਲਗਾ ਲਓ ਜਾਂ ਫਿਰ ਕੋਈ ਵੀ ਚੀਜ਼ ਆ ਉਹਦੇ ਬਾਰੇ ਲਿਖਣ, ਤਾਂ ਬੱਚਾ ਇੰਨਾ ਜ਼ਿਆਦਾ ਖੁੱਲ੍ਹ ਕੇ ਨਹੀਂ ਲਿਖੋ, ਆਪਣੀ ਨਿੱਜੀ ਲਾਈਫ ਬਾਰੇ ਉਹ ਜ਼ਿਆਦਾ ਬਿਹਤਰ ਲਿਖੂਗਾ। ਇਸ ਤੋਂ ਇਲਾਵਾ ਅਗਲਾ ਕੁਐਸਚਨ ਆਪਣਾ ਵੀ ਹੇਠ ਲਿਖੇ ਵਿੱਚੋਂ ਕਿਹੜਾ ਗੈਰ ਰਸਮੀ ਢੰਗ ਕਿਸ ਭਾਸ਼ਾ ਦੀ ਸਿਖਲਾਈ ਵਿੱਚ ਸ਼ਾਮਿਲ ਹੈ, ਠੀਕ ਹੈ। ਹੇਠ ਲਿਖੇ ਵਿੱਚੋਂ ਕਿਹੜਾ ਗੈਰ ਰਸਮੀ ਢੰਗ ਭਾਸ਼ਾ ਦੀ ਸਿਖਲਾਈ ਵਿੱਚ ਸ਼ਾਮਿਲ ਹੈ? ਹਾਂਜੀ, ਭਾਸ਼ਾ ਦੀ ਸਿਖਲਾਈ ਦੇ ਵਿੱਚ ਇਹਦੇ ਵਿੱਚ ਪਹਿਲਾ ਹੈਗਾ ਭਾਸ਼ਾ ਦੀ ਲੈਬ, ਘਰੇਲੂ ਵਾਤਾਵਰਨ, ਭਾਸ਼ਾ ਸਿਖਲਾਈ ਕੇਂਦਰ, ਸਕੂਲ। ਗੈਰ ਰਸਮੀ, ਠੀਕ ਹੈ ਜੀ, ਇਨਫੋਰਮਲ ਆਪਾਂ ਕਹਿ ਸਕਦੇ ਇਹਨੂੰ। ਇਨਫੋਰਮਲ ਦੇ ਵਿੱਚ ਕਿਹੜੀ ਚੀਜ਼ ਸ਼ਾਮਿਲ ਹੈ? ਭਾਸ਼ਾ ਲੈਬ ਇਹ ਚੈੱਕ ਕਰਨਾ ਤੁਸੀਂ ਰਾਜੇ, ਤਾਂ ਇਹਦਾ ਰਾਈਟ ਆਨਸਰ ਹੋਊਗਾ ਘਰੇਲੂ ਵਾਤਾਵਰਨ, ਕਿਉਂਕਿ ਘਰੇਲੂ ਵਾਤਾਵਰਨ ਹਮੇਸ਼ਾ ਫਾਰਮਲ 'ਚ ਆਉਂਦਾ ਹੈ। ਹੇਠ ਲਿਖੇ ਵਿੱਚੋਂ ਕਿਹੜਾ ਗੈਰ ਰਸਮੀ ਢੰਗ ਇੱਕ ਭਾਸ਼ਾ ਦੀ ਸਿਖਲਾਈ ਵਿੱਚ ਸ਼ਾਮਿਲ ਹੈ, ਠੀਕ ਹੈ ਜੀ, ਇਹ ਚੀਜ਼ ਹੈ। ਇਹਦਾ ਰਾਈਟ ਆਨਸਰ ਹੋਊਗਾ ਘਰੇਲੂ ਵਾਤਾਵਰਨ, ਠੀਕ ਹੈ ਜੀ। ਇਹ ਸੀ ਆਪਣੇ 35 ਕੁਐਸਚਨ ਜੋ ਆਪਣੇ ਹੋ ਚੁੱਕਿਆ ਹੈ। ਹਾਂਜੀ, ਇਹ ਹੈਗਾ ਫਾਰਮਲ, ਠੀਕ ਹੈ। ਭਾਸ਼ਾ ਦੀ ਸਿਖਲਾਈ ਵੀ ਇਹ ਹੈਗਾ ਇਨਫੋਰਮਲ ਹੈ। ਇਹਨੇ ਪੁੱਛਿਆ ਇਨਫੋਰਮਲ, ਤਾਂ ਉਹ ਘਰੇਲੂ ਵਾਤਾਵਰਨ ਹੈ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਢੰਗ ਦੱਸਿਆ ਸੀਗਾ ਵੀ ਦੇਖੋ ਫਾਰਮਲ ਕਿੱਥੇ ਹੁੰਦਾ। ਫਾਰਮਲ ਹਮੇਸ਼ਾ ਉਹ ਚੀਜ਼ ਹੁੰਦੀ ਆ ਜਦੋਂ ਆਪਾਂ ਨੂੰ ਸਪੈਸ਼ਲ ਆਪਾਂ ਕੋਈ ਚੀਜ਼ ਸਿੱਖਣੀ ਹੈ ਤਾਂ ਆਪਾਂ ਸਪੈਸ਼ਲ ਕੋਈ ਯੂਨੀਫਾਰਮ ਪਾ ਕੇ ਸਪੈਸ਼ਲ ਟਾਈਮਿੰਗ ਹੁੰਦੀ ਆਪਣੀ ਸਿੱਖਣ ਦੀ, ਉਹ ਚੀਜ਼ ਹੁੰਦੀ ਵੀ ਇੰਨੇ ਵਜੇ ਤੁਸੀਂ ਜਾਣਾ, ਇੰਨੇ ਵਜੇ ਤੁਸੀਂ ਆਉਣਾ ਵਾਪਸ। ਤਾਂ ਹਮੇਸ਼ਾ ਉਹ ਇਹਨੇ ਪੁੱਛਿਆ ਗੈਰ ਰਸਮੀ ਉਹ ਹੁੰਦਾ ਜਿੱਥੇ ਆਪਾਂ ਨੂੰ ਖੁੱਲ੍ਹ ਹੁੰਦੀ ਆ ਵੀ ਕਦੋਂ ਵੀ ਆਪਾਂ ਪੜ੍ਹ ਸਕਦੇ ਹਾਂ, ਆਪਾਂ ਨੂੰ ਕੋਈ ਬੰਦਿਸ਼ ਨਹੀਂ ਹੁੰਦੀ, ਤਾਂ ਆਪਣਾ ਘਰੇਲੂ ਵਾਤਾਵਰਨ ਆਊਗਾ ਇਹਦਾ ਰਾਈਟ ਆਨਸਰ ਗੈਰ ਰਸਮੀ, ਠੀਕ ਹੈ। ਗੈਰ ਰਸਮੀ ਹੁੰਦਾ ਹਮੇਸ਼ਾ ਘਰੇਲੂ ਇੱਥੇ ਤੁਹਾਨੂੰ ਇੱਥੇ ਘਰ ਵੀ ਲਿਖਿਆ ਹੋ ਸਕਦਾ ਸੀਗਾ, ਠੀਕ ਹੈ ਜੀ, ਘਰ ਵੀ ਲਿਖਿਆ ਹੋ ਸਕਦਾ ਸੀਗਾ, ਠੀਕ ਹੈ ਜੀ। ਘਰੇਲੂ ਵਾਤਾਵਰਨ ਨੇ ਵੈਸੇ ਇੱਥੇ ਨਹੀਂ ਲਿਖਤਾ, ਠੀਕ ਹੈ। ਘਰੇਲੂ ਵਾਤਾਵਰਨ ਹਮੇਸ਼ਾ ਕੀ ਹੁੰਦਾ ਗਾ? ਗੈਰ ਰਸਮੀ ਢੰਗ ਹੁੰਦਾ ਗਾ। ਜਦੋਂ ਆਪਾਂ ਨੂੰ ਰਸਮੀ ਢੰਗ ਕਹਿਤਾ ਰਾਜੇ ਇਕੱਲਾ ਫਾਰਮਲ ਕਹਿਤਾ ਤਾਂ ਹੋਊਗਾ ਸਕੂਲ, ਠੀਕ ਹੈ। ਸਕੂਲ ਹੋ ਗਿਆ, ਕਾਲਜਸ ਹੋ ਗਿਆ, ਜਿੱਥੇ ਤੁਸੀਂ ਪ੍ਰੋਪਰ ਤੁਹਾਡੀ ਟਾਈਮਿੰਗ ਹੁੰਦੀ ਆ, ਪ੍ਰੋਪਰ ਤੁਸੀਂ ਤਿਆਰ ਹੋ ਕੇ ਜਾਂਦੇ ਹੋ,
ਉਹ ਹੁੰਦਾ ਗਾ ਰਸਮੀ। ਠੀਕ ਹੈ ਜੀ, ਇਹ ਚੀਜ਼ ਸੀ, ਇਹ ਸੀ ਤੁਹਾਡੇ 35 ਕੁਐਸਚਨ। ਆਈ ਹੋਪ ਤੁਹਾਨੂੰ ਇਹ ਪਸੰਦ ਆਏ ਹੋਣਗੇ, ਕਿਉਂਕਿ ਪਤਾ ਕੀ ਚੀਜ਼ ਹੈ ਇਹਦੇ ਵਿੱਚ, ਤੁਹਾਨੂੰ ਕੁਛ ਕੁ ਕੁਐਸਚਨ ਤਾਂ ਇੰਨੇ ਜ਼ਿਆਦਾ ਅਜੀਬ ਲੱਗੇ ਹੋਣਗੇ, ਇੰਨੇ ਔਖੇ ਜਿਹੇ ਲੱਗੇ ਹੋਣਗੇ ਵੀ ਪਤਾ ਨਹੀਂ ਕਿਸ ਤਰ੍ਹਾਂ ਦੇ ਕੁਐਸਚਨ ਨੇ। ਇਹ ਕੁਐਸਚਨ ਮੇਰਾ ਮਕਸਦ ਇਹ ਸੀਗਾ ਵੀ ਤੁਹਾਨੂੰ ਨਾ ਚੀਜ਼ਾਂ ਦਾ ਪਤਾ ਲੱਗ ਸਕੇ ਵੀ ਕਈ ਵਾਰੀ ਕੀ ਹੁੰਦਾ ਤੁਸੀਂ ਕਿਸੇ ਚੀਜ਼ ਨੂੰ ਈਜ਼ੀ ਸਮਝ ਲੈਂਦੇ ਹੋ ਵੀ ਪੰਜਾਬੀ ਪੈਡਾਗੋਜੀ ਕੀ ਉਹਦਾ ਅਸੀਂ ਕਰ ਲਾਂਗੇ। ਇਹ ਕੁਐਸਚਨ ਇਹੋ ਜਿਹੇ ਸੀ ਜਿਹੜੇ ਤੁਹਾਨੂੰ ਯਾਦ ਰੱਖਣੇ ਪੈਣਗੇ, ਜਿਵੇਂ ਉਹ ਮਨੋਰੰਜਨ ਨਾਲ ਸੰਬੰਧਿਤ ਸੀਗਾ, ਜਾਂ ਕਿਸ ਤਰ੍ਹਾਂ ਉਹ ਕੁਐਸਚਨ ਸੀ ਨਵੇਂ ਸ਼ਬਦ ਤੁਹਾਨੂੰ ਦੇਖਣ ਨੂੰ ਮਿਲੇ, ਜਿਵੇਂ ਉਹ ਬਾਟਮ ਟੂ ਟੌਪ ਸੀਗਾ ਵੀ ਹੇਠਾਂ ਤੋਂ ਉੱਪਰ ਵੱਲ ਜਾਣਾ ਹੈ ਨਾ, ਉਹ ਚੀਜ਼ਾਂ ਨਵੀਆਂ ਤੁਹਾਨੂੰ ਦੇਖਣ ਨੂੰ ਮਿਲੇ। ਉਹ ਤੁਹਾਨੂੰ ਐ ਸੀ ਵੀ ਯਾਦ ਕਰ ਰੱਖੋ, ਤੁਸੀਂ ਉਹ ਚੀਜ਼ਾਂ ਦਿਮਾਗ ਦੇ ਵਿੱਚ ਬਿਠਾ ਕੇ ਰੱਖੋ, ਜਿਹੜੀ ਚੀਜ਼ਾਂ ਲਿਖਣ ਵਾਲੇ ਲਿਖ ਸਕੋ ਵੀ ਜੇ ਕੁਐਸਚਨ ਜੇ ਆਉਂਦਾ ਤੁਸੀਂ ਕਰ ਸਕੋ ਪੇਪਰ ਦੇ ਵਿੱਚ, ਤੁਹਾਨੂੰ ਦਿੱਕਤ ਨਾ ਆਵੇ। ਇਸ ਤਰ੍ਹਾਂ ਦੇ ਕੁਐਸਚਨ ਸੀਟੈਟ ਦੇ ਵਿੱਚ ਪੁੱਛੇ ਜਾਂਦੇ ਆ। ਜ਼ਿਆਦਾਤਰ ਇਹਦੇ ਵਿੱਚ ਕੀ ਹੁੰਦਾ, ਬੱਚੇ ਦੇ ਉੱਪਰ ਸਾਰੀ ਚੀਜ਼ ਕੇਂਦਰਿਤ ਹੁੰਦੀ ਆ, ਬੱਚੇ ਦੇ ਉੱਪਰ ਕੇਂਦਰਿਤ ਹੁੰਦੀ ਆ ਅਤੇ ਮੀਨਿੰਗਫੁਲ ਹੁੰਦੀ ਆ। ਕੋਈ ਨਾ ਚਾਹੇ ਤੁਸੀਂ ਲੈਸਨ ਪੜ੍ਹਾ ਰਹੇ ਹੋ, ਕੋਈ ਵੀ ਚੀਜ਼ ਆ ਮੀਨਿੰਗਫੁਲ ਹੋਣੀ ਚਾਹੀਦਾ, ਕੋਈ ਉਹਦਾ ਅਰਥ ਨਿਕਲਣਾ ਚਾਹੀਦਾ, ਕੋਈ ਇਹ ਨਹੀਂਗਾ ਆਪਾਂ ਬੇਫਾਲਤੂ ਚੀਜ਼ ਬੱਚਿਆਂ ਨੂੰ ਕਰਵਾ ਸਕਦੇ ਹਾਂ। ਠੀਕ ਹੈ ਜੀ, ਇਹ ਸੀਗਾ ਇਹਦੇ ਵਿੱਚ, ਹੋਰ ਇਹਦੇ ਵਿੱਚ ਕੁਛ ਨਹੀਂ ਸੀਗਾ। ਆਈ ਹੋਪ ਤੁਹਾਨੂੰ ਇਹ ਕਲਾਸ ਪਸੰਦ ਆਈ ਹੋਊਗੀ, ਅਤੇ ਕਿਸੇ ਦਾ ਵੀ ਕੋਈ ਜੇ ਉਹ ਹੁੰਦਾ ਨਾ ਤਾਂ ਤੁਸੀਂ ਨੀਚੇ ਲਿਖ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ, ਸਾਰੇ ਚੀਜ਼ ਨਹੀਂ ਪਤਾ ਲੱਗੀ ਠੀਕ ਹੈ ਤਾਂ ਤੁਸੀਂ, ਮੈਂ ਉਸ ਤੋਂ ਬਾਅਦ ਉਸ ਚੀਜ਼ ਦਾ ਕਲੀਅਰ ਕਰਾ ਦੂੰਗਾ। ਵੈਸੇ ਬਹੁਤ ਸਿੰਪਲ ਸੀਗਾ, ਕੁਛ ਕੁ ਕੁਐਸਚਨ ਨੂੰ ਛੱਡ ਕੇ ਬਾਕੀ ਸਾਰੇ ਘੈਂਟ ਸੀਗੇ ਕੁਐਸਚਨ। ਠੀਕ ਹੈ ਜੀ, ਇਹ ਚੀਜ਼ ਆ, ਧਿਆਨ ਰੱਖਣਾ ਹਰ ਇੱਕ ਚੀਜ਼ ਦਾ। ਅਤੇ ਦੂਸਰੀ ਗੱਲ ਇਹ ਆ ਵੀ ਬੱਚਿਆਂ ਦਾ ਇਹ ਹੁੰਦਾ ਵੀ ਬੱਚੇ ਨੂੰ ਲੱਗਦਾ ਗਾ ਵੀ ਅਸੀਂ ਪੰਜਾਬੀ ਪੈਡਾਗੋਜੀ ਨੂੰ ਜਿਹੜਾ ਇੰਨਾ ਕਰ ਲਵਾਂਗੇ ਆਰਾਮ ਨਾਲ। ਕੁਛ ਕੁ ਗੱਲਾਂ ਇਹ ਹੁੰਦੀਆਂ ਨੇ ਪੰਜਾਬੀ ਪੈਡ, ਜਿਵੇਂ ਡਿਸਆਰਡਰ ਸੀਗੇ, ਡਿਸਆਰਡਰ ਕਈ ਬੱਚੇ ਇਹ ਸੋਚਦੇ ਆ ਵੀ ਜਿਹੜਾ ਡਿਸਆਰਡਰ ਯਾਨੀ ਕਿ ਅਸਮਰੱਥਾ ਵਾਲਾ ਜਿਹੜਾ ਉਹ ਚੈਪਟਰ ਆ ਉਹ ਸਿਰਫ ਆ ਜਾਊਗਾ ਜੀ ਇਹ ਤਾਂ CDP ਦਾ ਉਹ ਹੈ, ਬਟ ਇਹ CDP 'ਚ ਨਹੀਂ ਹੈਗਾ, ਇਹ ਤੁਹਾਡੀ ਪੈਡਾਗੋਜੀ ਦੇ ਨਾਲ ਵੀ ਰਿਲੇਟਡ ਆ। ਇਹਨੂੰ ਦੋਨਾਂ ਦੇ ਤੁਹਾਡੇ ਲਈ ਫਾਇਦੇਮੰਦ ਆ, ਕਿਉਂਕਿ ਇਹਦੇ ਨਾਲ ਕੀ ਆ ਤੁਹਾਨੂੰ ਦੇਖੋ ਇਹ CDP ਦੇ ਵਿੱਚ ਵੀ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ ਹੁੰਦਾ, ਇਹ ਹੁਣ ਪੈਡਾਗੋਜੀ ਦੇ ਵਿੱਚ ਵੀ ਪੁੱਛਿਆ ਜਾਊਗਾ। ਤਾਂ ਤੁਹਾਡੇ ਕੀ ਹੈ, ਤੁਹਾਡੇ ਕਿੰਨੇ 2 ਤੋਂ 3 ਨੰਬਰ ਆਰਾਮ ਨਾਲ ਬਣ ਸਕਦੇ ਆ ਡਿਸਆਰਡਰ ਦੇ ਵਿੱਚ ਚੰਗੀ ਤਰ੍ਹਾਂ ਪੜ੍ਹੇ ਹੋਇਆ। ਸੀਟੈਟ ਵਾਲਿਆਂ ਦਾ ਡਿਸਆਰਡਰ ਵਾਲਾ ਇਹ ਚੈਪਟਰ ਬਹੁਤ ਜ਼ਿਆਦਾ ਫੇਵਰੇਟ ਆ, ਬਹੁਤ ਕੁਐਸਚਨ ਪਾਉਂਦੇ ਨੇ ਇਹਦੇ ਵਿੱਚੋਂ। ਠੀਕ ਹੈ ਜੀ, ਇਹ ਚੀਜ਼ ਆ। ਹਾਂਜੀ, ਆਈ ਤੁਹਾਨੂੰ ਇਹ ਸਾਰੇ ਚੀਜ਼ਾਂ ਸਮਝ ਆਈਆਂ ਹੋਣੀਆਂ। ਠੀਕ ਹੈ, ਮਿਲਦੇ ਆਪਾਂ ਨੈਕਸਟ ਕਲਾਸ ਦੇ ਵਿੱਚ। ਅੱਜ ਦੇ ਲਈ ਸਟੂਡੈਂਟ ਇੰਨਾ ਹੀ। ਆਈ ਹੋਪ ਤੁਹਾਨੂੰ ਸਾਰੀ ਕਲਾਸ ਨੂੰ ਸਮਝ ਆਈ ਹੋਊਗੀ, ਸਾਰੀਆਂ ਚੀਜ਼ਾਂ ਇਹ ਜੋ ਵੀ ਮੈਂ ਕਰਵਾਈਆਂ ਨਹੀਂ ਹੈ। ਠੀਕ ਹੈ ਜੀ, ਥੈਂਕ ਯੂ। ਅਤੇ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਥੈਂਕ ਯੂ ਸੋ ਮਚ।